ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਸਾਰੇ ਵੀਰਾਂ ਔਰ ਭੈਣਾਂ ਦਾ ਇਸ ਗੁਰਮਤਿ ਕਲਾਸ ਦੇ ਵਿੱਚ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਸਾ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਤੇ ਅੱਜ ਦਾ ਜੋ ਪੌੜੀ ਹੈ ਇਹ 7ਵੀਂ ਪੌੜੀ ਹੈ। 6 ਪੌੜੀਆਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਕੱਲ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਸ਼ਲੋਕ ਦੀ ਵਿਚਾਰ ਅਸਾਂ ਕੀਤੀ ਸੀ ਕਿ ਹਉਮੈ ਕੀ ਹੈ ਔਰ ਕਿਵੇਂ ਹਉਮੈ ਦੇ ਵਿੱਚ ਬੰਦਾ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਹਉਮੈ ਦੇ ਦੋ ਰੂਪ ਜਿਹੜੇ ਸਾਡੇ ਵਾਸਤੇ ਨੁਕਸਾਨਦਾਇਕ ਨੇ, ਉਹਨਾਂ ਬਾਰੇ ਅਸੀਂ ਵਿਚਾਰ ਕੀਤੀ ਸੀ। ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ, ਇਹ ਦੋਵੇਂ ਹੀ ਇੱਕ ਕਿਸਮ ਦੇ ਰੋਗ ਨੇ ਤੇ ਇਹਨਾਂ ਰੋਗਾਂ ਦੇ ਅੰਦਰ ਜੋ ਬੰਦਾ ਗ੍ਰਸਿਆ ਹੈ ਉਹ ਜੀਵਨ ਦੇ ਅੰਦਰ ਕਾਮਯਾਬੀ ਹਾਸਲ ਨਹੀਂ ਕਰਦਾ। ਔਰ ਇੱਕ ਹਉਮੈ ਹੈ ਸਾਡੀ ਵੱਖਰੀ ਪਹਿਚਾਨ, ਉਹ ਸਾਡੀ ਸਵਾਭਿਮਾਨ ਹੈ। ਸਵਾਭਿਮਾਨੀ ਹੋਣਾ ਹਰ ਇਨਸਾਨ ਵਾਸਤੇ ਜ਼ਰੂਰੀ ਹੈ, ਇਹ ਉਹਦਾ ਫਰਜ਼ ਵੀ ਹੈ, ਇਹ ਉਹਦਾ ਹੱਕ ਵੀ ਹੈ। ਔਰ ਇਸ ਤੋਂ ਅਗਲੀ ਵਿਚਾਰ ਅੱਜ ਅਸੀਂ ਸ਼ੁਰੂ ਕਰਦੇ ਹਾਂ। ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਪਾਵਨ ਸ਼ਲੋਕ ਹੈ, ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਹੇ। ਇੱਥੇ ਜਾਤ ਦਾ ਮਤਲਬ ਹੈ ਸੁਭਾਅ। ਹਉਮੈ ਦੀ ਜਾਤ ਹੀ ਇਹ ਹੈ, ਹਉਮੈ ਦਾ ਸੁਭਾਅ ਇਹ ਹੈ। ਜਿਸ ਮਨੁੱਖ ਦੇ ਅੰਦਰ ਇਹ ਹਉਮੈ ਪੈਦਾ ਹੋ ਜਾਂਦੀ ਹੈ ਨਾ, ਹਉਮੈ ਕਰਮ ਕਮਾਹੇ, ਉਹ ਲੋਕ ਹਉਮੈ ਵਾਲੇ ਕਰਮ ਹੀ ਕਮਾਈ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਇਹ ਪੈਦਾ ਹੋ ਜਾਏ। ਇਹਦਾ ਸੁਭਾਅ ਹੈ ਕਿ ਫਿਰ ਕਿਉਂਕਿ ਉਹ ਸੁਭਾਅ ਬਣ ਗਿਆ, ਜੇ ਹੀਨ ਭਾਵਨਾ ਵਾਲਾ ਸੁਭਾਅ ਬਣ ਗਿਆ ਤਾਂ ਬੰਦਾ ਉਸੇ ਤਰ੍ਹਾਂ ਹੀ ਡਿਪਰੈਸ਼ਨ ਦੇ ਅੰਦਰ ਨਕਾਰਾਤਮਕ ਗੱਲਾਂ ਕਰੀ ਜਾਂਦਾ ਹੈ, ਨਕਾਰਾਤਮਕ ਉਹਦਾ ਵਿਹਾਰ ਹੋ ਜਾਂਦਾ ਹੈ ਤੇ ਉਹਦਾ ਰਿਜ਼ਲਟ ਵੀ ਨਕਾਰਾਤਮਕ ਨਿਕਲਦਾ ਹੈ। ਦੂਜੇ ਉਹ ਨੇ ਜਿਨ੍ਹਾਂ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਪੈਦਾ ਹੋ ਜਾਂਦਾ ਹੈ, ਉਹ ਫਿਰ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਹੀ ਆਂਕਦੇ ਨੇ। ਬਿਨਾਂ ਸ਼ੱਕ ਤੋਂ ਕੋਈ ਆਪਣੇ ਤੋਂ ਸਿਆਣਾ ਵੀ ਹੋਵੇ ਤਾਂ ਵੀ ਉਹਨੂੰ ਸਿਆਣਾ ਸਮਝਣ ਦਾ ਯਤਨ ਨਹੀਂ ਕਰਦੇ। ਉਹ ਲੋਕ ਦੂਜਿਆਂ ਨੂੰ ਨੀਵਾਂ ਹੀ ਵਿਖਾਉਂਦੇ ਹਨ ਤੇ ਐਸੇ ਲੋਕਾਂ ਦੇ ਜੋ ਸੰਬੰਧ ਨੇ ਉਹ ਚੰਗੇ ਮਿਠਾਸ ਭਰੇ ਨਹੀਂ ਹੁੰਦੇ। ਐਸੇ ਲੋਕਾਂ ਦੇ ਨਾਲ ਜੋ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਜੀਵਨ ਵੀ ਦੂਭਰ ਹੋ ਜਾਂਦਾ ਹੈ। ਕਈ ਵਾਰੀ ਅਸੀਂ ਪਰਿਵਾਰਾਂ ਵਿੱਚ ਵੇਖਦੇ ਹਾਂ, ਕਈ ਲੋਕ ਪੈਰਾਨਾਇਡ ਪਰਸਨੈਲਿਟੀ ਡਿਸਆਰਡਰ ਦੇ ਸ਼ਿਕਾਰ ਹੋ ਜਾਂਦੇ ਨੇ, ਜੋ ਕੇਵਲ ਆਪਣੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਨੇ, ਦੂਜੇ ਪਰਿਵਾਰ ਦੀਆਂ ਪਤਨੀ ਜਾਂ ਪਤੀ ਦੀਆਂ ਭਾਵਨਾਵਾਂ ਦਾ ਉਹ ਆਦਰ ਸਤਿਕਾਰ ਨਹੀਂ ਕਰਦੇ। ਨਿੱਕੀ ਨਿੱਕੀ ਗੱਲ ਤੇ ਲੜਨ ਮਰਨ ਵਾਸਤੇ ਤਿਆਰ ਹੋ ਜਾਂਦੇ ਨੇ, ਕਿਸੇ ਦੇ ਨਾਲ ਬਹੁਤ ਜਲਦੀ ਦੋਸਤੀ ਕਰ ਲਈ ਔਰ ਇੱਕ ਪਲ ਦੇ ਅੰਦਰ ਹੀ ਉਹਦੇ ਨਾਲ ਉਹ ਦੋਸਤੀ ਤੋੜ ਬੈਂਦੇ ਨੇ ਔਰ ਬਿਨਾਂ ਮਤਲਬ ਤੋਂ ਸ਼ਾਪਿੰਗ ਕਰ ਬੈਣਗੇ, ਗੱਡੀ ਆਦਿ ਤੇਜ਼ ਚਲਾਉਣਗੇ। ਯਾਨੀ ਉਹਨਾਂ ਦਾ ਫਿਰ ਇਹ ਸੁਭਾਅ ਬਣ ਜਾਂਦਾ ਹੈ ਤੇ ਉਸ ਸੁਭਾਅ ਮੁਤਾਬਕ ਹੀ ਜ਼ਿੰਦਗੀ ਜੀਵੀ ਜਾਂਦੇ ਨੇ। ਜਿਨ੍ਹਾਂ ਦੇ ਅੰਦਰ ਹਉਮੈ ਦਾ ਵਿਗੜਿਆ ਰੂਪ ਇਨਫੀਰੀਓਰਿਟੀ ਕੰਪਲੈਕਸ ਆ ਜਾਂਦਾ ਹੈ, ਉਹਨਾਂ ਲੋਕਾਂ ਦੇ ਅੰਦਰ ਨਕਾਰਾਤਮਕ ਵਿਚਾਰ ਪੈਦਾ ਹੋ ਜਾਂਦੇ ਨੇ ਔਰ ਉਹਨਾਂ ਨੂੰ ਇਸ ਦੁਨੀਆ ਦੇ ਅੰਦਰ ਕਿਤੇ ਵੀ ਖੁਸ਼ਹਾਲੀ ਨਜ਼ਰੀ ਨਹੀਂ ਪੈਂਦੀ। ਉਹਨਾਂ ਨੂੰ ਦੁਨੀਆ ਦੇ ਵਿੱਚ ਚਾਰ ਚੁਫੇਰੇ ਤਬਾਹੀ ਹੀ ਨਜ਼ਰੀ ਪੈਂਦੀ ਹੈ। ਜੇ ਨਿੱਕੀ ਜਿਹੀ ਥੋੜੀ ਜਿਹੀ ਬਰਸਾਤ ਵੀ ਆਏਗੀ ਤੇ ਉਹਨਾਂ ਨੂੰ ਇੰਝ ਹੀ ਫੀਲ ਹੁੰਦਾ ਹੈ ਕਿ ਹੁਣ ਬੱਦਲ ਬਣ ਗਏ ਨੇ, ਬਰਸਾਤ ਪੈਗੀ, ਗੜੇ ਪੈਣਗੇ, ਹੜ੍ਹ ਆ ਜਾਣਗੇ, ਦੁਨੀਆ ਰੁੜ ਜਾਏਗੀ, ਬਸ ਹੁਣ ਤੇ ਸਾਰੀ ਤਬਾਹੀ ਹੋ ਜਾਣੀ ਹੈ। ਉਹਨਾਂ ਦਾ ਸੁਭਾਅ ਐਸਾ ਬਣ ਜਾਂਦਾ। ਤੀਜੇ ਲੋਕ ਉਹ ਨੇ ਜੋ ਸਵਾਭਿਮਾਨੀ ਨੇ, ਜਿਨ੍ਹਾਂ ਨੇ ਇਸ ਹਉਂ ਤੋਂ ਮੁਕਤੀ ਹਾਸਲ ਕੀਤੀ ਹੈ, ਜਿਨ੍ਹਾਂ ਦੇ ਅੰਦਰ ਇਹ ਰੋਗ ਨਹੀਂ ਹੈ। ਉਹ ਸਵਾਭਿਮਾਨੀ ਲੋਕ ਆਪਣਾ ਵਿਕਾਸ ਵੀ ਕਰਦੇ ਨੇ, ਦੂਜਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਨੇ, ਦੂਜਿਆਂ ਦੇ ਨਾਲ ਪਿਆਰ ਭਰਿਆ ਉਹ ਵਤੀਰਾ ਰੱਖਦੇ ਨੇ ਔਰ ਉਹ ਲੋਕ ਜੋ ਸਵਾਭਿਮਾਨੀ ਨੇ ਇਸ ਸੰਸਾਰ ਨੂੰ ਬਹੁਤ ਕੁਛ ਦੇ ਜਾਂਦੇ ਨੇ। ਚਾਹੇ ਉਹ ਸਾਇੰਸ ਦੀ ਦੁਨੀਆ ਵਿੱਚ ਸਾਇੰਟਿਸਟ ਨੇ, ਡਾਕਟਰ ਨੇ, ਵਿਗਿਆਨਿਕ ਨੇ, ਮਨੋਵਿਗਿਆਨਿਕ ਨੇ, ਜਾਂ ਧਰਮ ਦੀ ਦੁਨੀਆ ਦੇ ਅੰਦਰ ਅਵਤਾਰੀ ਪੁਰਸ਼ ਨੇ, ਜਾਂ ਧਰਮ ਦੀ ਦੁਨੀਆ ਵਿੱਚ ਜ਼ਿੰਦਗੀ ਜੀਣ ਵਾਲੇ ਨੇ। ਉਹ ਬਹੁਤ ਕੁਛ ਇਸ ਦੁਨੀਆ ਨੂੰ ਦੇ ਜਾਂਦੇ ਨੇ ਔਰ ਆਪਣੇ ਜੀਵਨ ਵਿੱਚ ਵੀ ਬਹੁਤ ਕੁਛ ਕਰ ਜਾਂਦੇ ਨੇ। ਤਾਂ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਇਹ ਹਉਮੈ ਦਾ ਸੁਭਾਅ ਹੈ। ਜਿਸ ਦੇ ਅੰਦਰ ਹਉਮੈ ਪੈਦਾ ਹੋ ਜਾਂਦੀ ਹੈ
फिर वो उस होमे वाले उस बने हुए सुभाव मुताबिक ही कर्म कमाई जाता है। अगला वचन करते ने, होमे ए बंधना फिर जोनी पाहे, कि होमे दे अंदर कीते हुए कर्म ਇਹਦੇ ਵਾਸਤੇ ਬੰਧਨ ਬਣ ਜਾਂਦੇ ਨੇ। ਹੋਮੇ ਦੇ ਕਰਮ ਹੀ ਬੰਧਨ ਨੇ। ਦੇਖੋ ਜਿਵੇਂ ਖਾਸ ਕਰਕੇ ਡਿਪਰੈਸ਼ਨ ਆਦਿ ਦੀਆਂ ਬਿਮਾਰੀਆਂ ਨੇ ਨਾ, ਆਪਾਂ ਇਹਦੇ ਵਾਸਤੇ ਥੋੜੀ ਜਿਹੀ ਵਿਚਾਰ ਕੀਤੀ ਸੀ ਕਿ ਇਹਦੇ ਤਿੰਨ ਕਾਰਨ ਨੇ। ਇੱਕ ਤਾਂ ਐਸਾ ਹੈ ਕਿ ਪੈਤ੍ਰਿਕ ਹੈ, ਜੇ ਮਾਂ-ਬਾਪ ਦੇ ਵਿੱਚ ਕੁਛ ਐਸਾ ਰੋਗ ਸੀ ਤਾਂ ਉਹ ਬੱਚਿਆਂ ਦੇ ਅੰਦਰ ਆਉਣ ਦੀ ਸੰਭਾਵਨਾ ਬਣ ਜਾਂਦੀ ਹੈ। ਜ਼ਰੂਰੀ ਨਹੀਂ ਕਿ ਆਏਗਾ, ਲੇਕਿਨ ਆਉਣ ਦੀ ਸੰਭਾਵਨਾ ਹੋ ਜਾਂਦੀ ਹੈ। ਦੂਜਾ ਹੈ ਇਸਦਾ ਜੈਵਿਕ ਕਾਰਨ, ਜਿਸ ਤਰ੍ਹਾਂ ਸਾਡੇ ਦਿਮਾਗ ਦੇ ਅੰਦਰ ਕੁਝ ਕੈਮੀਕਲਸ ਨੇ ਉਹ ਇੰਬੈਲੈਂਸ ਹੋ ਜਾਣ ਤਾਂ ਬੰਦਾ ਡਿਪਰੈਸ਼ਨ ਦਾ ਜਾਂ ਨਿਊਰੋਸਥੀਨੀਆ ਦਾ ਜਾਂ ਪਰਸਨੈਲਿਟੀ ਡਿਸਆਰਡਰ ਦਾ, ਹਿਸਟੀਰੀਆ ਦਾ ਜਾਂ ਫੋਬੀਆ ਆਦਿਕ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਉਸ ਬੰਦੇ ਦੇ ਅੰਦਰ ਡਿਪਰੈਸ਼ਨ ਆਦਿਕ ਆ ਜਾਂਦਾ ਹੈ, ਕੈਮੀਕਲ ਇੰਬੈਲੈਂਸ ਹੋ ਜਾਣ। ਤੀਜਾ ਇਸਦਾ ਕਾਰਨ ਹੈ ਸਮਾਜ, ਰਿਸ਼ਤਿਆਂ, ਧਰਮ ਜਾਂ ਰਾਜਨੀਤੀ ਦੇ ਅੰਦਰ ਹੋਈ ਉਥਲ ਪੁਥਲ, ਜੀਵਨ ਸ਼ੈਲੀ ਦੇ ਅੰਦਰ ਬਦਲਾਵ, ਤੇ ਬੰਦਾ ਉਹਨੂੰ ਬੈਲੈਂਸ ਨਹੀਂ ਕਰ ਪਾਉਂਦਾ, ਉਹ ਬੰਦਾ ਸ਼ਿਕਾਰ ਹੋ ਜਾਂਦਾ ਹੈ। ਕਈਆਂ ਦੇ ਅੰਦਰ ਹੀਨ ਭਾਵਨਾ ਹੁੰਦੀ ਹੈ, ਉਹ ਹੀਨ ਭਾਵਨਾ ਚੋਂ ਬਾਹਰ ਨਹੀਂ ਆਉਂਦੇ, ਇਸ ਕਰਕੇ ਉਹ ਇਹਦਾ ਸ਼ਿਕਾਰ ਹੋ ਜਾਂਦੇ ਨੇ। ਤਾਂ ਹੁਣ ਇਹ ਬੰਧਨ ਹੋ ਗਿਆ ਨਾ, ਇਹ ਆਪਣਾ ਪੈਦਾ ਕੀਤਾ ਹੋਇਆ ਬੰਧਨ ਹੈ। ਔਰ ਆਪ ਇਹ ਦਿਮਾਗੀ ਬਿਮਾਰੀਆਂ ਬਹੁਤ ਸਾਰੇ ਲੋਕ ਸਹਿੜ ਲੈਂਦੇ ਨੇ ਔਰ ਜਿਨ੍ਹਾਂ ਦੇ ਅੰਦਰ ਫਿਰ ਐਸੇ ਜਿਹੜੇ ਲੋਕ ਨੇ ਉਹਨਾਂ ਦਾ ਸੰਬੰਧ ਵੀ ਠੀਕ ਨਹੀਂ ਰਹਿੰਦਾ। ਘਰ ਦੇ ਵਿੱਚ ਕਿਸੇ ਕਮਰੇ ਵਿੱਚ ਪੈ ਰਹਿਣਗੇ, ਉਹ ਕਿਸੇ ਦੇ ਨਾਲ ਬੋਲਣਾ ਪਸੰਦ ਨਹੀਂ ਕਰਨਗੇ, ਕਿਸੇ ਦੇ ਨਾਲ ਵਿਹਾਰ ਕਰਨਾ ਪਸੰਦ ਨਹੀਂ ਕਰਨਗੇ। ਕਈ ਵਾਰੀ ਡਿਪਰੈਸ਼ਨ ਆਦਿਕ ਦੇ ਅੰਦਰ ਬੰਦੇ ਨੂੰ ਭੁੱਖ ਜ਼ਿਆਦਾ ਲੱਗਦੀ ਹੈ, ਉਹ ਵੇਟ ਵਧਾ ਦਿੰਦਾ ਹੈ। ਕਈਆਂ ਨੂੰ ਭੁੱਖ ਬਿਲਕੁਲ ਨਹੀਂ ਲੱਗਦੀ, ਉਹ ਵੇਟ ਘਟਾ ਦਿੰਦੇ ਨੇ। ਤਾਂ ਇਹ ਸਾਰੇ ਕੀ ਨੇ? ਬੰਧਨ ਬਣ ਗਏ ਨਾ। ਦੂਜਾ ਹੈ ਸੁਪਰੀਓਰਿਟੀ ਕੰਪਲੈਕਸ। ਹੁਣ ਸੁਪਰੀਓਰਿਟੀ ਕੰਪਲੈਕਸ ਦੇ ਅੰਦਰ ਵੀ ਬੰਦਾ ਹੋਮੇ ਵਿੱਚ ਕਰਮ ਕਰਦਾ ਹੈ, ਨੀਵਾਂ ਵਿਖਾਉਂਦਾ ਹੈ। ਇਸ ਤਰ੍ਹਾਂ ਉਹਦੇ ਸੰਬੰਧ ਟੁੱਟੀ ਜਾਂਦੇ ਨੇ, ਉਹਦੇ ਲੋਕ ਵਿਰੋਧੀ ਹੋਈ ਜਾਂਦੇ ਨੇ ਔਰ ਆਖਿਰ ਉਹਦੇ ਸਮਾਜ ਨਾਲੋਂ, ਪਰਿਵਾਰ ਨਾਲੋਂ ਕਈ ਵਾਰ ਸੰਬੰਧ ਟੁੱਟ ਜਾਂਦੇ ਨੇ। ਤਾਂ ਇਹ ਸਾਡੇ ਆਪਣੇ ਬੰਧਨ ਨੇ। ਇਸੇ ਤਰ੍ਹਾਂ ਹੋਮੇ ਦੇ ਅੰਦਰ ਕਈ ਲੋਕ ਨੇ ਕਿ ਮੈਂ ਤਾਂ ਸਿਰਫ ਤੀਰਥ ਇਸ਼ਨਾਨ ਨਹੀਂ ਕਰਨਾ ਹੈ ਜਾਂ ਕੁਝ ਕਰਨਾ ਹੈ, ਉਹਨਾਂ ਬੰਧਨਾਂ ਦੇ ਅੰਦਰ ਬੰਦਾ ਫਸਿਆ ਰਹਿੰਦਾ ਹੈ। ਤੇ ਇਹਦਾ ਰਿਜ਼ਲਟ ਕੀ ਨਿਕਲਦਾ ਹੈ? ਫਿਰ ਜੋਨੀ ਪਾਹੇ। ਜੋਨੀ ਦਾ ਮਤਲਬ ਇੱਥੇ ਹੈ ਪਸ਼ੂ ਬਿਰਤੀਆਂ। ਉਹ ਮੁੜ ਕੇ ਪਸ਼ੂ ਬਿਰਤੀਆਂ ਵਿੱਚ ਪੈਂਦਾ ਰਹਿੰਦਾ ਹੈ। ਇਹੋ ਜਿਹੇ ਲੋਕ ਦੇਖੋ, ਜੋਨੀਆਂ ਕੀ ਨੇ? ਗੁਰੂ ਜੀ ਕਹਿੰਦੇ ਨੇ ਪਾਵਨ ਬਾਣੀ ਵਿੱਚ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜੋ ਸੁਨੇ ਅੰਦਰ ਖੇਤ। ਔਰ ਗੁਰੂ ਜੀ ਦਾ ਪਾਵਨ ਬਚਨ, ਗੁਰ ਮੰਤਰਹੀਣ ਸੇ ਜੋ ਪ੍ਰਾਣੀ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਨਹੀਂ ਚੱਲ ਰਿਹਾ, ਗੁਰੂ ਦੇ ਉਪਦੇਸ਼ ਤੋਂ, ਜੋ ਸੱਚ ਤੋਂ ਜੋ ਉਲਟ ਹੈ, ਤ੍ਰਿਗੰਤ ਜਨਮ ਪ੍ਰਸ਼ਟਨ ਹੈ, ਕੂਕ ਰਹਿ ਸੂਕ ਰਹਿ ਗਰਦ ਬੈ ਕਾਕੈ ਸਰਪ ਨੇ ਤੁਲ ਖਲੇ। ਉਹ ਇਨਸਾਨ ਜੋ ਸੱਚ ਨਾਲੋਂ, ਅਸਲੀਅਤ ਨਾਲੋਂ ਟੁੱਟ ਜਾਂਦਾ ਹੈ, ਉਹ ਫਿਰ ਇਹਨਾਂ ਜੂਨੀਆਂ ਵਾਲੇ ਕਰਮ ਕਰੀ ਜਾਂਦਾ ਹੈ। ਕਦੇ ਕੁੱਤੇ ਵਾਲਾ ਸੁਭਾਅ ਬਣ ਗਿਆ, ਲਾਲਚੀ, ਦੂਜਿਆਂ ਦੇ ਹੱਕ ਖਾਣ ਲੱਗ ਗਿਆ। ਕਦੇ ਸੱਪ ਦੀ ਤਰ੍ਹਾਂ ਫੂੰ ਕਰਕੇ ਦੂਜਿਆਂ ਨੂੰ ਪੈ ਗਿਆ। ਕਦੇ ਹੰਕਾਰੀ ਬਣ ਕੇ ਹਾਥੀ ਦੀ ਚਾਲ ਚੱਲਣ ਲੱਗ ਗਿਆ ਔਰ ਕਦੀ ਬਘਿਆੜ ਦੀ ਤਰ੍ਹਾਂ ਦੂਜਿਆਂ ਨੂੰ ਪਾੜਨ ਲੱਗ ਗਿਆ। ਉਹ ਮੁੜ ਕੇ ਇਹਨਾਂ ਪਸ਼ੂ ਬਿਰਤੀਆਂ ਦੇ ਵਿੱਚ ਹੀ ਜ਼ਿੰਦਗੀ ਬਿਤਾਈ ਜਾਂਦਾ ਹੈ। ਇਹ ਹੋਮੇ ਦਾ ਸੁਭਾਅ ਹੈ। ਹੁਣ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਪੁੱਛ ਰਹੇ ਨੇ, ਇੱਕ ਸਵਾਲ ਪੁੱਛਦੇ ਨੇ। ਇਹ ਹੋਮੇ ਬਾਰੇ ਲੰਬੀ ਚੌੜੀ ਵਿਚਾਰ ਕਰਨ ਤੋਂ ਬਾਅਦ ਅਸੀਂ ਵੀ ਕਾਫੀ ਕੁਝ ਸਮਝਣ ਦਾ ਯਤਨ ਕੀਤਾ ਹੈ, ਜਿੰਨੀ ਸਾਡੀ ਮਤਬੁੱਧ ਹੈ। ਹੁਣ ਗੁਰੂ ਜੀ ਕਹਿੰਦੇ ਹਨ, ਹੋਮੇ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਹੇ। ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਹੋਮੇ ਪੈਦਾ ਕਿੱਥੋਂ ਹੁੰਦੀ ਹੈ? ਹੋਮੇ ਪੈਦਾ ਕਿੱਥੋਂ ਹੋਗੀ? ਚਾਹੇ ਤਾਂ ਸਵਾਭਿਮਾਨ ਹੈ, ਉਹਦਾ ਚੰਗਾ ਸਰੂਪ ਹੈ, ਚਾਹੇ ਹੀਨ ਭਾਵਨਾ, ਇਨਫੀਰੀਓਰਿਟੀ ਕੰਪਲੈਕਸ ਹੈ, ਔਰ ਚਾਹੇ ਦੂਜਿਆਂ ਨਾਲੋਂ ਆਪਣੇ ਆਪ ਨੂੰ ਚੰਗੇਰਾ ਸਮਝਣਾ, ਸੁਪਰੀਓਰਿਟੀ ਕੰਪਲੈਕਸ। ਇਹ ਸਾਰਾ ਕੁਝ ਪੈਦਾ ਕਿਵੇਂ ਹੋ ਗਿਆ? ਹੋਮੇ ਕਿੱਥੋਂ ਉਪਜੇ, ਪੈਦਾ ਕਿੱਥੋਂ ਹੁੰਦੀ ਹੈ? ਸਭ ਤੋਂ ਪਹਿਲਾਂ ਸਾਨੂੰ ਇਹਦਾ ਪਤਾ ਲੱਗ ਜਾਏ ਕਿ ਇਹਦਾ ਕਾਰਨ ਇਹ ਹੈ। ਜਦੋਂ ਕਿਸੇ ਰੋਗ ਦਾ ਕਾਰਨ ਪਤਾ ਲੱਗ ਜਾਏ
ਤਾਂ ਉਸ ਦਾ ਇਲਾਜ ਵੀ ਹੋ ਸਕਦਾ ਹੈ। ਤੇ ਜੇ ਰੋਗ ਦੇ ਕਾਰਨ ਦਾ ਨਹੀਂ ਪਤਾ, ਰੋਗ ਦੀ ਪਹਿਚਾਣ ਨਹੀਂ ਹੈ, ਤਾਂ ਫਿਰ ਉਸ ਦਾ ਇਲਾਜ ਵੀ ਨਹੀਂ ਹੋਏਗਾ। ਜਿਵੇਂ ਦੇਖੋ, ਮੈਂ ਥੋੜੀ ਜਿਹੀ ਬੇਨਤੀ ਕਰਦਿਆਂ, ਸਾਡੇ ਘਰਾਂ ਦੇ ਅੰਦਰ ਕਿੰਨੇ ਸਾਰੇ ਕਲ ਕਲੇਸ਼ ਨੇ, ਤੇ ਬਹੁਤੇ ਜੋ ਲੋਕ ਨੇ ਜਿਨ੍ਹਾਂ ਨੇ ਮਨੋਵਿਗਿਆਨ ਪੜ੍ਹਿਆ ਹੈ ਜਾਂ ਮਨੋਵਿਗਿਆਨ ਦੀ ਜੋ ABCD ਬਾਰੇ ਵੀ ਜਾਣਦੇ ਹਨ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਸਾਡੇ ਬਹੁਤੇ ਘਰਾਂ ਦੇ ਅੰਦਰ ਜੋ ਕਲ ਕਲੇਸ਼ ਨੇ, ਉਹ ਸਾਡੇ ਮਾਨਸਿਕ ਰੋਗਾਂ ਦਾ ਨਤੀਜਾ ਵੀ ਨੇ। ਮਾਨਸਿਕ ਰੋਗਾਂ ਦਾ ਨਤੀਜਾ, ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਬੇਨਤੀ ਕੀਤੀ ਹੈ, ਪੈਰਾਨਾਇਡ ਪਰਸਨੈਲਿਟੀ ਡਿਸਆਰਡਰ ਹੈ, ਕਈਆਂ ਦੇ ਅੰਦਰ ਐਂਟੀ ਸੋਸ਼ਲ ਜਿਹੜਾ ਹੈ ਫੋਬੀਆ ਉਹਨਾਂ ਨੂੰ ਹੋ ਜਾਂਦਾ ਹੈ, ਐਂਟੀ ਸੋਸ਼ਲ ਪਰਸਨੈਲਿਟੀ ਡਿਸਆਰਡਰ, ਕਿ ਉਹ ਸਮਾਜ ਦੇ ਚਲੇ ਆਏ ਕਾਇਦੇ ਕਾਨੂੰਨਾਂ ਦੇ ਖਿਲਾਫ ਕੰਮ ਕਰਦੇ ਨੇ। ਹੁਣ ਇੱਕ ਰੋਗ ਹੈ, ਅਸੀਂ ਸਮਝ ਲਵਾਂਗੇ ਇਸ ਬੰਦੇ ਦੀ ਗਲਤੀ ਹੈ। ਮੇਰਾ ਕਹਿਣ ਦਾ ਕਦਾਚਿਤ ਭਾਵ ਨਹੀਂ ਕਿ ਗਲਤੀ ਨਹੀਂ, ਲੇਕਿਨ ਉਹ ਗਲਤੀ ਰੋਗ ਕਰਕੇ ਕਰ ਰਿਹਾ ਹੈ। ਉਹਦੀ ਆਦਤ ਜਿਹੜੀ ਇੱਕ ਰੋਗ ਬਣ ਗਈ ਹੈ, ਐਂਟੀ ਸੋਸ਼ਲ ਪਰਸਨੈਲਿਟੀ ਡਿਸਆਰਡਰ। ਕਈਆਂ ਦੇ ਅੰਦਰ ਹੰਕਾਰੀ ਬਿਰਤੀ ਰੋਗ ਹੋ ਜਾਂਦਾ, ਜਿਵੇਂ ਪੈਰਾਨਾਇਡ ਪਰਸਨੈਲਿਟੀ ਡਿਸਆਰਡਰ ਦੀ ਮੈਂ ਗੱਲ ਕਰ ਰਿਹਾ ਸੀ। ਕਈ ਲੋਕ ਨੇ ਬੰਦ ਕਮਰਿਆਂ ਵਿੱਚ ਉਹਨਾਂ ਨੂੰ ਡਰ ਲੱਗਦਾ ਹੈ, ਲਿਫਟ ਵਿੱਚ ਨਹੀਂ ਜਾ ਸਕਦੇ। ਕਈ ਲੋਕਾਂ ਨੂੰ ਉਚਾਈ ਤੋਂ ਡਰ ਲੱਗਦਾ ਹੈ। ਕਈਆਂ ਦੇ ਮਨ ਵਿੱਚ ਸ਼ੱਕ ਹੁੰਦਾ ਹੈ ਕਿ ਮੇਰੀ ਪਤਨੀ ਜਾਂ ਮੇਰਾ ਪਤੀ ਜਾਂ ਮੇਰਾ ਕੋਈ ਰਿਸ਼ਤੇਦਾਰ ਮੇਰੇ ਖਿਲਾਫ ਸਾਜ਼ਿਸ਼ ਰਚ ਰਹੇ ਨੇ। ਇਹ 2000 ਕਿਸਮ ਦਾ ਫੋਬੀਆ ਹੈ ਤੇ ਇਹ ਬਿਮਾਰੀ ਹੈ। ਸ਼ੁਰੂਆਤੀ ਦੌਰ ਦੇ ਅੰਦਰ ਇਹਨਾਂ ਚੀਜ਼ਾਂ ਦਾ ਇਲਾਜ ਕਾਉਂਸਲਿੰਗ ਦੇ ਨਾਲ ਹੋ ਜਾਂਦਾ ਹੈ। ਜੇ ਬੰਦੇ ਦਾ ਪਤਾ ਲੱਗਦਾ ਹੈ ਨਾ ਕਿ ਇਹਦੇ ਅੰਦਰ ਇਹ ਰੋਗ ਕਿਉਂ ਪੈਦਾ ਹੋਇਆ ਹੈ, ਇਹਦੀਆਂ ਕਿਹੜੀਆਂ ਦਮਿਤ ਇੱਛਾਵਾਂ ਸਨ, ਤਾਂ ਉਹਦੀ ਕਾਉਂਸਲਿੰਗ ਜੋ ਹੈ ਸਾਈਕੋਥੈਰੇਪਿਸਟ ਜਾਂ ਸਾਈਕੋਲੋਜਿਸਟ ਕਰ ਦਿੰਦੇ ਨੇ, ਜਾਂ ਕੋਈ ਸਿਆਣਾ ਮਨੁੱਖ ਜਿਹੜਾ ਆਮ ਘਰਾਂ ਦੇ ਅੰਦਰ ਜਿਸਨੇ ਮਨੋਵਿਗਿਆਨ ਬਾਰੇ ਜੋ ਨੌਲੇਜ ਰੱਖਦਾ ਹੈ, ਉਹ ਕਾਉਂਸਲਿੰਗ ਕਰ ਦੇਵੇ, ਸਮਝਾ ਦੇਵੇ, ਤਾਂ ਬੰਦੇ ਦਾ ਇਹ ਰੋਗ ਜਿਹੜਾ ਦੂਰ ਹੋ ਜਾਂਦਾ ਹੈ, ਥੋੜੇ ਅਭਿਆਸ ਦੇ ਨਾਲ, 5-7 ਕਲਾਸਾਂ ਲੈਣ ਦੇ ਨਾਲ। ਤੇ ਜੇ ਰੋਗ ਡੀਪਲੀ ਚਲਾ ਗਿਆ ਹੈ, ਥੋੜਾ ਗਹਿਰਾ ਹੈ, ਜਾਂ ਕੈਮੀਕਲ ਇੰਬੈਲੈਂਸ ਕਰਕੇ ਹੈ, ਜਾਂ ਇਹਦੇ ਕੁਝ ਹੋਰ ਕਾਰਨ ਨੇ, ਤਾਂ ਫਿਰ ਇਸ ਦਾ ਅੱਜ ਕੱਲ ਇਲਾਜ ਹੋ ਜਾਂਦਾ ਹੈ। ਸਾਈਕੈਟ੍ਰਿਕ ਜੋ ਲੋਕ ਨੇ, ਜੋ ਡਾਕਟਰ ਨੇ ਦਿਮਾਗ ਦੇ, ਉਹ ਲੋਕ ਦਵਾਈਆਂ ਦੇ ਨਾਲ ਵੀ ਇਹਨਾਂ ਦਾ ਇਲਾਜ ਹੁੰਦਾ। ਪਹਿਲਾਂ ਹੁੰਦਾ ਸੀ ਨਾ ਕਿ ਵਹਿਮ ਦਾ ਕੋਈ ਇਲਾਜ ਨਹੀਂ, ਅੱਜ ਵਹਿਮ ਦਾ ਇਲਾਜ ਵੀ ਹੈ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਰੋਗ ਪੈਦਾ ਕਿਵੇਂ ਹੁੰਦਾ ਹੈ। ਜੋ ਸਾਈਕੈਟ੍ਰਿਕ ਸਾਈਕੋਲੋਜਿਸਟ ਨੇ, ਜਦੋਂ ਅਸੀਂ ਉਹਨਾਂ ਦੇ ਕੋਲ ਜਾਂਦੇ ਹਾਂ ਆਪਣਾ ਕੋਈ ਰੋਗ ਲੈ ਕੇ, ਤਾਂ ਉਹ ਬੜੇ ਧਿਆਨ ਦੇ ਨਾਲ ਸਾਡੀਆਂ ਗੱਲਾਂ ਸੁਣਦੇ ਨੇ। ਪਹਿਲੋਂ ਸਾਨੂੰ ਸੁਣਦੇ ਨੇ ਪੂਰੇ ਤੌਰ ਤੇ, ਫਿਰ ਉਹ ਸਾਡੇ ਤੋਂ ਕੁਝ ਸਵਾਲ ਪੁੱਛਦੇ ਨੇ। ਉਹਨਾਂ ਸਵਾਲਾਂ ਰਾਹੀਂ ਉਹ ਲੱਭਣ ਦਾ ਯਤਨ ਕਰਦੇ ਨੇ ਕਿ ਰੋਗ ਦਾ ਕਾਰਨ ਕੀ ਹੈ। ਫਿਰ ਉਸ ਹਿਸਾਬ ਦੇ ਨਾਲ ਉਸ ਦਾ ਇਲਾਜ ਕੀਤਾ ਜਾਂਦਾ ਹੈ, ਚਾਹੇ ਉਹ ਦਵਾਈ ਦੇਣੀ ਹੈ, ਜਾਂ ਬਿਹੇਵੀਅਰ ਥੈਰੇਪੀ ਹੈ, ਜਾਂ CBT ਕੋਗਨੇਟਿਵ ਬਿਹੇਵੀਅਰ ਥੈਰੇਪੀ ਹੈ, ਜਾਂ ਮਤਲਬ ਨਾਲ ਕੁਝ ਰਿਲੈਕਸੇਸ਼ਨ ਟੈਕਨੀਕਸ ਨੇ। ਔਰ ਕਈਆਂ ਨੂੰ ਇਹ ਤਿੰਨੇ ਇਲਾਜ ਉਹ ਇਕੱਠੇ ਹੀ ਦੇ ਕੇ ਤੇ ਬੰਦੇ ਨੂੰ ਬਹੁਤ ਸਾਰੇ ਲੋਕ ਦਿਮਾਗ ਵਾਲੇ ਡਾਕਟਰਾਂ ਦੇ ਕੋਲ ਜਾਣ ਤੋਂ ਕਤਰਾਉਂਦੇ ਨੇ, ਕਿਉਂਕਿ ਸਾਡੇ ਲੋਕਾਂ ਨੇ ਇੱਕ ਸਮਝ ਲਿਆ ਕਿ ਡਾਕਟਰ ਜਿਹੜੇ ਦਿਮਾਗ ਦੇ ਨੇ, ਉਹਨਾਂ ਕੋਲ ਸਿਰਫ ਉਹ ਹੀ ਜਾਂਦੇ ਨੇ ਜਿਹੜੇ ਪਾਗਲ ਹੋਣ। ਐਸਾ ਨਹੀਂ ਹੈ। ਮਾਨਸਿਕ ਰੋਗ ਨੇ ਇਹ, ਹੋਮਿਓਪੈਥਿਕ ਮਾਨਸਿਕ ਰੋਗ ਪੈਦਾ ਕਰ। ਹੁਣ ਡਾਕਟਰ ਵੀ ਸਾਡਾ ਕਾਰਨ ਲੱਭਦੇ ਨੇ, ਤੇ ਗੁਰੂ ਅੰਗਦ ਦੇਵ ਜੀ ਅੱਜ ਤੋਂ 500 ਸਾਲ ਪਹਿਲਾਂ ਕਹਿ ਰਹੇ ਨੇ ਕਿ ਇਹਦਾ ਕਾਰਨ ਕੀ ਹੈ, ਪੈਦਾ ਕਿੱਥੋਂ ਹੁੰਦੀ ਹੈ, ਹੋਮੇ ਕਿੱਥੋਂ ਉਪਜੇ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਹੈ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ, ਕਿ ਵੈਦਾ ਵੈਦ ਸੁਵੈਦ ਤੂੰ ਪਹਿਲਾਂ ਰੋਗ ਪਛਾਣ। ਕਿ ਇਹ ਇਲਾਜ ਕਰਨ ਵਾਲੇ ਡਾਕਟਰ, ਵੈਦ ਹਕੀਮ, ਤੂੰ ਤਾਂ ਸਿਆਣਾ ਵੈਦ ਹੈ, ਪਹਿਲਾਂ ਰੋਗ ਦੀ ਪਛਾਣ ਕਰ ਵੀ ਰੋਗ ਕੀ ਹੈ। ਜੇ ਰੋਗ ਦੀ ਪਛਾਣ ਨਾ ਹੋਵੇ, ਦਵਾਈ ਦਵੋਗੇ ਤੇ ਗੜਬੜ ਹੋ ਜਾਏਗੀ। ਦੂਜੀ ਗੱਲ ਹੈ, ਐਸਾ दारू ਲੋੜ ਲਹੋ ਜਿਤ ਵੰਜੈ ਰੋਗਾਂ ਕਾਣ। ਫਿਰ ਉਸ ਰੋਗ ਦੀ ਸਹੀ ਦਵਾਈ ਲੱਭ, ਰੋਗ ਦੀ ਪਛਾਣ ਹੋ ਜਾਏ ਤੇ ਰੋਗ ਦੀ ਸਹੀ ਦਵਾਈ ਮਿਲ ਜਾਏ, ਫਿਰ ਬੰਦੇ ਦਾ ਰੋਗ ਦੂਰ ਹੋ। ਤਾਂ ਗੁਰੂ ਅੰਗਦ ਪਾਤਸ਼ਾਹ ਜੀ ਕਹਿ ਰਹੇ ਨੇ, ਹੋਮੇ ਕਿੱਥੋਂ ਉਪਜੈ। ਇਹ ਸੁਪਰੀਓਰਿਟੀ ਕੰਪਲੈਕਸ ਜਾਂ ਇਨਫੀਰੀਓਰਿਟੀ ਕੰਪਲੈਕਸ ਪੈਦਾ ਕਿੱਥੋਂ ਹੁੰਦੇ ਨੇ। ਕਿਤ ਸੰਜਮ ਇਹ ਜਾਏ, ਸੰਜਮ ਦਾ ਮਤਲਬ ਤਰੀਕਾ। ਫਿਰ ਇਹ ਕਿਸ ਢੰਗ ਦੇ ਨਾਲ ਜਾ ਸਕਦੀ ਹੈ।
ਇਹ ਚੀਜ਼ ਵਿਚਾਰਨ ਵਾਲੀ ਹੈ। ਹਉਮੈ ਦੀ ਦੇਖੋ ਕਿੱਡੀ ਲੰਬੀ ਚੌੜੀ ਵਿਆਖਿਆ ਕਰਕੇ ਹੁਣ ਕਾਰਨ ਪੁੱਛ ਰਹੇ ਨੇ ਕਿ ਕਾਰਨ ਕੀ ਹੈ ਔਰ ਇਸ ਹਉਮੈ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ। ਜੇ ਕਾਰਨ ਦਾ ਪਤਾ ਲੱਗ ਜਾਏ ਔਰ ਉਹਦਾ ਇਲਾਜ ਸਾਡੀ ਸਮਝ ਵਿੱਚ ਆ ਜਾਏ ਤਾਂ ਇਹਨਾਂ ਦੋਵਾਂ ਰੋਗਾਂ ਤੋਂ ਬੰਦਾ ਮੁਕਤ ਹੋ ਕੇ ਆਪਣੇ ਜੀਵਨ ਨੂੰ ਚੰਗਾ ਸੁਚੱਜਾ ਬਣਾ ਸਕਦਾ ਹੈ, ਆਪਣੇ ਪਰਿਵਾਰ ਦੇ ਅੰਦਰ ਖੁਸ਼ੀਆਂ ਪੈਦਾ ਕਰ ਸਕਦਾ ਹੈ ਔਰ ਇਸ ਪੂਰੇ ਦੇ ਪੂਰੇ ਸਮਾਜ ਨੂੰ ਸੁਖੀ ਔਰ ਸ਼ਾਂਤ ਕੀਤਾ ਜਾ ਸਕਦਾ ਹੈ। ਤਾਂ ਹੁਣ ਅੱਗੇ ਇਹਦਾ ਕਾਰਨ ਦੱਸ ਰਹੇ ਨੇ, ਪੈਦਾ ਕਿੱਥੋਂ ਹੁੰਦੀ ਹੈ। ਹਉਮੈ ਇਹੋ ਹੁਕਮ ਹੈ ਕਿ ਹਉਮੈ ਜੋ ਰੱਬੀ ਹੁਕਮ ਦੇ ਅੰਦਰ ਪੈਦਾ ਹੋ ਰਹੀ ਹੈ, ਹੁਕਮ ਵਿੱਚ, ਰੱਬੀ ਭਾਣੇ ਵਿੱਚ। ਤੇ ਦੇਖੋ ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਜੇ ਇਸ ਕਲਾਸ ਦੇ ਵਿੱਚ ਆਪ ਥੋੜਾ ਜਿਹਾ ਧਿਆਨ ਦੇ ਨਾਲ ਕਲਾਸ ਅਟੈਂਡ ਕਰੋਗੇ ਨਾ, ਕੁਝ ਲਫ਼ਜ਼ਾਂ ਨੂੰ ਆਪਣੇ ਦਿਮਾਗ ਵਿੱਚ ਬਿਠਾ ਲਓਗੇ ਤਾਂ ਇੱਥੋਂ ਬਹੁਤ ਕੁਝ ਸਾਨੂੰ ਇੱਕ ਦੂਜੇ ਤੋਂ ਲੱਭਣ ਦਾ ਮੌਕਾ ਮਿਲੇਗਾ, ਬਹੁਤ ਕੁਝ ਮਿਲੇਗਾ। ਹੁਣ ਮੈਂ ਪਹਿਲੇ ਦਿਨ ਬੇਨਤੀ ਕੀਤੀ ਸੀ ਕਿ ਹੁਕਮ, ਰਜਾ, ਭਾਣਾ ਜਾਂ ਲੇਖ ਇਹ ਕਿਹਨੂੰ ਕਹਿੰਦੇ ਨੇ? ਕਿਹਨੂੰ ਕਹਿੰਦੇ ਨੇ? ਇਹਦਾ ਮਤਲਬ ਸਿਸਟਮ, ਲਾ ਆਫ ਨੇਚਰ। ਲਾ ਆਫ ਨੇਚਰ, ਕੁਦਰਤ ਦਾ ਇੱਕ ਬਜਵਾਂ ਨਿਯਮ। ਉਸ ਨੇਮ ਦੇ ਅੰਦਰ, ਕੁਦਰਤੀ ਨੇਮਾਂ ਅੰਦਰ, ਪ੍ਰਭੂ ਦੇ ਭਾਣੇ ਵਿੱਚ, ਰਜਾ ਵਿੱਚ ਜਾਂ ਸਿਸਟਮ ਰਾਹੀਂ ਇਹ ਪੈਦਾ ਹੋ ਰਹੀ ਹੈ। ਕਿਵੇਂ ਪੈਦਾ ਹੋ ਜਾਂਦੀ ਹੈ? ਕਿਉਂਕਿ ਅਸੀਂ ਜਦੋਂ ਬੱਚੇ ਸਾਂ ਤਾਂ ਅਸੀਂ, ਸਾਡੇ ਅੰਦਰ ਨਾ ਹਉਮੈ ਸੀ, ਨਾ ਨਿਮਰਤਾ ਸੀ, ਕੁਛ ਵੀ ਨਹੀਂ, ਦਿਮਾਗ ਖਾਲੀ। ਫਿਰ ਸਾਡੀ ਪ੍ਰੀਤ ਦੇਖੋ ਕਿੱਥੋਂ ਸ਼ੁਰੂ ਹੋ ਰਹੀ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ। ਮਾਂ ਨਾਲ ਪਿਆਰ, ਪਿਓ ਨਾਲ ਪਿਆਰ, ਮਾਂ ਬਾਪ ਦੀ ਪਹਿਚਾਨ, ਭਰਾ ਭਰਜਾਈਆਂ ਦੀ ਪਹਿਚਾਨ, ਭੈਣਾਂ ਦੀ ਪਛਾਣ। ਚੌਥੇ ਪਿਆਰ ਉਪੰਨੀ ਖੇਡ, ਅੱਗੇ ਫਿਰ ਬੱਚਿਆਂ ਦੇ ਅੰਦਰ ਖੇਲਣਾ ਹੈ। ਪੰਜਵੇਂ ਖਾਣ ਪੀਣ ਕੀ ਧਾਤ, ਫਿਰ ਖਾਣ ਪੀਣ ਦੇ ਪਦਾਰਥ। ਛੇਵੇਂ ਕਾਮ ਨਾ ਪੁੱਛੇ ਜਾਤ, ਕਾਮ ਵਾਸਨਾਵਾਂ ਦੇ ਵਿੱਚ ਖਚਤ। ਸਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ। ਐਵੇਂ ਇਸ ਮਨੁੱਖ ਦੇ ਜੀਵਨ ਦੀ ਘਾੜਤ ਘੜੀ ਜਾ ਰਹੀ ਹੈ। ਹੁਣ ਇਹ ਜੋ ਕੁਝ ਵੀ ਮੈਂ ਜਾਂ ਤੁਸੀਂ ਸਿੱਖਿਆ ਹੈ, ਕੁਝ ਤੇ ਸਾਡੇ ਅੰਦਰ DNA ਵਿੱਚ ਪੈਤ੍ਰਿਕ ਤੌਰ ਤੇ ਸਾਡੇ ਵਿੱਚ ਗੁਣ ਆ ਰਹੇ ਨੇ, ਕੁਝ ਅਸੀਂ ਇਸ ਸਮਾਜ ਵਿੱਚੋਂ ਸਿੱਖਿਆ ਹੈ, ਮਾਂ-ਬਾਪ ਤੋਂ, ਭੈਣ ਭਰਾਵਾਂ ਤੋਂ, ਸਕੂਲ ਵਿੱਚੋਂ, ਰੇਡੀਓ ਤੋਂ, ਟੀਵੀ ਤੋਂ, ਇੱਥੋਂ ਅਸੀਂ ਸਿੱਖ ਰਹੇ ਹਾਂ। ਜੈਸਾ ਕੋਈ ਸਿੱਖਦਾ ਹੈ, ਜੈਸੀ ਕਿਸੇ ਦਾ DNA ਔਰ ਜੈਸਾ ਕਿਸੇ ਦਾ ਐਕਸਪੀਰੀਅੰਸ ਹੁੰਦਾ ਹੈ, ਫਿਰ ਉਧਰ ਹੀ ਸਾਰੀ ਜ਼ਿੰਦਗੀ ਉਹਦੀ ਸ਼ਕਤੀ ਕੰਮ ਕਰਦੀ ਹੈ ਤੇ ਉਹਨਾਂ ਕਰਮਾਂ ਦਾ ਫਲ ਉਹਨੂੰ ਮਿਲ ਹੀ ਜਾਂਦਾ ਹੈ। ਇਸ ਲਈ ਜ਼ਰੂਰਤ ਹੈ ਕਿ ਜੋ ਦੋਸ਼ ਸਾਡੇ ਵਿੱਚ ਆ ਗਏ ਨੇ, ਉਹ ਅੱਗੇ ਅਸੀਂ ਆਪਣੇ ਬੱਚਿਆਂ ਵਿੱਚ ਜਾਂ ਨੌਜਵਾਨ ਪੀੜ੍ਹੀ ਦੇ ਅੰਦਰ ਜਾਣ ਤੋਂ ਰੋਕੀਏ। ਬੱਚੇ ਦੀ ਸ਼ੁਰੂ ਤੋਂ ਲੈ ਕੇ ਪਾਲਣਾ ਠੀਕ ਹੋਵੇ ਤਾਂ ਇਹ ਸਿਸਟਮ ਦੇ ਅੰਦਰ ਪੈਦਾ ਹੋ ਰਹੀ ਹੈ। ਜਿਵੇਂ ਦੇ ਬੰਦਾ ਵਿਚਾਰ ਬਣਾਉਂਦਾ ਹੈ, ਸੋਚਦਾ ਹੈ, ਕਲਪਨਾ ਕਰਦਾ ਹੈ, ਉਹਦੇ ਅੰਦਰ ਉਹ ਸੰਸਕਾਰ ਬਣੀ ਜਾਂਦੇ ਨੇ, ਇੱਕ ਨਿਊਰੋਪਾਥ ਬਣ ਜਾਂਦਾ ਹੈ। ਉਹ ਸੰਸਕਾਰ ਉਹਦਾ ਸੁਭਾਅ ਬਣ ਜਾਂਦੇ ਨੇ, ਉਹਦੀ ਆਦਤ ਬਣ ਜਾਂਦੇ ਨੇ ਤੇ ਫਿਰ ਉਹਨਾਂ ਆਦਤਾਂ ਮੁਤਾਬਕ ਬੰਦਾ ਜ਼ਿੰਦਗੀ ਜੀਵੀ ਜਾਂਦਾ ਹੈ। ਤਾਂ ਇਹ ਸਭ ਇਸ ਸਿਸਟਮ ਦੇ ਅੰਦਰ ਪੈਦਾ ਹੋ ਰਿਹਾ ਹੈ। ਤਾਂ ਸਾਨੂੰ ਇਹ ਸਿਸਟਮ ਸਮਝਣਾ ਪਵੇਗਾ। ਕੱਲ ਕਿਹਾ ਸੀ ਨਾ, ਹਉਮੈ ਬੁੱਝ ਹੈ। ਪਹਿਲਾਂ ਤਾਂ ਸਾਨੂੰ ਆਪਣੀ ਹਉਮੈ ਬੁੱਝਣੀ ਪਵੇਗੀ ਕਿ ਪੈਦਾ ਕਿੱਥੋਂ ਹੋਈ, ਕਿ ਮੇਰੇ ਅੰਦਰ ਕਿਹੜੀ ਹਉਮੈ ਦਾ ਰੂਪ ਹੈ। ਇਨਫੀਰੀਓਰਿਟੀ ਕੰਪਲੈਕਸ ਹੈ ਜਾਂ ਸੁਪਰੀਓਰਿਟੀ ਕੰਪਲੈਕਸ ਹੈ, ਪਹਿਲਾਂ ਤਾਂ ਅਸੀਂ ਇਹ ਪਛਾਣਨਾ ਹੈ। ਜਦੋਂ ਇਸ ਚੀਜ਼ ਦੀ ਪਹਿਚਾਨ ਆ ਜਾਏ, ਸਮਝ ਆ ਜਾਏ, ਬੰਦਾ ਮੰਨ ਲਵੇ ਕਿ ਮੇਰੇ ਅੰਦਰ ਇਹ ਚੀਜ਼ ਹੈ, ਤੇ ਫਿਰ ਉਹਦਾ ਕਾਰਨ ਖੋਜੇ ਕਿ ਇਹ ਪੈਦਾ ਕਿਵੇਂ ਹੋ ਗਈ। ਮੇਰਾ ਸੰਗਤ ਕਿੰਨਾ ਦੇ ਨਾਲ ਹੈ, ਮੈਂ ਲਿਟਰੇਚਰ ਕੈਸਾ ਪੜ੍ਹ ਰਿਹਾ ਹਾਂ, ਮੇਰੀ ਬੈਠਣ ਉੱਠਣ ਕਿਸ ਜਗ੍ਹਾ, ਕਿਸ ਟਾਈਪ ਦੀ ਹੈ, ਉਹਨਾਂ ਚੀਜ਼ਾਂ ਨੂੰ ਸਮਝੇ ਕਿ ਇਹ ਚੀਜ਼ ਇੱਥੋਂ ਆ ਰਹੀ ਹੈ। ਜਦੋਂ ਉਹਦਾ ਕਾਰਨ ਦਾ ਪਤਾ ਲੱਗ ਗਿਆ, ਫਿਰ ਅਗਲਾ ਹੈ ਕਿ ਕਿਤ ਸੰਜਮੇ ਜਾਏ। ਇੱਥੇ ਕਹਿ ਰਹੇ ਨੇ ਹਉਮੈ ਇਹੋ ਹੁਕਮ ਹੈ, ਭਇਐ ਕਿਰਤ ਫਿਰਾਹੇ। ਭਇਐ ਕਿਰਤ ਦਾ ਮਤਲਬ ਬਣੇ ਹੋਏ ਸੁਭਾਅ ਮੁਤਾਬਕ, ਫਿਰਾਹੇ ਦਾ ਮਤਲਬ ਲੋਕ ਵਿਚਰਦੇ ਨੇ, ਜ਼ਿੰਦਗੀ ਜੀਂਦੇ ਨੇ, ਜਿਵੇਂ ਦਾ ਕਿਸੇ ਦਾ ਸੁਭਾਅ ਬਣ ਗਿਆ
ਉਵੇਂ ਉਹ ਜ਼ਿੰਦਗੀ ਜੀਵੀ ਜਾ ਰਹੇ ਨੇ। ਦੇਖੋ ਅਸੀਂ ਕਲਾਸ ਵਿੱਚ ਹਾਂ ਤਾਂ ਅਸੀਂ ਕਿੰਨੇ ਵੀਰ ਭੈਣਾਂ ਇਕੱਠੇ ਬੈਠੇ ਹਾਂ, ਪਰ ਇੱਥੇ ਸਾਰਿਆਂ ਦਾ ਸਾਡਾ ਸੁਭਾਅ ਵੱਖਰਾ ਵੱਖਰਾ ਹੈ। ਥੋੜਾ ਥੋੜਾ ਸੁਭਾਅ ਸਾਰਿਆਂ ਦਾ ਵੱਖਰਾ ਹੈ। ਇੱਕ ਹੀ ਮਾਂ-ਬਾਪ ਦੇ 3 ਬੱਚੇ ਨੇ ਤਾਂ ਉਹਨਾਂ ਤਿੰਨਾਂ ਦਾ ਹੀ ਸੁਭਾਅ ਜਿਹੜਾ ਹੈ ਉਹ ਵੱਖਰਾ ਵੱਖਰਾ ਹੈ। ਸਮਾਜ ਵਿੱਚ ਕਿੰਨੇ ਸਾਰੇ ਲੋਕ ਨੇ, ਤਾਂ ਜਿਹੋ ਜਿਹਾ ਕਿਸੇ ਦਾ ਸੁਭਾਅ ਬਣ ਗਿਆ ਨਾ, ਉਵੇਂ ਦੀ ਫਿਰ ਉਹ ਜ਼ਿੰਦਗੀ ਜੀਵੀ ਜਾਂਦਾ। ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਸੁਭਾਅ ਨਹੀਂ ਬਦਲਿਆ ਜਾ ਸਕਦਾ, ਬਦਲਿਆ ਜਾ ਸਕਦਾ ਹੈ। ਆਦਤਾਂ ਸਿੱਖੀਆਂ ਜਾਂਦੀਆਂ ਨੇ, ਉਹਨਾਂ ਨੂੰ ਕਨਵਰਟ ਕੀਤਾ ਜਾ ਸਕਦਾ ਹੈ, ਪਰ ਉਹਦੇ ਵਾਸਤੇ ਯਤਨ ਦੀ ਲੋੜ ਹੈ। ਉਹਦਾ ਕਾਰਨ ਪਹਿਲਾਂ ਲੱਗ ਜਾਏ ਪਤਾ ਕਿ ਇਹ ਕਾਰਨ ਇਹਦਾ ਇਹ ਹੈ, ਤੇ ਫਿਰ ਉਹਦਾ ਇਲਾਜ ਪਤਾ ਲੱਗ ਜਾਏ ਕਿ ਇਸ ਮੈਥਡ ਦੇ ਨਾਲ ਇਹ ਚੀਜ਼ ਦੂਰ ਹੋ ਸਕਦੀ। ਹੁਣ ਅਗਲਾ ਬਚਨ ਕਰਦੇ ਨੇ, ਹਉਮੈ ਦੀਰਘ ਰੋਗ ਹੈ। ਦੀਰਘ ਦਾ ਮਤਲਬ ਬੜਾ ਵੱਡਾ, ਲੰਬਾ ਸਮਾਂ ਚੱਲਣ ਵਾਲਾ, ਭਿਆਨਕ, ਔਖਾ। ਤਾਂ ਇਹ ਹਉਮੈ ਇੱਕ ਬਹੁਤ ਵੱਡੀ ਬਿਮਾਰੀ ਹੈ। ਹਉਮੈ ਦੀਰਘ ਰੋਗ ਹੈ, ਬੜਾ ਭਿਆਨਕ ਰੋਗ ਹੈ, ਹਕੀਕਤ ਹੈ। ਚਾਹੇ ਇਨਫੀਰੀਓਰਿਟੀ ਕॉम्प्लेक्स है या सुपीरियोरिटी कॉम्प्लेक्स, कोई भी है, बड़ी माड़ी बीमारी है। जे हीन भावना पैदा हो गई तो बंदा किते भी कामयाब नहीं होएगा। डिप्रैशन का शिकार हो जाए बंदा, तो वेखो उन्हां लोकां नूं चंगियां चंगियां पोस्टां दे उत्ते लोग सन, चंगे चंगे वपार सन, डिप्रैशन के कारण उन्हां दी जिंदगी बर्बाद हो गई। घरां विच किन्ने लोग ने, समाज विच असीं वेखदे हां, और फिर असीं उन्हां नूं दोष दिंदे हां, इह ते घर ही पिया रहिंदा है, ते कख करदा ही नहीं, इह ते है ही है, जान के एवें करदा है। कोई भी ऐसी जिंदगी जान के नहीं जींदा। डिप्रैशन की बीमारी दे नाल जो जूझ रहे ने, उन्हां नूं वेखो की कंडीशन है उन्हां दी। इंडिया दे अंदर हर 7वां 8वां आदमी मानसिक रोगां दे नाल ग्रसिया होया है। अमेरिका दे अंदर सब तो ज्यादा अमीर लोग ने, लेकिन उत्थे सब तो ज्यादा मानसिक रोगी भी आप नूं मिलणगे। तां ਇਹ ਦੀਰਘ ਰੋਗ ਹੈ, ਲੰਬਾ ਰੋਗ ਹੈ, ਮਾੜੀ ਬਿਮਾਰੀ ਹੈ। ਤੇ ਜਿਨ੍ਹਾਂ ਦੇ ਅੰਦਰ ਹੰਕਾਰੀ ਬਿਰਤੀ ਹੈ, ਬੜੀ ਮਾੜੀ ਬਿਮਾਰੀ ਹੈ। ਪੈਰਾਨਾइड ਪਰਸਨੈਲਿਟੀ ਡਿਸਆਰਡਰ ਵਗੈਰਾ ਜਿਨ੍ਹਾਂ ਦੇ ਅੰਦਰ ਪੈਦਾ ਹੋ ਜਾਏ, ਬੜਾ ਔਖਾ ਹੈ। ਆਪ ਵੀ ਉਹ ਔਖੇ ਨੇ, ਜਿੱਥੇ ਜਾਣਗੇ ਉਹਨਾਂ ਨੂੰ ਔਖਾ ਕਰਨਗੇ। ਜਿਨ੍ਹਾਂ ਦੇ ਅੰਦਰ ਇਹ ਹਉਮੈ ਦੀ ਬਿਮਾਰੀ ਹੰਕਾਰ ਵਾਲੀ ਪੈਦਾ ਹੋ ਜਾਏ ਨਾ, ਸੁਪੀਰੀਓਰਿਟੀ ਕॉम्प्लेक्स ਪੈਦਾ ਹੋ ਜਾਏ, ਉਹਨਾਂ ਦੇ ਘਰਦਿਆਂ ਦਾ ਵੀ ਉਹਨਾਂ ਦੇ ਨਾਲ ਜਿਉਣਾ ਹਰਾਮ ਹੋ ਜਾਂਦਾ, ਉਹਨਾਂ ਦੇ ਸਾਥੀਆਂ ਦਾ ਜਿਉਣਾ ਹਰਾਮ ਹੋ ਜਾਂਦਾ ਹੈ, ਉਹਨਾਂ ਨਾਲੋਂ ਲੋਕੀ ਕੱਟ ਜਾਂਦੇ ਨੇ। ਔਰ ਇਹ ਹੰਕਾਰ ਦੀ ਬਿਰਤੀ ਵਾਲਾ ਬੰਦਾ ਕੋਈ ਵੀ ਕਿਸੇ ਦਾ ਨੁਕਸਾਨ ਵੀ ਕਰ ਦਿੰਦਾ ਹੈ। ਦੇਖੋ ਇਤਿਹਾਸ ਪੜ੍ਹ ਕੇ ਕਿੱਡੇ ਕਿੱਡੇ ਵੱਡੇ ਹੰਕਾਰੀ ਬਾਦਸ਼ਾਹ ਹੋ ਗਏ ਨੇ, ਔਰੰਗਜ਼ੇਬ ਵਰਗੇ ਨੇ, ਹਿਟਲਰ ਵਰਗੇ ਨੇ, ਜਾਂ ਹੋਰ ਕਈ ਮਿਸਾਲਾਂ ਲਈਆਂ ਜਾ ਸਕਦੀਆਂ ਨੇ। ਸਮਾਜ ਵਿੱਚ ਚਾਰ ਚੁਫੇਰੇ ਵੇਖਿਆ ਜਾ ਸਕਦਾ ਹੈ। ਤਾਂ ਇਹ दारू, ਇਹ ਹਉਮੈ ਰੋਗ ਹੈ, ਦੋਵਾਂ ਕਿਸਮ ਦਾ, ਹੀਨ ਭਾਵਨਾ ਵੀ ਔਰ ਹੰਕਾਰੀ ਬਿਰਤੀ। ਹੁਣ ਗੁਰੂ ਜੀ ਕਹਿੰਦੇ ਨੇ, दारू पी इस माहे। ਇਹ ਰੋਗ ਵੀ ਇਸ ਬੰਦੇ ਦੇ ਮਨ ਵਿੱਚੋਂ ਪੈਦਾ ਹੋਇਆ, ਤੇ ਇਹਦਾ ਇਲਾਜ ਬਾਹਰ ਨਹੀਂ ਹੈ, ਇਹਦਾ ਇਲਾਜ ਵੀ ਅੰਦਰ ਹੀ ਹੈ। ਇਹ ਜਿਹੜੀ ਹਉ ਹੈ ਨਾ, ਹਉਮੈ ਆਪਾਂ ਕੱਲ ਕਿਹਾ ਸੀ ਵੱਖਰੀ ਪਹਿਚਾਨ। ਇਸ ਵੱਖਰੀ ਪਹਿਚਾਨ ਦੇ ਅੰਦਰ, ਹਉਮੈ ਦੇ ਅੰਦਰ ਜਾਂ ਇਸ ਬੰਦੇ ਦੇ ਅੰਦਰ ਬਿਮਾਰੀ ਵੀ ਹੈ, ਮਨ ਵਿੱਚ ਦੋਵੇਂ ਰੋਗ ਨੇ। और दारू पी इस माहे, दारू भी ਇਹਦੇ ਅੰਦਰ ਹੀ ਹੈ। ਇਹ ਨਹੀਂ ਕਿ ਇਹਦਾ ਇਲਾਜ ਨਹੀਂ, ਲਾ ਇਲਾਜ ਨਹੀਂ ਹੈ, ਹੈ ਬੜੀ ਖਤਰਨਾਕ ਬਿਮਾਰੀ, ਪਰ ਇਹ ਲਾ ਇਲਾਜ ਨਹੀਂ, ਇਹਦਾ ਇਲਾਜ ਹੈ, ਇਹਦਾ ਇਲਾਜ ਹੋ ਸਕਦਾ ਹੈ। ਤੇ ਇਹਦਾ ਇਲਾਜ ਬਾਹਰ ਨਹੀਂ, ਇਹਦਾ ਇਲਾਜ ਅੰਦਰ ਹੈ, ਕਿਉਂਕਿ ਰੋਗ ਅੰਦਰੋਂ ਪੈਦਾ ਹੋਇਆ ਹੈ। ਰੋਗ ਅੰਦਰੋਂ ਪੈਦਾ ਹੋਇਆ ਹੈ। ਉਹ ਰੋਗ ਦਾ ਕਾਰਨ ਮੈਂ ਖੁਦ ਹਾਂ। मैं खुद अपना ऐसा सुभाव बना लिया, ਤੇ ਹੁਣ ਇਸ ਸੁਭਾਅ ਨੂੰ ਬਦਲਣਾ ਕਿਸਨੇ ਹੈ? ਮੈਂ ਬਦਲਣਾ ਹੈ। ਤੁਸੀਂ ਮੇਰੇ ਸਾਹਮਣੇ ਬੈਠੇ ਵੀਰ ਮੈਨੂੰ ਸਲਾਹ ਦੇ ਸਕਦੇ ਹੋ ਕਿ ਗਿਆਨੀ ਜੀ ਜਾਂ ਵੀਰ ਜੀ, ਤੁਹਾਡਾ ਇਹ ਸੁਭਾਅ ਠੀਕ ਨਹੀਂ, ਤੁਸੀਂ ਇਹਨੂੰ ਬਦਲੋ, ਆਪਣੀ ਲੈਂਗੁਏਜ ਬਦਲੋ, ਆਪਣਾ ਸੁਭਾਅ ਬਦਲੋ, ਜਾਂ ਤੁਸੀਂ ਡਿਪਰੈਸ਼ਨ ਵਿੱਚ ਹੋ ਤਾਂ ਤੁਸੀਂ ਇਸ ਢੰਗ ਦੇ ਨਾਲ ਜ਼ਿੰਦਗੀ ਜੀਵੋ ਕਿ ਤੁਹਾਡੀ ਇਹ ਜ਼ਿੰਦਗੀ ਸੰਵਰ ਸਕਦੀ ਹੈ। ਤੁਸੀਂ ਮੈਨੂੰ ਇਹ ਦੱਸ ਸਕਦੇ ਹੋ, ਸਲਾਹ ਦੇ ਸਕਦੇ ਹੋ, ਲੇਕਿਨ ਸੁਭਾਅ ਤੇ ਮੈਨੂੰ ਹੀ ਬਦਲਣਾ ਪੈਣਾ। ਤੁਹਾਡੇ ਕੋਲੋਂ ਸਲਾਹ ਮਿਲ ਸਕਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਮੈਂ ਤੁਹਾਨੂੰ, ਤੁਸੀਂ ਮੈਨੂੰ ਸਲਾਹ ਦੇ ਸਕਦੇ ਹੋ, ਪਰ ਬਦਲਣਾ ਤੇ ਮੈਨੂੰ ਹੀ ਪੈਣਾ। ਜੇ ਕੋਈ ਵੀਰ ਸ਼ਰਾਬ ਆਦਿਕ ਦਾ ਸੇਵਨ ਕਰਦਾ ਹੈ, ਨਸ਼ਿਆਂ ਦਾ ਸੇਵਨ ਕਰਦਾ ਹੈ,
ਤੇ ਅਸੀਂ ਉਹਨੂੰ ਇਹ ਹੀ ਕਹਿ ਸਕਦੇ ਹਾਂ ਨਾ ਵੀ ਵੀਰ ਨਸ਼ੇ ਨਾ ਵਰਤਿਆ ਕਰ, ਤੇਰੀ ਸਿਹਤ ਵਾਸਤੇ ਹਾਨੀਕਾਰਕ ਨੇ, ਤੇਰਾ ਪੈਸਾ ਖਰਾਬ ਹੋ ਰਿਹਾ ਹੈ, ਤੇਰੇ ਸੰਬੰਧ ਟੁੱਟ ਰਹੇ ਨੇ, ਤੇਰਾ ਸਰੀਰਕ ਨੁਕਸਾਨ ਹੋ ਰਿਹਾ ਹੈ, ਫਾਈਨੈਂਸ਼ਲੀ ਨੁਕਸਾਨ ਹੋ ਰਿਹਾ ਹੈ, ਨਸ਼ਾ ਪੀਣਾ, ਨਸ਼ਾ ਵਰਤਣਾ ਚੰਗਾ ਨਹੀਂ। ਅਸੀਂ ਹੁਣ ਪਿਆਰ ਨਾਲ ਸਮਝਾ ਹੀ ਸਕਦੇ ਨਾ ਕਿਸੇ ਆਪਣੇ ਯਾਰ ਦੋਸਤ ਨੂੰ, ਸੱਜਣ ਮਿੱਤਰ, ਰਿਸ਼ਤੇਦਾਰ ਨੂੰ, ਲੇਕਿਨ ਨਸ਼ੇ ਦਾ ਤਿਆਗ ਤੇ ਉਸੇ ਨਹੀਂ ਕਰਨਾ ਹੈ ਨਾ। ਮੈਂ ਤੁਹਾਡੇ ਤੋਂ ਰਾਸਤਾ ਪੁੱਛਣਾ ਕਿ ਵੀਰ ਜੀ ਮੈਂ ਸਾਊਥ ਵੱਲ ਜਾਣਾ ਚਾਹੁੰਦਾ, ਤੁਸੀਂ ਮੈਨੂੰ ਰਾਸਤਾ ਦੱਸ ਸਕਦੇ ਹੋ, ਤੁਸੀਂ ਮੈਨੂੰ ਟ੍ਰੇਨ ਦੀ ਟਿਕਟ ਲੈ ਕੇ ਦੇ ਸਕਦੇ ਹੋ, ਪਰ ਜਾਣਾ ਤੇ ਮੈਨੂੰ ਹੀ ਪੈਣਾ ਨਾ, ਮੇਰੀ ਜਗ੍ਹਾ ਤੇ ਤੁਸੀਂ ਤੇ ਜਾ ਨਹੀਂ ਸਕਦੇ। ਇਸ ਲਈ ਇਹ ਰੋਗ ਸਾਰੇ ਅਸੀਂ ਖੁਦ ਪੈਦਾ ਕੀਤੇ ਨੇ, ਔਰ ਇਹਨਾਂ ਦਾ ਇਲਾਜ ਵੀ ਹਰ ਬੰਦੇ ਨੇ ਆਪ ਕਰਨਾ ਹੈ। ਜੇ ਮੇਰੇ ਅੰਦਰ ਈਗੋ ਹੈ, ਚਾਹੇ ਉਹ ਇਨਫੀਰੀਅਰਿਟੀ ਕੰਪਲੈਕਸ ਜਾਂ ਸੁਪਰੀਅਰਿਟੀ ਕੰਪਲੈਕਸ, ਤਾਂ ਉਹ ਮੈਂ ਪੈਦਾ ਕਰ ਬੈਠਾ, ਉਹਦਾ ਇਲਾਜ ਵੀ ਮੇਰੇ ਅੰਦਰੋਂ ਹੋਣਾ। ਜੇ ਤੁਹਾਡੇ ਕਿਸੇ ਵਿੱਚ ਦੋਸ਼ ਹੈ ਤਾਂ ਉਹਦਾ ਇਲਾਜ ਵੀ ਤੁਸੀਂ ਖੁਦ ਕਰਨਾ ਹੈ। ਹੁਣ ਅਗਲਾ ਬਚਨ ਕਰਦੇ ਨੇ ਕਿ ਹੁਣ ਇਹ ਤਾਂ ਸਮਝ ਆ ਗਈ, ਇਹ ਤਾਂ ਸਮਝ ਆ ਗਈ ਕਿ ਇਲਾਜ ਅਸੀਂ ਖੁਦ ਕਰਨਾ ਹੈ, ਪਰ ਸਵਾਲ ਪੈਦਾ ਹੁੰਦਾ ਵੀ ਇਲਾਜ ਕਰੀਏ ਕਿਵੇਂ, ਇਲਾਜ ਕਰੀਏ ਕਿਵੇਂ। ਇਹ ਤਾਂ ਸਮਝ ਆ ਗਈ ਕਿ ਰੋਗ ਸਾਡੇ ਅੰਦਰੋਂ ਪੈਦਾ ਹੋਇਆ ਹੈ, ਅਸੀਂ ਖੁਦ ਇਹੋ ਜਿਹੇ ਬਣ ਗਏ ਹਾਂ, ਉਹਦਾ ਨੁਕਸਾਨ ਸਾਨੂੰ ਉਠਾਉਣਾ ਪੈ ਰਿਹਾ ਹੈ, ਰੋਗ ਦਾ ਇਲਾਜ ਵੀ ਅਸੀਂ ਖੁਦ ਕਰਨਾ ਹੈ, ਅਸੀਂ ਅੰਦਰੋਂ ਹੀ ਆਪ ਬਦਲਣਾ ਹੈ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਦਲੀਏ ਕਿਵੇਂ। ਕਈ ਵਾਰ ਨਾ ਘਰ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋਏ ਤੇ ਅਸੀਂ ਉਹਨੂੰ ਇਹ ਕਹਿ ਦਿੰਦੇ ਹਾਂ ਵੀ ਚਿੰਤਾ ਨਾ ਕਰਿਆ ਕਰ ਯਾਰ, ਪੋਜ਼ਿਟਿਵ ਰਹੋ, ਚਿੰਤਾ ਨਾ ਕਰਿਆ ਕਰ। ਪਰ ਇੰਨੀ ਗੱਲ ਕਹਿਣ ਦੇ ਨਾਲ ਚਿੰਤਾ ਛੁੱਟਦੀ ਨਹੀਂ, ਉਹਦੇ ਵਾਸਤੇ ਕੋਈ ਮੈਥਡ ਚਾਹੀਦਾ, ਉਹਦੇ ਵਾਸਤੇ ਕੋਈ ਸਾਧਨ ਚਾਹੀਦਾ ਹੈ। ਸਾਨੂੰ ਸਮਝਾਵੇ ਕੋਈ ਬੰਦਾ ਕਿ ਇਹ ਮੈਥਡ ਹੈ, ਜੇ ਤੂੰ ਐਵੇਂ ਐਵੇਂ ਕਰੇਗਾ ਤਾਂ ਤੇਰਾ ਇਹ ਰੋਗ ਦੂਰ ਹੋ ਜਾਏਗਾ। ਜੋ ਦਿਮਾਗ ਦੇ ਡਾਕਟਰ ਨੇ, ਸਾਈਕੈਟ੍ਰਿਕ, ਸਾਈਕੋਲੋਜਿਸਟ, ਉਹ ਇਹੀ ਚੀਜ਼ ਕਰਦੇ ਨੇ, ਸਾਨੂੰ ਉਹ ਮੈਥਡ ਦੱਸਦੇ ਨੇ। ਜਦੋਂ ਮਤਲਬ ਉਹ ਸਾਡੀ ਕਾਉਂਸਲਿੰਗ ਕਰਨਗੇ ਤਾਂ ਉਹ ਕਲਾਸਾਂ ਲਗਾਉਣਗੇ, ਹੌਲੀ ਹੌਲੀ ਸਟੈਪ ਬਾਈ ਸਟੈਪ ਉਹ ਬੰਦੇ ਨੂੰ, ਮਰੀਜ਼ ਨੂੰ ਉਹਦੇ ਲਾਈਨ ਤੇ ਲੈ ਜਾਂਦੇ ਨੇ। ਤਾਂ ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹੁਣ ਇਲਾਜ ਇਹ ਹੈ ਕਿ ਜੇ ਪ੍ਰਭੂ ਕਿਰਪਾ ਕਰੇ ਤੇ ਉਹ ਲੋਕ ਜਿਹੜੇ ਨੇ ਫਿਰ ਗੁਰੂ ਦੇ ਬਚਨ ਨੂੰ ਕਮਾਨ, ਗੁਰੂ ਦੇ ਸ਼ਬਦ ਦੀ ਕਮਾਈ ਕਰਨ। ਮੀਨਸ ਸ਼ਬਦ ਦੀ ਕਮਾਈ ਦਾ ਮਤਲਬ ਇਹ ਨਹੀਂ ਕਿ ਇੱਕ ਸ਼ਬਦ ਨੂੰ ਬਾਰ-ਬਾਰ ਰਿਪੀਟ ਕਰੀ ਜਾਣ, ਪੜ੍ਹੀ ਜਾਣ ਕਿ ਅੱਜ ਮੈਂ ਇਹ ਸ਼ਬਦ ਦੇ 21 ਪਾਠ ਕਰ ਲੈਣੇ, 25 ਪਾਠ ਕਰ ਲੈਣੇ, ਇਹ ਨਹੀਂ। ਸ਼ਬਦ ਦਾ ਮਤਲਬ ਹੈ ਉਪਦੇਸ਼, ਫਿਲਾਸਫੀ, ਵਿਚਾਰਧਾਰਾ। ਤੇ ਕਮਾਹੇ ਦਾ ਮਤਲਬ ਉਹਨੂੰ ਇੰਪਲੀਮੈਂਟ ਕਰਨਾ, ਮਨ, ਬਚਨ ਔਰ ਕਰਮ ਕਰਕੇ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ, ਇਹਨੂੰ ਕਹਿੰਦੇ ਨੇ ਗੁਰ ਕਾ ਬਚਨ ਕਮਾਹੇ। ਤੇ ਰੱਬ ਦੀ ਕਿਰਪਾ ਕੀ ਹੈ? ਦੇਖੋ, ਰੱਬ ਨੇ ਕਿਰਪਾ ਕੀਤੀ ਹੋਈ ਹੈ, ਅਸੀਂ ਕਿਰਪਾ ਦੇ ਪਾਤਰ ਬਣਨਾ ਹੈ। ਬਰਸਾਤ ਬਰਸ ਰਹੀ ਹੈ, ਇੱਕ ਬੰਦੇ ਨੇ ਹੱਥ ਇੰਜ ਕੀਤਾ ਹੋਇਆ, ਬਰਤਨ ਇਸ ਤਰ੍ਹਾਂ ਕੀਤਾ ਹੈ, ਹੁਣ ਦੇਖੋ ਉਹਦਾ ਹੱਥ ਭਰ ਜਾਏਗਾ, ਬੁੱਕ ਭਰ ਜਾਏਗੀ, ਉਹਨੇ ਹੱਥ ਇਸ ਤਰ੍ਹਾਂ ਕੀਤਾ ਹੈ, ਬੁੱਕ ਭਰ ਜਾਏਗੀ। ਦੂਜੇ ਬੰਦੇ ਨੇ ਹੱਥ ਐਵੇਂ ਕੀਤਾ ਹੈ, ਤਾਂ ਕੀ ਉਹਦੀ ਬੁੱਕ ਦੇ ਅੰਦਰ ਇੱਕ ਬੂੰਦ ਵੀ ਪਵੇਗੀ? ਨਹੀਂ ਪਵੇਗੀ। ਨਲ ਚੱਲ ਰਿਹਾ ਹੈ, ਨਲਕੀ ਚੱਲ ਰਹੀ ਹੈ, ਟੂਟੀ ਚੱਲ ਰਹੀ ਹੈ ਪਾਣੀ ਦੀ, ਇੱਕ ਨੇ ਜੱਗ ਸਿੱਧਾ ਧਰਿਆ, 2 ਮਿੰਟ ਵਿੱਚ ਭਰ ਜਾਂਦਾ ਹੈ, ਤੇ ਇੱਕ ਉਸ ਟੂਟੀ ਦੇ ਥੱਲੇ ਜੱਗ ਮੂਧਾ ਮਾਰ ਕੇ ਸਵੇਰ ਦਾ ਬੈਠਾ ਹੈ, ਤੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਏਗੀ। ਕਿਰਪਾ ਤੇ ਹੋ ਰਹੀ ਹੈ। ਅਸੀਂ ਕਿਰਪਾ ਦੇ ਪਾਤਰ ਬਣਨਾ ਹੈ। ਜੋ ਰੱਬ ਨੇ ਸਾਨੂੰ ਦਿਮਾਗ ਦਿੱਤਾ ਹੈ, ਇਹਦੀ ਸਹੀ ਵਰਤੋਂ ਕਰਨੀ ਹੈ। ਜਿੰਨੇ ਆ ਪ੍ਰਭੂ ਨੇ ਸਾਧਨ ਪੈਦਾ ਕੀਤੇ ਨੇ, ਇਹਨਾਂ ਦੀ ਸਹੀ ਵਰਤੋਂ ਕਰਨੀ ਹੈ। ਇਸੇ ਨੂੰ ਕਿਰਪਾ ਕਹਿੰਦੇ ਨੇ। ਤੇ ਉਹ ਕਿਰਪਾ ਕੀ ਹੈ? ਗੁਰ ਕਾ ਬਚਨ। ਬਚਨ ਦਾ ਮਤਲਬ ਵਿਚਾਰਧਾਰਾ। ਤੇ ਇੱਥੇ ਗੁਰੂ ਦੀ ਫਿਲਾਸਫੀ ਨੂੰ ਅਸਾਂ ਸਮਝਣਾ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ ਔਰ ਵਿਵਹਾਰਕ ਤੌਰ ਤੇ ਮੁਕੰਮਲ ਜੋ ਜੀਵਨ ਹੈ ਗੁਰੂ ਦੇ ਜੁਗਤ ਦੀ, ਉਹਦੇ ਮੁਤਾਬਕ ਜ਼ਿੰਦਗੀ ਜੀਣੀ ਹੈ। ਤਾਂ ਫਿਰ ਇਹ ਦੋਵੇਂ ਹੀ ਰੋਗ, ਹੋਮੇ ਸੁਪੀਰੀਓਰਿਟੀ ਕੰਪਲੈਕਸ ਔਰ ਇਨਫੀਰੀਓਰਿਟੀ ਕੰਪਲੈਕਸ ਨਹੀਂ ਹੋਣਗੇ। ਇਹਦੇ ਤੋਂ ਬੰਦਾ ਬਚ ਸਕਦਾ, ਬੰਦਾ ਸਵਾਭਿਮਾਨੀ ਹੋ ਜਾਏਗਾ। ਦੇਖੋ, ਗੁਰੂ ਜੀ ਨੇ ਇੱਕ ਬਚਨ ਕੀਤਾ ਹੈ। ਹੁਣ ਅਸੀਂ ਕਹਿੰਦੇ ਹਾਂ ਸਾਡੇ ਤੋਂ ਜੀ ਇਹ ਕੰਮ ਨਹੀਂ ਹੋਣਾ। ਅਸੀਂ ਕਹਿੰਦੇ ਹਾਂ ਨਾ,
पर गुरुदेव पातशाह जी कहते ने भी ये तुहाडी बेसमझी है कि मेरे तो ये काम नहीं होना, मैं ऐसा नहीं कर सकता। ये बेसमझी है, अज्ञानता है। दुनिया की सब तो वड्डी सियाणप किहड़ी है? ਅਸੀਂ ਕਿਹਨੂੰ ਕਹਿ ਸਕਦੇ ਹਾਂ ਕਿ ਦੁਨੀਆ ਦਾ ਸਭ ਤੋਂ ਸਿਆਣਾ ਮਨੁੱਖ? ਤਾਂ ਗੁਰੂ ਜੀ ਕਹਿੰਦੇ ਨੇ, ਨਾ ਹੀ ਦੇਖ ਨਾ ਭਾਜੀਐ परम सियानप ਇਹ। ना ही देख ਦਾ मतलब कि ਇਹ ਕੰਮ ਔਖਾ ਹੈ, ਪਰ ਇਹ ਨਹੀਂ ਹੋ ਸਕਦਾ। ਇਹਨੂੰ ਇੰਪੋਸੀਬਲ ਕਹਿ ਕੇ ਦੌੜੋ ਨਾ। ਇਹ ਹੋ ਸਕਦਾ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਸਿਆਣਪ ਹੈ। ਦੁਨੀਆ ਵਿੱਚ ਕੁਝ ਵੀ ਇੰਪੋਸੀਬਲ ਨਹੀਂ ਹੈ। ਇੰਪੋਸੀਬਲ ਸ਼ਬਦ ਨੂੰ ਜਦੋਂ ਪੜੋਗੇ ਨਾ ਤੇ ਉਹਨੂੰ ਧਿਆਨ ਦੇ ਨਾਲ ਪੜੋਗੇ ਤੇ ਉਹ ਵੀ ਕਹਿ ਰਿਹਾ ਹੈ ਆਈ ਐਮ ਪੋਸੀਬਲ। ਲਿਖੋ ਆਈ ਐਮ ਪੋਸੀਬਲ। ਤਾਂ ਇੰਪੋਸੀਬਲ ਸ਼ਬਦ ਖੁਦ ਕਹਿ ਰਿਹਾ ਹੈ ਆਈ ਐਮ ਪੋਸੀਬਲ, ਪਰ ਇੰਪੋਸੀਬਲ ਅਸੀਂ ਸਮਝ ਬੈਠੇ ਹਾਂ। ਇਸ ਲਈ ਅਸੀਂ ਸਭ ਕੁਝ ਕਰ ਸਕਦੇ ਹਾਂ। ਤੁਸੀਂ, ਮੈਂ, ਹਰ ਇਨਸਾਨ ਚੰਗੀ ਜ਼ਿੰਦਗੀ ਜੀ ਸਕਦਾ ਹੈ, ਖੁਸ਼ੀਆਂ ਭਰੀ ਜ਼ਿੰਦਗੀ ਜੀ ਸਕਦਾ ਹੈ। ਤਾਂ ਲੋੜ ਹੈ ਸਾਨੂੰ ਗੁਰੂ ਦਾ ਬਚਨ ਕਮਾਉਣ ਦੀ। ਇਸ ਹਉਮੈ ਤੋਂ ਕਿਵੇਂ ਬਚਿਆ ਜਾਏ? ਉਹਦੇ ਵਾਸਤੇ ਇੱਕ ਹੀ ਸਾਧਨ ਹੈ ਕਿ ਅਸੀਂ ਪ੍ਰੋਮਿਸ ਕਰੀਏ ਕਿ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਾਂਗੇ। ਹੁਣ ਦੇਖੋ, ਪੈਰਾਨਾਈਡ ਪਰਸਨੈਲਿਟੀ ਡਿਸਆਰਡਰ ਤੋਂ ਬਚਣ ਦਾ ਸਾਧਨ ਕੀ ਹੈ? ਗੁਰੂ ਜੀ ਕਹਿੰਦੇ ਨੇ, ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹਿ ਠਾਹੇ ਮਾਨਕ ਸਭ ਅਮੁੱਲ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। यानी मिठे प्यारे बोल बोलने, मिठ बोलड़ा जी हर सज्जन स्वामी मोरा। हो सम्मल थकी जी कदे ना बोले थोड़ा। मिठे बोल, निम्रता वाले बोल, ਕੰਨਾਂ ਦੇ ਨਾਲ ਸੱਚ ਸੁਣਨਾ, ਅੱਖਾਂ ਦੇ ਨਾਲ ਸਭ ਦੇ ਅੰਦਰ ਪ੍ਰਭੂ ਦੀ ਜੋਤ ਨੂੰ ਤੱਕਣਾ, ਹੱਥਾਂ ਦੇ ਨਾਲ ਦਸਾਂ ਨਵਾਂ ਦੀ ਕਿਰਤ ਕਮਾਈ ਕਰਨੀ, ਪੈਰਾਂ ਦੇ ਨਾਲ ਸਿੱਧੇ ਰਾਹ ਤੇ ਤੁਰਨਾ, ਔਰ ਮਨ ਦੇ ਅੰਦਰ ਪੋਜ਼ਿਟਿਵ ਸਕਾਰਾਤਮਕ ਵਿਚਾਰਧਾਰਾ ਰੱਖਣੀ। ਇਹ ਸਾਧਨ ਹੈ ਇਸ ਹਉਮੈ ਤੋਂ ਬਚਣ ਦਾ। ਔਰ ਸਿੱਖ ਤਾਂ ਇਸ ਹਉਮੈ ਤੋਂ ਮੁਕਤ ਹੋ ਜਾਂਦਾ ਜਦੋਂ ਕਹਿੰਦਾ ਨਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। तेरा तुझको सौंपते क्या लागे मेरा, मेरा कुछ भी नहीं है। हमरा किया मेरा किया कछु ना होए, कर है राम होए है सोए। मेरा कीता कुछ नहीं हो सकता। हुण इहदा मतलब कि जो रब दा सिस्टम है ना, कुदरत दा ला ऑफ नेचर, ਉਹਦੇ ਵਿਰੋਧ ਵਿੱਚ ਮੈਂ ਕੁਝ ਨਹੀਂ ਕਰ ਸਕਦਾ। ਇੱਥੇ ਹੱਥ ਖੜੇ ਨੇ, ਲੇਕਿਨ ਕੁਦਰਤ ਦੇ ਨਿਯਮਾਂ ਦੇ ਅੰਦਰ ਮੈਂ ਸਭ ਕੁਝ ਕਰ ਸਕਦਾ। ਮੇਰੇ ਅੰਦਰ ਪੋਸੀਬਿਲਿਟੀ ਹੈ। ਮੇਰੇ ਅੰਦਰ ਪ੍ਰਭੂ ਪਰਮਾਤਮਾ ਵਸ ਰਿਹਾ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਰਬ ਸ਼ਕਤੀਮਾਨ ਹੈ, ਭੰਨਣ ਕਰਨ ਸਮਰੱਥ ਹੈ, ਤੇ ਉਹ ਮੇਰੇ ਅੰਦਰ ਵਸ ਰਿਹਾ। ਇਸ ਲਈ ਨਾ ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਬਚਨ ਕਮਾਹੇ, ਨਾਨਕ ਕਹੇ ਸੁਣੋ ਜਨੋ। ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਨੇ, ਹੇ ਰੱਬ ਦੇ ਪਿਆਰਿਓ ਸੁਣੋ। ਇਤ ਸੰਜਮ ਦੁੱਖ ਜਾਹੇ, ਇੱਥੇ ਜਾਹੇ ਸ਼ਬਦ ਗਿੰਦੀ ਲਾ ਕੇ ਪੜਨਾ। ਜਾਹੇ ਦੁੱਖ ਦਾ ਖੱਖਾ ਮੁਕਤਾ ਹੈ। ਇਹਦਾ ਮਤਲਬ ਇਹ ਪਲੂਰਲ ਸ਼ਬਦ ਹੈ। ਜੇ ਦੁੱਖ ਦੇ ਖੱਖੇ ਥੱਲੇ ਔਂਕੜ ਹੁੰਦਾ, ਫਿਰ ਇੱਕ ਦੁੱਖ ਦੀ ਗੱਲ ਹੋਣੀ ਸੀ। ਹੁਣ ਦੁੱਖ ਦਾ ਖੱਖਾ ਮੁਕਤਾ ਹੈ, ਇੱਥੇ ਬਹੁਤੇ ਦੁੱਖਾਂ ਦੀ ਗੱਲ ਹੋ ਰਹੀ ਹੈ। ਜੇ ਜਾਹੇ ਸ਼ਬਦ ਇਕਵਚ ਨਹੀਂ ਹੁੰਦਾ ਤੇ ਹਾਹੇ ਦੀ ਜਗ੍ਹਾ ਤੇ ਈੜੀ ਹੋਣੀ ਸੀ, ਪਰ ਇੱਥੇ ਕਿਰਿਆਵਾਚੀ ਹਾਹੇ ਦੇ ਨਾਲ ਸਿਹਾਰੀ ਲੱਗੀ ਹੈ। ਇਹ ग्रामर अनुसार बहुवचनी शब्द है। गुरु अंगद पातशाह जी कहते ने, हे रब दे प्यारिओ सुनो। इस तरीके दे नाल ये दुख दूर हो सकता है। यानी असी हीन भावना तो भी और हंकार वाली भावना तो भी बच सकते हाँ। असी स्वाभिमानी हो सकते हाँ। देखो, मैं चंगे काम करदा हाँ, मैं सुखी हाँ, मैं शांत हाँ, मेरा परिवार बड़ा खुश है। ये हंकार नहीं है, ਇਹ ਸਵਾਭਿਮਾਨ ਹੈ। ਤੇ ਸਿਰਫ ਮੇਰਾ ਹੀ ਪਰਿਵਾਰ ਖੁਸ਼ ਹੈ, ਮੈਂ ਹੀ ਚੰਗਾ ਹਾਂ, ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ, ਇਹ ਹੰਕਾਰ। ਇਸ ਲਈ ਅਸੀਂ ਹੀਨ ਭਾਵਨਾ ਤੋਂ ਵੀ ਬਚਣਾ ਔਰ ਹੰਕਾਰ ਵਾਲੀ ਭਾਵਨਾ ਤੋਂ ਵੀ ਬਚਣਾ ਹੈ। ਅਸੀਂ ਸਵਾਭਿਮਾਨੀ ਬਣਨਾ ਹੈ। ਸਾਰਿਆਂ ਨੇ, ਹਰ ਇਨਸਾਨ ਨੇ ਸਵਾਭਿਮਾਨੀ ਬਣਨਾ। ਸਵਾਭਿਮਾਨੀ ਬਣਨਾ ਹਰ ਵੀਰ ਭੈਣ ਬੱਚੀ ਬੱਚੇ ਦਾ ਹੱਕ ਵੀ ਹੈ ਔਰ ਫਰਜ਼ ਵੀ ਹੈ। ਤੇ ਐਸਾ ਕਿਵੇਂ ਹੋਏਗਾ? ਜੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇਗਾ। ਤਾਂ ਦੇਖੋ, ਸਿੱਖ ਦੇ ਕੋਲ ਕਿਹੜਾ ਵੱਡਾ ਗਿਆਨ ਦਾ ਖਜ਼ਾਨਾ ਹੈ, ਰੋਗਾਂ ਤੋਂ ਮੁਕਤ ਹੋਣ ਦਾ ਖਜ਼ਾਨਾ ਹੈ,
ਆਪਣੇ ਪਰਿਵਾਰ ਨੂੰ ਸਵਰਗ ਬਣਾਉਣ ਦਾ ਗਿਆਨ ਸਾਡੇ ਕੋਲ ਭਰਿਆ ਪਿਆ ਹੈ। ਪੂਰੇ ਸੰਸਾਰ ਨੂੰ ਅਸੀਂ ਰੋਗ ਮੁਕਤ ਕਰ ਸਕਦੇ ਹਾਂ। ਇੰਨਾ ਵੱਡਾ ਸਾਡੇ ਕੋਲ ਖਜ਼ਾਨਾ, ਪਰ ਅਸੀਂ ਇਸ ਖਜ਼ਾਨੇ ਨੂੰ ਕਦੇ ਖੋਲ ਕੇ ਵੇਖਿਆ ਨਹੀਂ। ਗੁਰੂ ਜੀ ਕਹਿੰਦੇ ਨੇ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਦਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੂ ਜਾਈ। ਗੁਰਬਾਣੀ ਦਾ ਇਹ ਖਜ਼ਾਨਾ ਜਿਵੇਂ ਜਿਵੇਂ ਮਿਲ ਕੇ ਵਰਤਾਂਗੇ ਵਧੇਗਾ, ਔਰ ਇਹ ਖਜ਼ਾਨਾ ਸਾਡੇ ਅੰਦਰ ਚਲਾ ਜਾਏਗਾ ਗੁਣਾਂ ਦਾ, ਤੇ ਅੰਦਰ ਜਿਹੜੇ ਗੁਣ ਨੇ ਜਿੰਨਾ ਵਰਤੋਗੇ ਉਹਨਾਂ ਵੱਧਦੇ ਚਲੇ ਜਾਣਗੇ। ਆਓ ਅਗਲੀ ਵਿਚਾਰ ਅਸੀਂ ਕਰਨ ਦਾ ਯਤਨ ਕਰੀਏ। ਹੁਣ ਅੱਗੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਪੌੜੀ ਦੇ ਵਿੱਚ ਬਿਆਨ ਕਰਦੇ ਨੇ ਕਿ ਨਾਨਕ ਕਹੇ ਸੁਣੋ ਜਨੋ, ਅਸੀਂ ਸੁਣਿਆ ਹੈ ਨਾ, ਇਤ ਸੰਜਮ ਦੁਖ ਜਾਹੇ, ਜਾਂ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਬਚਨ ਕਮਾਹੇ, ਕਿ ਗੁਰੂ ਦਾ ਬਚਨ ਕਮਾਏ, ਯਾਨੀ ਗੁਰੂ ਦੀ ਸੇਵਾ ਕਰੇ, ਰੱਬੀ ਰਜਾ ਵਿੱਚ ਤੁਰੇ। ਹੁਣ ਫਿਰ ਇੱਕ ਸਵਾਲ ਹੈ ਕਿ ਜਿਹੜਾ ਗੁਰੂ ਦਾ ਬਚਨ ਕਮਾਉਂਦਾ ਹੈ ਉਹਦੀ ਨਿਸ਼ਾਨੀ ਕੀ ਹੈ? ਅਸੀਂ ਸਾਰੇ ਕਹਿ ਦਿੰਦੇ ਹਾਂ ਅਸੀਂ ਗੁਰੂ ਦਾ ਬਚਨ ਕਮਾ ਰਹੇ ਹਾਂ, ਸਾਨੂੰ ਜਪਜੀ ਸਾਹਿਬ ਯਾਦ ਹੈ, 5 ਬਾਣੀਆਂ ਯਾਦ ਨੇ, ਗੁਰਦੁਆਰਾ ਸਾਹਿਬ ਅਸੀਂ ਰੋਜ਼ ਜਾਂਦੇ ਹਾਂ, ਅੰਮ੍ਰਿਤ ਅਸੀਂ ਛਕਿਆ ਹੋਇਆ ਹੈ, ਯਾਨੀ ਅਸੀਂ ਕਹਿ ਦਿੰਦੇ ਹਾਂ। ਲੇਕਿਨ ਕਈ ਵਾਰ ਬੰਦਾ ਗਲਤਫਹਿਮੀ ਵਿੱਚ ਹੁੰਦਾ ਹੈ, ਗਲਤਫਹਿਮੀ ਵਿੱਚ ਹੁੰਦਾ ਹੈ, ਤਾਂ ਸਾਡੇ ਅੰਦਰ ਕੋਈ ਗਲਤਫਹਿਮੀ ਨਾ ਰਹਿ ਜਾਏ। ਜੇ ਗਲਤਫਹਿਮੀ ਅਸੀਂ ਕਰਾਂਗੇ ਤਾਂ ਫਿਰ ਰੋਗ ਦੂਰ ਨਹੀਂ ਹੋਏਗਾ। ਜੇ ਦਵਾਈ ਦੀ ਸਹੀ ਵਰਤੋਂ ਨਹੀਂ ਕਰਦੇ ਤਾਂ ਰੋਗ ਦੂਰ ਨਹੀਂ ਹੋਣਾ। ਜਿਹੜਾ ਡਾਕਟਰ ਨੇ ਪਰਹੇਜ਼ ਦੱਸਿਆ ਹੈ, ਜੇ ਅਸੀਂ ਉਹ ਪਰਹੇਜ਼ ਨਹੀਂ ਕਰਦੇ ਤੇ ਤਾਂ ਵੀ ਰੋਗ ਦੂਰ ਨਹੀਂ ਹੋਣਾ। ਕੋਈ ਬੰਦਾ ਨਾ ਸ਼ਰਾਬ ਪੀਂਦਾ ਸੀ ਤੇ ਉਹਦੀਆਂ ਕਿਡਨੀਆਂ ਖਰਾਬ ਹੋ ਰਹੀਆਂ ਸਨ, ਤੇ ਡਾਕਟਰ ਨੇ ਉਹਨੂੰ ਕਿਹਾ ਵੀ ਤੂੰ ਨਾ ਸ਼ਰਾਬ ਨਹੀਂ ਪੀਣਾ, ਛੱਡ ਦੇ। ਉਹ ਕਹਿੰਦਾ ਡਾਕਟਰ ਜੀ ਓਕੇ, ਮੈਂ ਛੱਡ ਦਿੰਦਾ, ਸ਼ਰਾਬ ਬੰਦ। ਉਹ ਕਹਿੰਦਾ ਵੀ ਜੇ ਤੂੰ ਸ਼ਰਾਬ ਬੰਦ ਕਰਤਾ ਤਾਂ ਤੇਰੀ ਇਹ ਬਿਮਾਰੀ ਜਿਹੜੀ ਹੈ ਨਾ ਇਹ ਬਿਲਕੁਲ ਠੀਕ ਹੋ ਜਾਏਗੀ, ਤੇ ਮੇਰੀ ਗਰੰਟੀ ਹੈ। ਹੁਣ ਉਹ ਦਵਾਈ ਖਾਧੀ, ਮਹੀਨੇ ਬਾਅਦ ਫਿਰ ਗਿਆ, ਤੇ ਨਾਲ 2 ਬੰਦੇ ਸਨ, ਤੇ ਡਾਕਟਰ ਨੇ ਕਿਹਾ ਵੀ ਜੇ ਕੋਈ ਜ਼ਿਆਦਾ ਜ਼ੋਰ ਪਾਏ ਨਾ, ਜ਼ਿਆਦਾ ਕੋਈ ਰਿਕੁਐਸਟ ਕਰਦਾ ਤੇ ਕਦੀ ਇੱਕ ਅੱਧਾ ਪੈਗ ਲੈ ਲੈ। ਮਹੀਨੇ ਬਾਅਦ ਗਿਆ ਤੇ ਬੰਦੇ ਦੀ ਕੰਡੀਸ਼ਨ ਉਹੀ, ਨਾਲ 2 ਬੰਦੇ ਹੋਰ ਸਨ, ਤੇ ਡਾਕਟਰ ਨੇ ਪੁੱਛਿਆ ਵੀ ਸ਼ਰਾਬ ਛੱਡੀ ਹੈ? ਕਹਿੰਦਾ ਹਾਂਜੀ, ਸ਼ਰਾਬ ਤੇ ਮੈਂ ਅਗਲੇ ਦਿਨ ਹੀ ਛੱਡ ਦਿੱਤੀ ਸੀ, ਬਿਲਕੁਲ ਛੱਡਤੀ, ਬਸ ਜਦੋਂ ਕੋਈ ਜ਼ਿਆਦਾ ਰਿਕੁਐਸਟ ਕਰਦਾ ਨਾ ਤੇ ਉਦੋਂ ਮੈਂ ਥੋੜੀ ਜਿਹੀ ਪੀ ਲੈਂਦਾ। ਕਹਿੰਦਾ ਓਕੇ। ਕਹਿੰਦਾ ਇਹ 2 ਬੰਦੇ ਕੌਣ ਨੇ? ਕਹਿੰਦਾ ਜੀ ਇਹ ਮੈਂ ਰਿਕੁਐਸਟ ਕਰਨ ਵਾਸਤੇ ਰੱਖੇ ਨੇ, ਤਨਖਾਹ ਦਿੰਦਾ ਇਹਨਾਂ, ਇਹ 15-15 ਮਿੰਟ ਬਾਅਦ ਰਿਕੁਐਸਟ ਕਰੀ ਜਾਂਦੇ ਨੇ। ਹੁਣ ਜੇ ਐਵੇਂ ਕਰੋਗੇ ਚਲਾਕੀਆਂ, ਫਿਰ ਤਾਂ ਨਹੀਂ ਨਾ, ਗਲਤਫਹਿਮੀ ਹੋ ਗਈ। ਇਸ ਲਈ ਸਾਡੀ ਜ਼ਿੰਦਗੀ ਵਿੱਚ ਗਲਤਫਹਿਮੀ ਨਾ ਰਹੇ। ਬੰਦਾ ਸੀ, ਕਿਸੇ ਨੇ ਘਟਾਣਾ ਸੀ weight, ਤੇ ਡਾਕਟਰ ਕੋਲ ਜਾਏ ਤੇ weight ਨਹੀਂ ਘਟਿਆ, ਤੇ ਡਾਕਟਰ ਨੇ ਕਿਹਾ ਵੀ ਤੂੰ ਏਦਾਂ ਕਰ, ਰੋਟੀਆਂ ਕਿੰਨੀਆਂ ਖਾਣਾ? ਕਹਿੰਦਾ 4 ਸਵੇਰੇ ਤੇ 4 ਸ਼ਾਮੀ। ਉਹ ਕਹਿਣ ਲੱਗਾ ਵੀ ਚੱਲ ਤੂੰ ਏਦਾਂ ਕਰ ਵੀ ਸ਼ਾਮ ਦੀ ਰੋਟੀ ਬੰਦ ਕਰ ਦੇ, 4 ਖਾਇਆ। ਉਹਨੇ ਰੋਟੀਆਂ 4 ਖਾਣੀਆਂ ਸ਼ੁਰੂ ਕਰਤੀਆਂ, weight ਫਿਰ ਨਹੀਂ ਘਟਿਆ। 3 ਮਹੀਨੇ ਬਾਅਦ ਫਿਰ ਗਿਆ, ਕਹਿੰਦਾ ਡਾਕਟਰ ਜੀ weight ਤੇ ਨਹੀਂ ਘਟਿਆ। ਕਹਿੰਦਾ ਰੋਟੀਆਂ ਕਿੰਨੀਆਂ ਖਾਣਾ? ਕਹਿੰਦਾ 4। ਕਹਿੰਦਾ ਏਦਾਂ ਕਰ ਵੀ ਰੋਟੀਆਂ 2 ਕਰ ਦੇ। ਉਹਨੇ ਰੋਟੀਆਂ 2 ਕਰ ਦਿੱਤੀਆਂ। 3 ਮਹੀਨੇ ਬਾਅਦ ਫਿਰ ਗਿਆ ਤੇ weight ਫਿਰ ਉਨਾ ਹੀ। ਕਹਿੰਦਾ ਰੋਟੀਆਂ ਕਿੰਨੀਆਂ ਖਾਣਾ? ਕਹਿੰਦਾ 2। ਕਹਿੰਦਾ ਹੁਣ ਰੋਟੀ 1 ਕਰ ਦੇ। ਕਹਿੰਦਾ ਡਾਕਟਰ ਜੀ 2 ਕਿਲੋ ਆਟੇ ਦੀ 1 ਰੋਟੀ ਬਣਨੀ ਨਹੀਂ, 2 ਕਿਲੋ ਆਟੇ ਦੀ 1 ਰੋਟੀ ਨਹੀਂ ਬਣਨੀ। ਯਾਨੀ ਰੋਟੀਆਂ ਘਟਾ ਦਿੱਤੀਆਂ ਨੇ, ਆਟਾ ਓਨਾ ਹੀ ਹੈ। ਰੋਟੀਆਂ ਦੇ ਉੱਤੇ ਆਟਾ ਡਬਲ ਤਾਂ ਕਿਵੇਂ ਹੋਏਗਾ? ਤਾਂ ਅਸੀਂ ਭੁਲੇਖੇ ਵਿੱਚ ਨਾ ਰਹੀਏ। ਕਈ ਵਾਰ ਅਸੀਂ ਸਮਝਦੇ ਹਾਂ ਵੀ ਅਸੀਂ ਗੁਰੂ ਦੇ ਆਸ਼ੇ ਅਨੁਸਾਰ ਚੱਲ ਰਹੇ ਹਾਂ, ਤਾਂ ਗੁਰੂ ਨਾਨਕ ਦੇਵ ਜੀ ਇੱਥੇ ਭੁਲੇਖਾ ਕੱਢ ਰਹੇ ਨੇ। ਅਸੀਂ ਹੁਣ ਪਰਖਣਾ ਹੈ ਆਪਣੇ ਆਪੇ ਨੂੰ, ਜਿਨ੍ਹਾਂ ਵਿੱਚ ਹਉਮੈ ਦਾ ਰੋਗ ਨਹੀਂ ਹੁੰਦਾ, ਜੋ ਗੁਰੂ ਦੇ ਬਚਨ ਨੂੰ ਕਮਾਉਂਦੇ ਨੇ, ਉਹਨਾਂ ਦੀਆਂ ਨਿਸ਼ਾਨੀਆਂ ਦੱਸਦੇ ਨੇ। ਗੁਰੂ ਜੀ ਕਹਿੰਦੇ ਨੇ ਸੇਵ ਕੀਤੀ ਸੰਤੋਖੀ। ਅਸਲੀ ਸੇਵਾ ਉਹਨਾਂ ਦੀ ਕੀਤੀ ਹੈ ਜਿਹੜੇ ਸੰਤੋਖੀ ਨੇ। ਯਾਨੀ ਜੇ ਇਹਨਾਂ ਰੋਗਾਂ ਤੋਂ ਮੁਕਤ ਹੋਣਾ ਚਾਹੁੰਦੇ ਹੋ ਤੇ ਪਹਿਲਾ ਗੁਣ ਹੈ ਸੰਤੋਖ। ਜ਼ਿੰਦਗੀ ਦੇ ਅੰਦਰ ਖੁਸ਼ੀ ਕਿਵੇਂ ਆਏਗੀ? ਸੰਤੋਖ ਰਾਹੀਂ। ਇਹ ਜ਼ਿੰਦਗੀ ਦੀ ਭੱਜ ਦੌੜ, ਦੂਜਿਆਂ ਤੋਂ ਅੱਗੇ ਨਿਕਲਣ ਦੀ ਤਾਂਘ, ਦੂਜਿਆਂ ਨਾਲੋਂ ਜ਼ਿਆਦਾ ਪੈਸਾ ਇਕੱਠਾ ਕਰਨ ਦੀ ਤਾਂਘ, ਫਿਰ ਸ਼ਾਰਟਕਟ
कि छेती तो छेती ਤਾਂ ਸ਼ਾਰਟਕਟ ਕਰਕੇ ਬੰਦਾ 2 ਨੰਬਰ ਦੇ ਧੰਦੇ। ਸਭ ਤੋਂ ਪਹਿਲੀ ਗੱਲ ਸੰਤੋਖ, ਸਬਰ, ਕਿ ਜੋ ਕੁਝ ਮੈਨੂੰ ਮਿਲਿਆ ਹੈ ਉਹਦੇ ਤੇ ਖੁਸ਼ ਹੋਣਾ। ਫਾਰ ਐਗਜ਼ਾਮਪਲ, ਮੈਂ ਤੁਹਾਡੇ ਸਾਹਮਣੇ ਬੈਠਾ, ਮੇਰੇ ਹੁਣੇ ਕੱਪੜੇ ਨੇ ਤੇ ਕੱਪੜੇ ਨੇ ਸਸਤੇ, ਤੁਹਾਡੇ ਕੱਪੜੇ ਮਹਿੰਗੇ ਨੇ, ਨਾਈਕੀ ਦੇ ਸੂਟ ਪਾਏ ਨੇ ਤੁਸੀਂ, ਤੇ ਮੇਰੇ ਮਨ ਚ ਆਉਂਦਾ ਯਾਰ ਮੇਰੇ ਤੇ ਕੱਪੜੇ ਬੇਕਾਰ ਨੇ, ਇਹਨਾਂ ਵੀਰਾਂ ਦੇ ਕੱਪੜੇ ਕਿੰਨੇ ਮਹਿੰਗੇ ਨੇ। ਮੈਂ ਅਸੰਤੁਸ਼ਟ ਹੋ ਗਿਆ। ਹੁਣ ਜਿਹੜੇ ਮੈਂ ਕੱਪੜੇ ਪਾਏ ਨੇ ਇਹਨਾਂ ਦੀ ਮੈਂ ਖੁਸ਼ੀ ਨਹੀਂ ਮਾਣ ਰਿਹਾ, ਮੈਂ ਤੁਹਾਡੇ ਕੱਪੜਿਆਂ ਤੋਂ ਸੜ ਰਿਹਾ। ਇੱਕ ਤੇ ਮੇਰੇ ਅੰਦਰ ਜਲਨ ਪੈਦਾ ਹੋਏਗੀ, ਦੂਜਾ ਮੇਰੇ ਅੰਦਰ ਅਸੰਤੁਸ਼ਟੀ ਪੈਦਾ ਹੋਏਗੀ। ਇਹਨਾਂ ਦਾ ਜਿਹੜਾ ਸੁੱਖ ਹੈ ਉਹ ਵੀ ਨਹੀਂ ਮਿਲੇਗਾ। ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਹੇ ਪ੍ਰਭੂ, ਤੇਰਾ ਸ਼ੁਕਰ ਕਿ ਤੂੰ ਮੈਨੂੰ ਆ ਤਨ ਢੱਕਣ ਵਾਸਤੇ ਬਸਤਰ ਦਿੱਤੇ ਨੇ, ਨਹੀਂ ਤਾਂ ਲੋਕ ਤਾਂ ਨੰਗੇ ਫਿਰਦੇ ਨੇ। ਤੇ ਇਹਨਾਂ ਦੀ ਮੈਂ ਖੁਸ਼ੀ ਮਾਣ ਸਕਾਂਗਾ, ਤੇ ਜਦੋਂ ਮੈਂ ਖੁਸ਼ ਹੋਵਾਂਗਾ ਮੈਂ ਮਨ ਲਾ ਕੇ ਕੰਮ ਕਰਾਂਗਾ, ਮਿਹਨਤ ਕਰਕੇ ਤੁਹਾਡੇ ਵਰਗੇ ਕੱਪੜੇ ਖਰੀਦ ਲਵਾਂਗਾ। ਯਾਨੀ ਵਿਕਾਸ ਮੇਰਾ ਹੁੰਦਾ ਰਹੇਗਾ। ਜੋ ਕੁਛ ਮੇਰੇ ਕੋਲ ਹੈ ਮੈਂ ਉਹਦੇ ਨਾਲ ਸੰਤੁਸ਼ਟ ਹਾਂ। ਜਿਹੜਾ ਬੰਦਾ ਸੰਤੁਸ਼ਟ ਹੋ ਜਾਂਦਾ ਨਾ, ਉਹ ਬੰਦਾ ਇਹਨਾਂ ਰੋਗਾਂ ਤੋਂ ਮੁਕਤ ਹੋ ਜਾਂਦਾ। ਦੂਜੀ ਗੱਲ, ਜਿੰਨੀ ਸੱਚੋ ਸੱਚ ਤੇ ਆਇਆ ਗੁਰੂ ਦੇ ਸੇਵਕ ਜਾਂ ਗੁਰ ਕਾ ਬਚਨ ਕਮਾਹੇ, ਜਿਨ੍ਹਾਂ ਨੇ ਰੋਗ ਤੋਂ ਮੁਕਤ ਹੋਣਾ ਹੈ। ਗੁਰ ਕਾ ਬਚਨ ਕਮਾਹੇ ਦੀ ਦੂਜੀ ਨਿਸ਼ਾਨੀ ਹੈ ਕਿ ਸੱਚ ਧਿਆਨ ਦੇ ਵਿੱਚ ਸੱਚ ਹੋਵੇ। ਮਨ, ਬਚਨ ਔਰ ਕਰਮ ਕਰਕੇ ਸੱਚੇ ਹੋਣਾ ਹੈ। ਮਾਨਸਿਕਤਾ ਵੀ ਸੱਚੀ ਹੋਵੇ, ਬੋਲ ਵੀ ਸੱਚੇ ਹੋਣ ਔਰ ਵਿਹਾਰ ਵੀ ਸੱਚਾ ਹੋਵੇ। ਤਾਂ ਜੇ ਸੱਚ ਦੇ ਨਾਲ ਜੁੜ ਜਾਈਏ, ਸੱਚ ਨੂੰ ਸਮਝ ਲਈਏ, ਤਾਂ ਫਿਰ ਬੰਦਾ ਹੋਮੇ ਦਾ ਸ਼ਿਕਾਰ ਨਹੀਂ ਹੋਏਗਾ। ਫਿਰ ਮੈਂ ਤੁਹਾਨੂੰ ਨੀਵਾਂ ਕਿਉਂ ਸਮਝਾਂਗਾ? ਫਿਰ ਮੈਨੂੰ ਸਮਝ ਹੋਏਗੀ ਨਾ ਕਿ ਸਾਰਿਆਂ ਵਿੱਚ ਰੱਬ ਦੀ ਜੋਤ ਹੈ। ਮੇਰਾ ਵੀ ਸਰੀਰ 5 ਤੱਤਾਂ ਤੋਂ ਬਣਿਆ ਹੈ, ਇਹਨਾਂ ਵੀਰਾਂ ਭੈਣਾਂ ਦਾ ਵੀ 5 ਤੱਤਾਂ ਤੋਂ। ਆਕਸੀਜਨ ਨਾਲ ਮੈਂ ਜਿੰਦਾ, ਆਕਸੀਜਨ ਨਾਲ ਇਹ ਜਿੰਦਾ। ਇਹਨਾਂ ਦੇ ਅੰਦਰ ਵੀ ਦਿਲ ਧੜਕ ਰਿਹਾ ਹੈ, ਮੇਰੇ ਅੰਦਰ ਵੀ ਦਿਲ ਧੜਕ ਰਿਹਾ। ਮੈਂ ਇਹਨਾਂ ਤੋਂ ਉੱਚਾ ਨਹੀਂ, ਵਿਸ਼ੇਸ਼ ਨਹੀਂ, ਮੈਂ ਇਹਨਾਂ ਵਰਗਾ ਹਾਂ। ਤਾਂ ਮੈਂ ਤੁਹਾਡੇ ਨਾਲ ਭਰਾਵਾਂ ਵਰਗਾ ਵਿਹਾਰ ਕਰਾਂ। ਤੇ ਜਦੋਂ ਮੈਨੂੰ ਸੱਚ ਦੀ ਸਮਝ ਆ ਜਾਏਗੀ ਤਾਂ ਫਿਰ ਮੇਰੇ ਅੰਦਰ ਹੀਨ ਭਾਵਨਾ ਵੀ ਨਹੀਂ ਆਏਗੀ ਕਿ ਜੇ ਇਹ ਕੰਮ ਕਰ ਸਕਦੇ ਨੇ ਮੈਂ ਵੀ ਕਰ ਸਕਦਾ। ਇੱਕ ਬੰਦਾ ਪੜ੍ਹ ਸਕਦਾ, ਮੈਂ ਵੀ ਪੜ੍ਹ ਸਕਦਾ। ਜੇ ਇੱਕ ਬੰਦਾ ਦੌੜ ਰਿਹਾ ਹੈ, ਰੇਸ ਲਾ ਰਿਹਾ ਹੈ, ਸੈਰ ਕਰ ਰਿਹਾ ਹੈ, ਮੈਂ ਵੀ ਕਰ ਸਕਦਾ। ਮੇਰੇ ਅੰਦਰ ਹੀਨ ਭਾਵਨਾ ਵੀ ਨਹੀਂ ਆਏਗੀ। ਨਾ ਇਨਫੀਰੀਓਰਿਟੀ ਕੰਪਲੈਕਸ ਆਏਗਾ, ਨਾ ਸੁਪਰੀਓਰਿਟੀ ਕੰਪਲੈਕਸ ਆਏਗਾ। ਸੱਚ ਦੀ ਪਛਾਣ। ਇਸ ਲਈ ਦੂਜਾ ਗੁਣ ਹੈ ਸੱਚ ਬੋਲਣਾ, ਸੱਚ ਸੁਣਨਾ, ਸੱਚ ਵੇਖਣਾ, ਸੱਚ ਕਮਾਣਾ, ਸੱਚ ਦਾ ਸੰਗ੍ਰਹਿਣ ਕਰਨਾ। ਇਹ ਗੁਰੂ ਦੇ ਸੇਵਕ ਦੀ ਨਿਸ਼ਾਨੀ ਹੈ। ਤੇ ਗੁਰੂ ਦਾ ਬਚਨ ਹੈ, ਪਹਿਲਾ ਸੰਤੋਖ, ਦੂਜਾ ਸੱਚ। ਤੇ ਦੇਖੋ, ਇਸ ਦੁਨੀਆ ਦੇ ਅੰਦਰ ਕਈ ਸਾਰੇ ਲੋਕ ਪਛੜ ਗਏ। ਸੰਤੋਖੀ ਬੰਦਾ ਕਿਸੇ ਨੂੰ ਦੇ ਵੀ ਸਕੇਗਾ, ਹੈਲਪ ਵੀ ਕਰ ਪਾਏਗਾ। ਅਗਲਾ ਬਚਨ ਹੈ, ਓਨੀ ਮੰਦੇ ਪੈਰ ਨਾ ਰੱਖਿਓ। ਗੁਰੂ ਦਾ ਬਚਨ ਤੀਜਾ ਕੀ ਹੈ? ਮੰਦੇ ਪਾਸੇ ਪੈਰ ਨਹੀਂ ਰੱਖਣਾ। ਜੇ ਕੋਈ ਕਵੇ ਨਾ ਵੀ ਆ ਤੁਰ ਜੂਆ ਖੇਲਣ ਚੱਲੀਏ, ਜੂਆ ਖੇਲਣ ਜਾਣਾ ਤਾਂ ਦੂਰ ਦੀ ਗੱਲ, ਜੂਏ ਦੀ ਗੱਲ ਵੀ ਨਹੀਂ ਸੁਣਨੀ। ਕਦੇ ਮਨ ਦੇ ਵਿੱਚ ਵਿਚਾਰ ਵੀ ਨਹੀਂ ਪੈਦਾ ਕਰਨਾ ਕਿ ਮੈਂ ਜੂਆ ਖੇਲ ਕੇ ਅਮੀਰ ਹੋਵਾਂਗਾ। ਜੂਏ ਬਾਰੇ ਸੋਚਣਾ ਵੀ ਨਹੀਂ, ਅੰਦਰ ਵਿਚਾਰ ਵੀ ਪੈਦਾ ਨਾ ਹੋਵੇ। ਕਿਸੇ ਦੂਜੇ ਨੂੰ ਨੀਵਾਂ ਵਿਖਾਣਾ ਹੰਕਾਰ ਕਰਕੇ, ਇਹ ਤਾਂ ਦੂਰ ਦੀ ਗੱਲ। ਇਹ ਕਦੇ ਮਨ ਦੇ ਵਿੱਚ ਵੀ ਨਾ ਆਵੇ ਕਿ ਕੋਈ ਮੇਰੇ ਤੋਂ ਨੀਵਾਂ ਹੈ, ਦਿਮਾਗ ਵਿੱਚ ਵੀ ਨਾ। ਇਹਨੂੰ ਕਹਿੰਦੇ ਨੇ ਉਨੀ ਮੰਦੇ ਪੈਰ ਨਾ ਰੱਖੇ। ਕਿਸੇ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਵੇਖਣਾ ਤਾਂ ਦੂਰ ਦੀ ਗੱਲ, ਇਹ ਦਿਮਾਗ ਦੇ ਵਿੱਚ ਵੀ ਨਾ ਆਏ। ਉਨੀ ਮੰਦੇ ਪੈਰ ਨਾ ਰੱਖਿਓ। ਜਿਹੜਾ ਮੰਦੇ ਪਾਸੇ ਪੈਰ ਨਹੀਂ ਰੱਖੇਗਾ, ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਵੀ ਪੈਦਾ ਨਹੀਂ ਹੋਏਗਾ ਔਰ ਸੁਪਰੀਓਰਿਟੀ ਕੰਪਲੈਕਸ ਵੀ ਪੈਦਾ ਨਹੀਂ ਹੋਏਗਾ। ਸਾਡੀ ਨੈਗੇਟਿਵ ਥਿੰਕਿੰਗ ਦਾ ਰਿਜ਼ਲਟ ਹੈ, ਨਤੀਜਾ ਹੈ ਕਿ ਅਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਾਂ। ਤੇ ਨਕਾਰਾਤਮਕ ਸੋਚ ਦੁਨੀਆ ਦਾ ਸਭ ਤੋਂ ਵੱਡਾ ਪਾਪ ਹੈ, ਦੁਨੀਆ ਦਾ ਸਭ ਤੋਂ ਵੱਡਾ ਅਪਰਾਧ ਹੈ। ਅਸੀਂ ਅਗਿਆਨਤਾਵਸ਼ ਆਪਣੇ ਕਿੰਨੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ। ਕਾਕਾ ਇਧਰ ਨਾ ਜਾਈ, ਉਧਰ ਨਾ ਜਾਈ, ਇਹ ਨਾ ਕਰੀ, ਤੇਰੇ ਤੋਂ ਇਹ ਨਹੀਂ ਹੋਣਾ, ਤੂੰ ਐਵੇਂ ਹੀ ਰਹਿਣਾ ਡੰਗਰ, ਤੂੰ ਨਾ ਡੀਸੀ ਲੱਗ ਗਿਆ, ਵੇਖ ਗੁਆਂਢੀਆਂ ਦਾ ਮੁੰਡਾ ਕਿੰਨੇ ਨੰਬਰ ਲੈ ਕੇ ਆਉਂਦਾ ਤੇ ਤੂੰ। ਇਹੋ ਜਿਹੀਆਂ ਗੱਲਾਂ ਕਰ ਕਰਕੇ ਅਸੀਂ ਆਪਣੇ ਬੱਚਿਆਂ ਦੇ ਅੰਦਰ ਇਹ ਚੀਜ਼ਾਂ ਬਿਠਾ ਦਿੱਤੀਆਂ ਕਿ ਮੈਂ ਕੁਛ ਨਹੀਂ ਕਰ ਸਕਦਾ। ਤਾਂ ਇਹ ਨੈਗੇਟਿਵ ਬੋਲਣੇ ਇਹ ਬਿਲਕੁਲ ਅਪਰਾਧ ਹੈ।
ਨਾ ਆਪਣੇ ਵਾਸਤੇ ਬੋਲੋ, ਨਾ ਕਿਸੇ ਦੂਜੇ ਵਾਸਤੇ ਬੋਲੋ। ਤਾਂ ਮੰਦੇ ਪੈਰ, ਪਹਿਲੀ ਗੱਲ ਇਹ ਨੈਗੇਟਿਵਿਟੀ ਨਹੀਂ ਆਏਗੀ। ਤੇ ਦੂਜਾ ਮੰਦਾ ਹੈ ਕਿ ਕਿਸੇ ਨੂੰ ਆਪਣੇ ਤੋਂ ਨੀਵਾਂ ਨਾ ਵਿਖਾਓ। ਤਾਂ ਆਟੋਮੈਟਿਕਲੀ ਬੰਦਾ ਇਸ ਹਉਮੈ ਦੇ ਰੋਗ ਤੋਂ ਮੁਕਤ ਹੋ ਜਾਏਗਾ। ਕਰ ਸੁਕ੍ਰਿਤ, ਸੁਕ੍ਰਿਤ ਦਾ ਮਤਲਬ ਚੰਗੀ ਕਿਰਤ। ਦੇਖੋ ਕਿਰਤ ਚੋਰ ਦੀ ਵੀ ਹੈ, ਕਿਰਤ 2 ਨੰਬਰ ਦੇ ਧੰਦੇ ਕਰਨ ਵਾਲਿਆਂ ਦੀ ਵੀ ਹੈ। ਕਿਰਤ ਉਹ ਏਜੰਟ ਵੀ ਕਰ ਰਹੇ ਨੇ ਨਾ, ਵਿਦੇਸ਼ ਦੇ ਵਿੱਚ ਘੱਲਣ ਦੇ ਨਾਮ ਦੇ ਉੱਤੇ ਕਿੰਨੇ ਲੋਕਾਂ ਨੂੰ ਲੁੱਟ ਲੈਂਦੇ ਨੇ, ਕਿੰਨੇ ਬੱਚਿਆਂ ਦੀ ਜਾਨ ਚਲੀ ਜਾਂਦੀ ਕਿਰਤ ਤੇ ਉਹਨਾਂ ਦੀ, ਪਰ ਉਹ ਸੁਕ੍ਰਿਤ ਨਹੀਂ ਹੈ। ਕਿਰਤ 2 ਨੰਬਰ ਦੀਆਂ ਦਵਾਈਆਂ ਵੇਚਣ ਵਾਲਿਆਂ ਦੀ ਵੀ ਡੁਪਲੀਕੇਟ, ਪਰ ਉਹ ਸੁਕ੍ਰਿਤ ਨਹੀਂ ਹੈ। ਕਰ ਸੁਕ੍ਰਿਤ, 10 ਨਵਾਂ ਦੀ ਧਰਮ ਦੀ ਕਿਰਤ, ਯਾਨੀ ਸਾਡੇ ਹਰ ਕਰਮ ਦਾ ਬੇਸ ਸੱਚ ਹੋਵੇ। ਤੇ ਜਿਸ ਬੰਦੇ ਦੀ ਕਿਰਤ ਚੰਗੀ ਹੈ ਉਹ ਬੰਦਾ ਕਿਤੇ ਡਿਪਰੈਸ਼ਨ ਦਾ ਜਾਂ ਹੰਕਾਰ ਦਾ ਸ਼ਿਕਾਰ ਨਹੀਂ ਹੋਏਗਾ। ਜ਼ਰੂਰੀ ਹੈ ਇਹ ਚੀਜ਼ਾਂ। ਕਰ ਸੁਕ੍ਰਿਤ, ਸਾਨੂੰ ਆਪਣੀ ਕਿਰਤ ਵੱਲ ਵੇਖਣਾ ਪਵੇਗਾ। ਫਿਰ ਅਗਲਾ ਸ਼ਬਦ ਹੈ ਧਰਮ ਕਮਾਇਆ। ਇੱਥੇ ਧਰਮ ਦਾ ਮਤਲਬ ਮਾਲਾ ਫੇਰਨੀ ਨਹੀਂ ਹੈ, ਧਰਮ ਦਾ ਮਤਲਬ ਸਮਾਧੀਆਂ ਲਾਣਾ ਨਹੀਂ ਹੈ। ਧਰਮ ਦਾ ਮਤਲਬ ਇੱਥੇ ਹੈ ਫਰਜ਼। ਸਾਡੇ ਫਰਜ਼ ਕੀ ਨੇ? ਦੇਖੋ ਮੇਰੇ ਸਾਹਮਣੇ ਭੈਣਾਂ ਤੁਸੀਂ ਬੈਠੀਆਂ, ਤਾਂ ਔਰਤ ਸਭ ਤੋਂ ਪਹਿਲਾਂ ਕਿਸੇ ਦੀ ਬੇਟੀ ਹੈ, ਭੈਣ ਹੈ, ਪਤਨੀ ਹੈ, ਮਾਂ ਹੈ, ਨੂੰਹ ਹੈ, ਸੱਸ ਹੈ, ਦਰਾਣੀ ਜਠਾਣੀ ਹੈ। ਕਿੰਨੇ ਰਿਸ਼ਤੇ ਨੇ ਔਰਤ ਦੇ। ਸੱਚ ਨੂੰ ਬੇਸ ਬਣਾ ਕੇ ਇਮਾਨਦਾਰੀ ਦੇ ਨਾਲ ਇਹਨਾਂ ਰਿਸ਼ਤਿਆਂ ਦੇ ਫਰਜ਼ ਨਿਭਾਣੇ, ਇਹ ਔਰਤ ਦਾ ਧਰਮ ਹੈ। ਵੀਰ ਮੇਰੇ ਸਾਹਮਣੇ ਸੀ, ਤੁਸੀਂ ਬੈਠੇ ਹੋ, ਤਾਂ ਬੰਦਾ ਜਿਹੜਾ ਹੈ ਪੁੱਤਰ ਹੈ, ਕਿਸੇ ਦਾ ਪਿਤਾ ਹੈ, ਬੇਟਾ ਹੈ, ਪਤੀ ਹੈ, ਸਹੁਰਾ ਹੈ, ਜਵਾਈ ਹੈ, ਚਾਚਾ ਤਾਇਆ ਹੈ, ਰਿਸ਼ਤੇਦਾਰ ਹੈ। ਕਿੰਨੇ ਫਰਜ਼ ਨੇ। ਇਮਾਨਦਾਰੀ ਨਾਲ ਸੱਚ ਨੂੰ ਬੇਸ ਬਣਾ ਕੇ ਇਹਨਾਂ ਫਰਜ਼ਾਂ ਨੂੰ ਪੂਰੀਆਂ ਕਰਨਾ। ਤੇ ਇਹ ਫਰਜ਼ ਇਹਨਾਂ ਰਿਸ਼ਤਿਆਂ ਤੱਕ ਸੀਮਤ ਨਹੀਂ ਹਨ। ਧਰਮੀ ਬੰਦਾ ਉਹ ਹੈ ਜਿਹੜਾ ਵੱਡਾ ਇਹ ਯੂਨੀਵਰਸ ਹੈ, ਓਡੇ ਵੱਡੇ ਹੀ ਫਰਜ਼ ਨੇ। ਹਵਾ ਲਈ ਕੀ ਫਰਜ਼ ਨੇ, ਵਨਸਪਤੀ ਵਾਸਤੇ ਕੀ ਫਰਜ਼ ਨੇ, ਪਸ਼ੂ ਪੰਛੀਆਂ ਲਈ ਕੀ ਫਰਜ਼ ਨੇ। ਦੇਖੋ ਭਗਤ ਪੂਰਨ ਸਿੰਘ ਸੀ ਨਾ, ਕਿਸੇ ਗਾਂ ਮੱਝ ਨੇ ਸੜਕ ਦੇ ਉੱਤੇ ਗੋਹਾ ਕੀਤਾ ਹੁੰਦਾ ਸੀ ਨਾ, ਤਾਂ ਉਹ ਆਪਣੇ ਹੱਥਾਂ ਦੇ ਨਾਲ ਗੋਹਾ ਚੁੱਕ ਕੇ ਕਿਸੇ ਫਸਲ ਵਿੱਚ ਜਾਂ ਕਿਸੇ ਪੇੜ ਦੇ ਜੜ ਵਿੱਚ ਪਾ ਦਿੰਦਾ ਹੁੰਦਾ। ਇਹਨੂੰ ਕਹਿੰਦੇ ਨੇ ਫਰਜ਼। ਤੇ ਅਸੀਂ ਖਾਧਾ ਕੇਲਾ ਤੇ ਸੜਕ ਦੇ ਉੱਤੇ ਉਹ ਭੁਆ ਕੇ ਮਾਰਿਆ, ਕੋਕ ਪੀਤਾ ਉਧਰ ਸੁੱਟਤਾ ਗੰਦਗੀ, ਇਹ ਫਰਜ਼ ਨਹੀਂ ਹਨ। ਤਾਂ ਜੇਕਰ ਅਸੀਂ ਡਿਪਰੈਸ਼ਨ ਤੋਂ ਜਾਂ ਹੰਕਾਰ ਤੋਂ ਬਚਣਾ ਚਾਹੁੰਦੇ ਹਾਂ ਤਾਂ ਇਮਾਨਦਾਰੀ ਨਾਲ ਆਪਣੇ ਫਰਜ਼ ਪੂਰੇ ਕਰਨੇ ਨੇ। ਪਤੀ ਪਤਨੀ ਦੀ ਆਪਸ ਵਿੱਚ ਬਣਦੀ ਨਹੀਂ, ਕਿਉਂਕਿ ਦੋਵੇਂ ਹੱਕ ਮੰਗ ਰਹੇ ਨੇ। ਤਾਂ ਹੱਕ ਮੰਗਣੇ ਛੱਡ ਦਿਓ, ਫਰਜ਼ ਪੂਰੇ ਕਰੋ। ਪਤੀ ਇਮਾਨਦਾਰੀ ਨਾਲ ਆਪਣੇ ਫਰਜ਼ ਪੂਰੇ ਕਰੇ, ਹੱਕ ਨਾ ਮੰਗੇ, ਤਾਂ ਜੋ ਪਤੀ ਦੇ ਫਰਜ਼ ਨੇ ਉਹ ਪਤਨੀ ਦੇ ਹੱਕ ਨੇ, ਉਹਨੂੰ ਆਟੋਮੈਟਿਕਲੀ ਮਿਲ ਜਾਣਗੇ। ਪਤਨੀ ਹੱਕ ਨਾ ਮੰਗੇ, ਇਮਾਨਦਾਰੀ ਨਾਲ ਫਰਜ਼ ਪੂਰੇ ਕਰੇ, ਜੋ ਪਤਨੀ ਦੇ ਫਰਜ਼ ਨੇ ਉਹ ਪਤੀ ਦੇ ਹੱਕ ਨੇ, ਆਟੋਮੈਟਿਕਲੀ ਮਿਲ ਜਾਣਗੇ। ਘਰ 'ਚ ਵਿਵਾਦ ਨਹੀਂ ਹੋਏਗਾ। ਅਗਲਾ ਬਚਨ ਕਰਦੇ ਨੇ, ਓਨੀ ਦੁਨੀਆ ਤੋੜੇ ਬੰਧਨਾ। ਗੁਰੂ ਦਾ ਬਚਨ ਕਮਾਉਣ ਵਾਲਾ ਜੋ ਹਉਮੈ ਦੇ ਰੋਗ ਤੋਂ ਮੁਕਤ ਹੋਣਾ ਚਾਹੁੰਦਾ ਹੈ, ਉਹਨੂੰ ਦੁਨੀਆ ਦੇ ਬੰਧਨ ਤੋੜਨੇ ਪੈਣਗੇ। ਜਾਤੀਵਾਦ ਦਾ ਬੰਧਨ, ਹੰਕਾਰ ਦਾ ਬੰਧਨ, ਲੋਭ ਦਾ ਬੰਧਨ, ਦਾਜ ਦਹੇਜ ਦੇ ਬੰਧਨ, ਕਿੰਨੇ ਸਾਰੇ ਬੰਧਨ ਨੇ। ਦੇਖੋ ਆ ਦਾਜ ਕਿੱਡੀ ਵੱਡੀ ਲਾਹਨਤ ਹੈ। ਬੇਟੀ ਦਾ ਵਿਆਹ ਕੀਤਾ ਹੈ ਤੇ ਸਹੁਰਾ ਪਰਿਵਾਰ ਸੋਚਦਾ ਯਾਰ ਫਰਨੀਚਰ ਦਾ ਰੰਗ ਬੜੀ ਛੇਤੀ ਲੱਥ ਗਿਆ, ਆ ਸੂਟ ਫੇਡ ਹੋ ਗਿਆ, ਏਡੀ ਛੇਤੀ ਰੰਗ ਲੈ ਗਿਆ। ਉਹ ਰੰਗ ਬਾਰੇ ਸੋਚ ਰਹੇ ਨੇ ਤੇ ਲੜਕੀ ਦਾ ਪਿਤਾ ਸੋਚ ਰਿਹਾ ਹੈ ਜਿਹੜਾ ਮੈਂ ਕਰਜ਼ਾ ਲੈ ਕੇ ਵਿਆਹ ਕੀਤਾ ਉਹ ਕਰਜ਼ਾ ਕਦੋਂ ਲੁੱਟੇਗਾ, ਸਾਰੀ ਉਮਰ ਨਹੀਂ ਲੈਣਾ। ਗੜਬੜ ਹੋ ਗਈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਇਹ ਦੁਨੀਆ ਦੇ ਬੰਧਨਾਂ ਨੂੰ ਤੋੜ ਦਿੰਦਾ ਹੈ। ਜਿਹਦੇ ਅੰਦਰ ਈਗੋ ਨਹੀਂ ਹੈ, ਜਿਹੜਾ ਈਗੋ ਤੋਂ ਬਚਣਾ ਚਾਹੁੰਦਾ ਹੈ, ਉਹਦੇ ਵਾਸਤੇ ਇਹ ਨਿਯਮ ਹੈ ਕਿ ਦੁਨੀਆ ਦੇ ਬੰਧਨਾਂ ਨੂੰ ਤੋੜੋ। ਮਾਇਆ ਦੇ ਬੰਧਨ, ਵਿਕਾਰਾਂ ਦੇ ਬੰਧਨ, ਪਾਪ ਦਾ ਬੰਧਨ, ਹੰਕਾਰ ਦਾ ਬੰਧਨ, ਲੋਭ ਦਾ ਬੰਧਨ, ਜਾਤੀਵਾਦ ਦਾ ਬੰਧਨ, ਮੇਰ ਤੇਰ ਦੇ ਬੰਧਨ, ਇਹਨਾਂ ਬੰਧਨਾਂ ਨੂੰ ਉਹ ਤੋੜ ਦਿੰਦਾ ਹੈ। ਤੇ ਜਿਹੜਾ ਇਹਨਾਂ ਬੰਧਨਾਂ ਨੂੰ ਤੋੜ ਦਵੇ ਉਹ ਇਹਨਾਂ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ। ਅੰਨ ਪਾਣੀ ਥੋੜਾ ਖਾਇਆ। ਹੁਣ ਅੰਨ ਪਾਣੀ ਥੋੜਾ ਖਾਣ ਦਾ ਮਤਲਬ ਹੈ ਕਿ ਲੋੜਾਂ ਆਪਣੀਆਂ ਸੀਮਤ ਕਰਨੀਆਂ ਨੇ। ਦੇਖੋ ਜਿਵੇਂ ਹੁਣ ਮੈਂ ਹਾਂ, ਮੈਂ ਤਾਂ ਵਿਹਲਾ, ਮੈਂ ਥੋੜੀ ਖੁਰਾਕ ਘੱਟ ਵੀ ਖਾ ਲਵਾਂਗਾ ਤਾਂ ਮੇਰਾ ਕੰਮ ਠੀਕ ਚੱਲੇਗਾ। ਔਰ ਮੈਨੂੰ ਥੋੜੀ ਖੁਰਾਕ ਘੱਟ ਖਾਣੀ ਚਾਹੀਦੀ ਹੈ ਕਿਉਂਕਿ ਮੈਂ ਕੋਈ ਫਿਜ਼ੀਕਲੀ ਵਰਕ ਨਹੀਂ ਨਾ ਕਰ ਰਿਹਾ। ਜੇ ਮੈਂ ਖੁਰਾਕ ਜ਼ਿਆਦਾ ਖਾਵਾਂਗਾ
ਫਿਜ਼ੀਕਲੀ ਵਰਕ ਨਹੀਂ ਕਰਾਂਗਾ, ਸਿਹਤ ਖਰਾਬ ਹੋਏਗੀ, weight ਵਧੇਗਾ ਜਾਂ ਹੋਰ ਕੋਈ ਰੋਗ ਪੈਦਾ ਹੋਏਗਾ। ਪਰ ਇੱਕ ਬੰਦਾ ਕਈ ਦਾ ਕੰਮ ਕਰਦਾ ਹੈ, ਫੈਕਟਰੀ ਕਾਰਖਾਨੇ ਵਿੱਚ ਕੰਮ ਕਰਦਾ ਹੈ, ਤਾਂ ਉਸ ਬੰਦੇ ਦੀ ਖੁਰਾਕ ਤਾਂ ਚਾਹੀਦੀ ਨਾ। ਜੇ ਉਹ ਖੁਰਾਕ ਘੱਟ ਖਾਏਗਾ ਤਾਂ ਉਹ ਗੜਬੜ ਹੋ ਜਾਏਗੀ। ਤਾਂ ਇੱਥੇ ਅੰਨ ਪਾਣੀ ਥੋੜਾ ਖਾਇਆ ਦਾ ਮਤਲਬ ਵੀ ਚਸਕਿਆਂ ਵਿੱਚ ਨਹੀਂ ਪੈਣਾ। ਲੰਗਰ ਪ੍ਰਸ਼ਾਦਾ ਛਕਣਾ, ਦੁੱਧ ਘਿਓ ਦਹੀਂ ਲੱਸੀ ਜਾਂ ਜਿਹੜਾ ਮੌਸਮੀ ਫਲ ਮੌਸਮੀ ਸਬਜ਼ੀਆਂ ਖਾਣਾ, ਇਹ ਸਾਡਾ ਹੱਕ ਹੈ। ਲੇਕਿਨ ਹਰ ਟਾਈਮ ਚਾਟ ਪਕੌੜੇ ਖਾਈ ਜਾਂਦੇ, ਗੋਲ ਗੱਪੇ ਖਾਈ ਜਾਣੇ, ਪੀਜੇ ਬਰਗਰ, ਜੇ ਐਸਾ ਅਸੀਂ ਖਾਵਾਂਗੇ ਤਾਂ ਸਰੀਰ ਰੋਗੀ ਹੋਏਗਾ। ਯਾਨੀ ਖੁਰਾਕ ਆਪਣੀ ਠੀਕ ਰੱਖੇ। ਨੰਬਰ 2, ਆਪਣੀਆਂ ਲੋੜਾਂ ਨੂੰ ਸੀਮਤ ਕਰੇ। ਦੇਖੋ, ਇਹ ਕੱਪੜਾ ਪਾਣਾ ਮੇਰੀ ਲੋੜ ਹੈ, ਪਰ 1.5 ਕਰੋੜ ਦਾ ਸੂਟ ਪਾਣਾ ਇਹ ਲੋੜ ਨਹੀਂ ਹੈ। ਜੇ ਮੈਂ 1.5 ਕਰੋੜ ਦੇ ਸੂਟ ਵਾਸਤੇ ਦੌੜ ਭੱਜ ਕਰਾਂਗਾ ਤਾਂ ਸਾਰਾ ਜ਼ਿੰਦਗੀ ਅਸਤ ਵਿਅਸਤ ਹੋਏਗੀ। 2 3 4 ਬੈਡਰੂਮਾਂ ਦਾ ਘਰ ਹਰ ਬੰਦੇ ਨੂੰ ਚਾਹੀਦਾ ਪਰਿਵਾਰ ਮੁਤਾਬਕ, ਪਰ ਜੇ 26 ਮੰਜ਼ਲੀ ਕੋਠੀ ਬਣਾ ਕੇ ਕੋਈ ਰਹਿਣਾ ਪਵੇ ਤਾਂ ਉਹ ਲੋੜ ਨਹੀਂ ਹੈ। ਆਪਣੀਆਂ ਲੋੜਾਂ ਨੂੰ ਸੀਮਤ ਕਰੇ। ਜਿਹਦੀਆਂ ਲੋੜਾਂ ਸੀਮਤ ਨੇ ਨਾ, ਉਹ ਬੰਦਾ ਨਾ ਤੇ ਹੰਕਾਰ ਦਾ ਸ਼ਿਕਾਰ ਹੁੰਦਾ, ਨਾ ਡਿਪਰੈਸ਼ਨ ਦਾ ਸ਼ਿਕਾਰ। ਅਗਲਾ ਬਚਨ ਕਰਦੇ ਨੇ, ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀ ਅਗਲਾ। हे ਮਾਲਕ, ਤੂੰ ਬਖਸ਼ਿਸ਼ਾਂ ਕਰਨ ਵਾਲਾ ਹੈ, ਬਖਸ਼ਿਸ਼ਾਂ ਕਰਨ ਵਾਲਾ ਹੈ। ਨਿਤ ਦੇਵੇਂ ਚੜ੍ਹੇ ਸਵਾਇਆ, ਤੂੰ ਰੋਜ਼ ਦੇ ਰਿਹਾ ਹੈ ਔਰ ਇਹ ਸਵਾਇਆ ਸਵਾਇਆ ਹੋਈ ਜਾ ਰਿਹਾ ਹੈ। ਯਾਨੀ ਸਕਾਰਾਤਮਕ ਸੋਚ ਹੋਵੇ ਔਰ ਵੰਡ ਕੇ ਛਕਣ ਵਾਲਾ ਹੋਵੇ, ਕਿਉਂਕਿ ਰੱਬ ਵੰਡ ਰਿਹਾ ਹੈ ਨਾ, ਦੇ ਰਿਹਾ ਹੈ ਦਾਤਾਂ। ਰੱਬ ਸਾਡੇ ਤੋਂ ਮੰਗ ਨਹੀਂ ਰੱਖਦਾ ਕੋਈ ਵੀ। ਇਹ ਸਾਡੀਆਂ ਆਪਣੀਆਂ ਉਹ ਨੇ ਕਿ ਰੱਬਾ ਮੈਂ ਕੇਲਿਆਂ ਦੀ ਦਰਜਨ ਚੜਾ ਦਿਆਂਗਾ ਸਾਡੇ ਬਾਗ ਨੂੰ, ਇਤਕੀ ਫਲ ਚੰਗਾ ਲੱਗੇ। ਬੰਦਾ ਪੁੱਛੇ ਵੀ ਜਿੰਨੇ ਬਾਗ ਨੂੰ ਫਲ ਲੈਣਾ ਉਹ ਕੇਲਿਆਂ ਦੀ ਦਰਜਨ ਆਪ ਨਾ ਲੈ ਲੇਗਾ। ਕਹਿਣ ਤੋਂ ਭਾਵ ਕਿ ਉਹ ਸਾਡੇ ਤੋਂ ਮੰਗ ਨਹੀਂ ਰੱਖਦਾ, ਉਹ ਸਾਨੂੰ ਦੇ ਰਿਹਾ ਹੈ। ਧਰਤੀ ਦਿੱਤੀ, ਚੰਦਰਮਾ ਦਿੱਤਾ, ਸੂਰਜ ਦਿੱਤਾ, ਗ੍ਰਹਿ ਨਕਸ਼ਤਰ ਤਾਰੇ ਸਿਆਰੇ ਸਿਤਾਰੇ, ਅਨੰਤ ਆਕਾਸ਼ ਗੰਗਾਵਾਂ, ਖੰਡ ਮੰਡਲ ਬ੍ਰਹਿਮੰਡ, ਅਨੇਕਾਂ ਕਿਸਮ ਦਾ ਅਨਾਜ ਫਲ ਫੁੱਲ, ਸਰੀਰ, ਕਿੰਨਾ ਕੁਛ ਦਿੱਤਾ, ਦੇਈ ਜਾ ਰਿਹਾ। ਤੇ ਜਿਹੜਾ ਦੇਣ ਵਾਲਾ ਹੈ ਉਹ ਖੋਣ ਵਾਲਿਆਂ ਦੇ ਨਾਲ ਪਿਆਰ ਨਹੀਂ ਕਰਦਾ। ਤੇ ਜਿਹੜਾ ਦੇਣ ਵਾਲਾ ਬੰਦਾ ਨਾ, ਵੰਡ ਕੇ ਛਕਣ ਵਾਲਾ, ਉਹਦੀ ਜ਼ਿੰਦਗੀ ਅੰਦਰ ਖੁਸ਼ੀ ਹੁੰਦੀ ਹੈ। ਜੇ ਤੁਸੀਂ ਵੰਡ ਕੇ ਛਕੋਗੇ ਨਾ, ਕਿੰਨਾ ਚੰਗਾ ਰਿਵਾਜ ਹੁੰਦਾ ਸੀ। ਮੇਰੀ ਉਮਰ ਦੀਆਂ ਭੈਣਾਂ ਵੀਰ ਬੈਠੇ ਪਿੰਡ, ਜੇ ਕੋਈ ਸਬਜ਼ੀ ਬਣਾਉਂਦਾ ਸੀ ਨਾ, ਕਿਸੇ ਨੇ ਮਿੱਠੇ ਚੌਲ ਬਣਾਣੇ ਤੇ 2 ਗੁਆਂਢੀਆਂ ਵੱਲ ਜ਼ਰੂਰ ਕੌਲੀ ਚ ਪਾ ਕੇ ਦੇ ਕੇ ਆਉਂਦੇ ਸੀ। ਜੇ ਕਿਤੇ ਪ੍ਰਾਹੁਣੇ ਨੇ ਆਉਣਾ, ਕੇਲਿਆਂ ਦੀ ਦਰਜਨ ਲੈ ਕੇ ਆਉਂਦਾ ਸੀ ਤੇ 2 2 ਕੇਲੇ ਗੁਆਂਢੀਆਂ ਵੱਲ ਵੀ ਲੋਕ ਦਿੰਦੇ ਸੀ। ਇੱਕ ਦੂਜੇ ਵੱਲੋਂ ਸਬਜ਼ੀ ਭਾਜੀ ਫੜ ਲਈਦੀ ਸੀ। ਕਿੰਨਾ ਚੰਗਾ ਸੀ ਨਾ ਰਿਵਾਜ ਵੰਡ ਕੇ ਛਕਣ ਦਾ। ਤੇ ਜਦੋਂ ਵੰਡ ਕੇ ਛਕਾਂਗੇ, ਮੇਰਾ ਕੋਈ ਦੁੱਖ ਹੈ, ਤੁਸੀਂ ਮੇਰੇ ਦੁੱਖ ਵਿੱਚ ਸ਼ਾਮਲ ਹੋਵੋਗੇ, ਮੈਂ ਤੁਹਾਡੇ ਦੁੱਖ ਵਿੱਚ ਸ਼ਾਮਲ ਹੋਵਾਂਗਾ, ਤਾਂ ਮੈਨੂੰ ਚਿੰਤਾ ਨਹੀਂ ਹੋਏਗੀ ਯਾਰ ਮੇਰੇ ਇੰਨੇ ਵੀਰ ਭੈਣ ਭਰਾ ਬੈਠੇ ਨੇ, ਕੋਈ ਦੁੱਖ ਹੋਏਗਾ ਤੇ ਮੇਰੇ ਨਾਲ ਨੇ, ਸੁੱਖ ਹੋਏਗਾ ਮੇਰੇ ਨਾਲ ਨੇ, ਮੈਂ ਤੁਹਾਡੇ ਨਾਲ ਆ। ਤਾਂ ਡਿਪਰੈਸ਼ਨ ਫਿਰ ਕਾਹਦਾ, ਹੰਕਾਰ ਕਾਹਦਾ। ਅਗਲਾ ਬਚਨ ਕਰਦੇ ਨੇ, ਵਡਿਆਈ ਵੱਡਾ ਪਾਏ। ਵਡਿਆਈ ਦਾ ਮਤਲਬ ਸਿਫਤ ਸਲਾਹ। ਜੋ ਇਨਸਾਨ ਸਿਫਤ ਸਲਾਹ ਕਰਦੇ ਨੇ, ਉਹ ਬੰਦੇ ਫਿਰ ਵੱਡੇ ਰੱਬ ਨੂੰ ਪਾ ਲੈਂਦੇ ਨੇ। ਨਾ ਉਹਨਾਂ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਰਹਿੰਦਾ, ਨਾ ਉਹਨਾਂ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਰਹਿੰਦਾ ਹੈ। ਉਹ ਪ੍ਰਭੂ ਦੇ ਅੰਦਰ ਮਿਲ ਕੇ ਪ੍ਰਭੂ ਵਰਗੇ ਹੋ ਜਾਂਦੇ। ਉਹ ਫਿਰ ਕਹਿ ਦਿੰਦੇ ਨੇ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਪੈ ਹੈ, ਕੋਈ ਨਾ ਸਕੇ ਪਛਾਨੀ। ਤੂੰ ਕਰਤਾ ਤੂੰ ਹੁਆ, ਤੂੰ ਕਰਦਾ ਮੈਂ ਤੇਰਾ ਹੀ ਰੂਪ ਹੋ ਗਿਆ। ਤੇ ਜਿਨਨੇ ਆਪਣੀ ਸੁਰਤ ਨੂੰ ਰੱਬੀ ਗੁਣਾਂ ਦੇ ਅੰਦਰ ਮਿਲਾ ਦਿੱਤਾ, ਕਿ ਉਹ ਕਿਸੇ ਹੋਮੇ ਆਦਿਕ ਰੋਗ ਦਾ ਸ਼ਿਕਾਰ ਹੋਏਗਾ? ਬਿਲਕੁਲ ਵੀ ਨਹੀਂ। ਤਾਂ ਦੇਖੋ ਕਿੰਨਾ ਸੌਖਾ ਕੰਮ ਹੈ। ਇਹਦੇ ਵਿੱਚ ਨਾ ਤੇ ਮਾਲਾ ਫੇਰਨ ਦੀ ਗੱਲ ਕਹੀਏ ਵੀ ਮਾਲਾ ਫੇਰੋਗੇ ਤਾਂ ਰੋਗ ਦੂਰ ਹੋਏਗਾ, ਨਾ ਕਿਤੇ ਸਾਨੂੰ ਇਹ ਕਿਹਾ ਹੈ ਕਿ ਬਹਿ ਕੇ ਸਵੇਰੇ ਸਵੇਰੇ ਸਮਾਧੀਆਂ ਲਾਓਗੇ ਤੇ ਤਾਂ ਤੁਹਾਡਾ ਰੋਗ ਦੂਰ ਹੋਏਗਾ, ਨਾ ਕਿਹਾ ਹੈ ਘਰ ਛੱਡ ਕੇ ਜੰਗਲਾਂ ਵਿੱਚ ਜਾਓਗੇ, ਤਿਆਗੀ ਹੋਵੋਗੇ, ਕੁਛ ਕਰੋਗੇ ਨਾ। ਸਿੰਪਲ ਗੱਲ, ਆਪਣੇ ਘਰ ਦੇ ਅੰਦਰ ਰਹਿੰਦਿਆਂ, ਪਰਿਵਾਰ ਦੇ ਫਰਜ਼ਾਂ ਨੂੰ ਪੂਰੀਆਂ ਕਰਦਿਆਂ, ਗੁਰੂ ਦੇ ਆਸ਼ੇ ਮੁਤਾਬਕ ਜ਼ਿੰਦਗੀ ਜੀਣੀ। ਗੁਰੂ ਜੀ ਨੇ ਜੋ ਇਹ 8-9 ਗੁਣ ਦੱਸੇ ਨੇ, ਇਹਨਾਂ ਗੁਣਾਂ ਦੇ ਅਸੀਂ ਧਾਰਨੀ ਹੋਣਾ ਹੈ, ਤਾਂ ਸਾਡੇ ਜੋ ਡਿਪਰੈਸ਼ਨ ਆਦਿਕ ਦੇ ਜਾਂ ਪਰਸਨੈਲਿਟੀ ਡਿਸਆਰਡਰ ਦੇ ਦੋਵੇਂ ਕਿਸਮ ਦੇ ਰੋਗ ਨੇ ਹੋਮੇ ਦੇ, ਉਹ ਮਿਟ ਜਾਣਗੇ। ਇਸ ਲਈ ਜ਼ਰੂਰਤ ਹੈ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਸੁਣੀਏ, ਗੁਰਬਾਣੀ ਦੀ ਵਿਚਾਰ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ। ਜੋ ਮੇਨ ਗੱਲ ਹੈ, ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ
ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ, ਔਰ ਜੋ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵੇਗਾ, ਇਹ ਗਾਰੰਟੀ ਹੈ ਕਿ ਉਹ ਬੰਦਾ ਇਹਨਾਂ ਰੋਗਾਂ ਤੋਂ ਬਿਲਕੁਲ ਮੁਕਤ ਹੋ ਜਾਏਗਾ। ਦੁਨੀਆ ਦੀ ਕੋਈ ਤਾਕਤ ਉਹਨੂੰ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦੀ। ਦੁਨੀਆ ਦੀ ਕੋਈ ਤਾਕਤ ਉਹਨੂੰ ਰੋਗ ਮੁਕਤ ਹੋਣ ਤੋਂ ਨਹੀਂ ਰੋਕ ਸਕਦੀ। ਦੁਨੀਆ ਦੀ ਕੋਈ ਤਾਕਤ ਉਹਨੂੰ ਰੱਬ ਦੇ ਵਿੱਚ ਲੀਨ ਹੋਣ ਤੋਂ ਰੋਕ ਨਹੀਂ ਸਕਦੀ, ਕਿਉਂਕਿ ਗੁਰੂ ਅਭੁੱਲ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਅਭੁੱਲ ਹੈ। ਗੁਰੂ ਦਾ ਗਿਆਨ ਬੜਾ ਵਿਸ਼ਾਲ ਹੈ। ਇਸ ਲਈ ਜ਼ਰੂਰਤ ਹੈ ਕਿ ਅਸੀਂ ਇਸ ਸਮਾਜ ਨੂੰ ਰੋਗਾਂ ਤੋਂ ਮੁਕਤ ਕਰ ਸਕਦੇ ਹਾਂ। ਜੋ ਸਾਡੇ ਸਕਾਲਰ ਲੋਕ ਨੇ, ਸਾਇੰਟਿਸਟ ਨੇ, ਜਾਂ ਸਾਈਕੋਲੋਜਿਸਟ, ਸਾਈਕੈਟ੍ਰਿਕ ਨੇ, ਜਾਂ ਹੋਰ ਪੜ੍ਹੇ ਲਿਖੇ ਜੋ ਲੋਕ ਨੇ, ਉਹ ਇਹ ਗੱਲ ਮਹਿਸੂਸ ਕਰਦੇ ਨੇ ਕਿ ਜੇ ਬੰਦੇ ਨੇ ਆਪਣੀ ਜੀਵਨ ਸ਼ੈਲੀ ਨੂੰ ਨਾ ਬਦਲਿਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਅੰਦਰ ਸ਼ੂਗਰ ਔਰ ਡਿਪਰੈਸ਼ਨ ਨੂੰ, ਸ਼ੂਗਰ ਔਰ ਬਲੱਡ ਪ੍ਰੈਸ਼ਰ ਨੂੰ ਇਹ ਚਿੰਤਾ ਦਾ ਰੋਗ ਪਾਰ ਕਰ ਜਾਏਗਾ। ਡਿਪਰੈਸ਼ਨ ਦਾ ਰੋਗ ਵੱਧ ਰਿਹਾ ਹੈ। ਹਰ ਰੋਜ਼ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ। ਮਾਨਸਿਕ ਰੋਗ ਵੱਧਦੇ ਜਾ ਰਹੇ ਨੇ। ਚਿੰਤਾਵਾਂ ਵੱਧਦੀਆਂ ਜਾ ਰਹੀਆਂ ਨੇ। ਬਦਲਦੀ ਹੋਈ ਜੀਵਨ ਸ਼ੈਲੀ ਦੇ ਨਾਲ ਬੰਦਾ ਤਾਲਮੇਲ ਨਹੀਂ ਬਿਠਾ ਪਾ ਰਿਹਾ। ਤਾਂ ਜੇ ਅਸੀਂ ਮੁਕਤ ਹੋਣਾ ਚਾਹੁੰਦੇ ਹਾਂ, ਇਸ ਸੰਸਾਰ ਨੂੰ ਰੋਗ ਮੁਕਤ ਰੱਖਣਾ ਚਾਹੁੰਦੇ ਹਾਂ, ਖੁਸ਼ੀਆਂ ਖੇੜੇ ਔਰ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ, ਨਿਤ ਦੇਵੇਂ ਚੜੇ ਸਵਾਇਆ, ਇਹ ਰੋਜ਼-ਰੋਜ਼ ਗੁਣ ਵੱਧਦੇ ਜਾਣਗੇ, ਖੁਸ਼ੀਆਂ ਵੱਧਦੀਆਂ ਜਾਣਗੀਆਂ, ਤਾਂ ਉਹਦੇ ਲਈ ਇੱਕੋ ਹੀ ਸਾਧਨ ਹੈ, ਨਾਨਕ ਹੈ ਸੁਣੋ ਜਨੋ, ਇਤ ਸੰਜਮ ਦੁਖ ਜਾਹੇ। ਇਹ ਤਰੀਕਾ ਹੈ। ਕਿਹੜਾ ਤਰੀਕਾ? ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਬਚਨ ਕਮਾਹੇ। ਰੱਬ ਰਹਿਮਤ ਕਰੇ, ਗੁਰੂ ਦੇ ਬਚਨ ਨੂੰ ਅਸੀਂ ਕਮਾਈਏ, ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਤਾਂ ਅਸੀਂ ਜੋ ਹੈ ਰੋਗ ਮੁਕਤ ਹੋ ਸਕਦੇ ਹਾਂ। ਇਹ ਬਿਲਕੁਲ ਗਾਰੰਟੀ ਹੈ। ਗੁਰੂ ਸਾਹਿਬ ਜੀ ਰਹਿਮਤ ਕਰਨ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਸਕੀਏ ਔਰ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰ ਸਕੀਏ। ਮੈਂ ਇੱਥੇ ਸਮਾਪਤੀ ਕਰ ਰਿਹਾ। ਮੇਰੇ ਤੋਂ ਬੋਲਦਿਆਂ ਕੋਈ ਗਲਤੀ ਭੁੱਲ ਹੋ ਗਈ ਹੋਵੇ, ਮੈਂ ਖਿਮਾ ਦਾ ਜਾਚਕ ਹਾਂ। ਆਪ ਸਾਰਿਆਂ ਦਾ ਫਿਰ ਦੁਬਾਰਾ ਧੰਨਵਾਦ ਕਰਦੇ ਹਾਂ। ਵੀਰ ਗੁਰਮੁਖ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ। ਅਗਲੀ ਕਾਰਵਾਈ ਉਹ ਕਰਨਗੇ। ਜੋ ਆਪਣੇ ਵਿਊਜ਼ ਦੇਣਾ ਚਾਹੁੰਦੇ ਹੋ ਜਾਂ ਜੋ ਅੱਜ ਅਸੀਂ ਵਿਚਾਰਿਆ ਇਹਦੇ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਆਪ ਪੁੱਛ ਸਕਦੇ ਹੋ। ਹੁਣ ਵੀਰ ਗੁਰਮੁਖ ਸਿੰਘ ਜੀ ਆਪ ਦੇ ਨਾਲ ਵਿਚਾਰ ਸਾਂਝੇ ਕਰਨਗੇ। ਮੇਰੇ ਵੱਲੋਂ ਤੁਹਾਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੋਹਰ ਸਿੰਘ ਜੀ, ਹਰੋਜੰਗਰ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਬਹੁਤ ਸੋਹਣੇ ਢੰਗ ਨਾਲ ਆਪਣੇ ਸਾਰਿਆਂ ਨੂੰ ਸਮਝਾਇਆ। ਜਿੱਥੇ ਹੰਕਾਰ ਤੋਂ ਸ਼ੁਰੂ ਕੀਤਾ ਤਾਂ ਜਿਹੜਾ ਹੰਕਾਰ ਦੇ ਨਾਲ ਤੁਸੀਂ ਡਿਪਰੈਸ਼ਨ ਦਾ ਲਿੰਕ ਬਣਾਇਆ, ਹਾਂਜੀ, ਇਹ ਸਮਝਦੇ ਆ। ਬਾਕੀ ਜਿਹੜੇ ਗਾਹਾਂ ਸੰਤੋਖ, ਸਬਰ ਤੇ ਸੱਚ ਦੀ ਗੱਲ ਕੀਤੀ ਆ, ਹਾਂਜੀ, ਇਹ ਵੀ ਸਾਰੇ ਮਨ ਨੂੰ ਲੱਗਦੀ ਆ। ਬਾਕੀ ਜਿੱਦਾਂ ਤੁਸੀਂ ਕਿਹਾ ਵੀ ਜਿਹਨੇ ਵੀ ਹੁਣ ਕੋਈ ਕੁਐਸਚਨ ਕਰਨਾ ਜਾਂ ਕੋਈ ਗੱਲਬਾਤ ਕਰਨੀ ਆ ਤਾਂ ਵਾਰੀ ਆਪਣੇ ਤੁਸੀਂ ਅਨਮਿਊਟ ਹੋ ਜਾਓ, ਤਾਂ ਮੈਂ ਫਿਰ ਆਪਣੇ ਨਾਂ ਲੈ ਕੇ ਤਾਂ ਫਿਰ ਆਪਣੇ ਵਾਰੀ ਫਿਰ ਆਪਾਂ ਸਾਰਾ ਬੋਲਾਂਗੇ। ਹਾਂਜੀ, ਜਿਹਨੇ ਵੀ ਆਪਣੇ ਕਰਨੀ ਹੈ ਤਾਂ ਆਪਣੇ ਅਨਮਿਊਟ ਹੋ ਜਾਓ ਜੀ। ਹਾਂਜੀ, ਸ਼ਾਇਦ ਸਤਿੰਦਰ ਸਿੰਘ ਜੀ ਹੋਏ ਨੇ ਅਨਮਿਊਟ। ਹਾਂਜੀ, ਸਤਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਬਹੁਤ ਹੀ ਸਿੰਪਲ ਕਰ ਦਿੰਦੇ ਹੋ ਤੁਸੀਂ ਹਰ ਚੀਜ਼ ਨੂੰ। ਤੇ ਇੱਧਰ ਹੋਮੇ ਜਿਹੜੀ ਹੈ ਭਾਈ ਸਾਹਿਬ ਜੀ, ਸਾਡੀ ਇੰਡੀਵਿਜੂਅਲਿਟੀ ਹੋ ਗਈ ਨਾ, ਜਿਹੜੀ ਸਾਡੀ ਪਰਸਨੈਲਿਟੀ ਹੈ ਨਾ। ਹਾਂਜੀ ਹਾਂਜੀ। ਅਸੀਂ ਆਪਸ ਵਿੱਚ ਇੱਕ ਡਿਸਕਸ਼ਨ ਕਰ ਰਹੇ ਸੀ ਭਵ ਸਾਗਰ ਦੀ। ਹਾਂਜੀ। ਤੇ ਉਹਦੇ ਚ ਉਹਨਾਂ ਨੇ ਭਵ ਸਾਗਰ ਦਾ ਸਾਨੂੰ ਦੱਸਿਆ ਕਿ ਜਿਹੜੇ ਸਾਡੇ ਭਾਵਨਾਵਾਂ ਸਾਗਰ, ਉਹੀ ਹੋ ਗਿਆ ਭਵ ਸਾਗਰ। ਸਾਨੂੰ ਸਾਡੇ ਭਾਵਨਾਵਾਂ ਦੇ ਜਿਹੜਾ ਸਾਗਰ ਹੈ ਉਸ ਤੋਂ ਤਰਨਾ। ਉਹਦੇ ਜੀ ਸਾਡੇ ਭਾਵਨਾ ਜਿਹੜੀਆਂ ਹੈਗੀਆਂ ਨੇ, ਜਦ ਉਹ ਹੋਣਗੀਆਂ ਸਾਡੀ ਜਾਂ ਤੇ ਸੁਪੀਰੀਅਰ ਜਾਂ ਹੋ ਗਿਆ ਇਨਫੀਰੀਅਰ। ਹਾਂਜੀ, ਇਹ ਹੋ ਗਿਆ ਸਾਡੀ ਭਾਵਨਾਵਾਂ ਸੁਪੀਰੀਅਰ ਹੋ ਜਾਣਗੀ, ਸਾਨੂੰ ਹੰਕਾਰ ਹੋ ਜਾਏਗਾ। ਇਨਫੀਰੀਅਰ ਹੋ ਜਾਏਗੇ ਤੇ ਸਾਨੂੰ ਨੀਚਤਾ ਬਣਾਉਣੀ, ਡਿਪਰੈਸ਼ਨ ਦੇ ਸ਼ਿਕਾਰ ਹੋ ਜਾਏਗਾ। ਡਿਪਰੈਸ਼ਨ ਹੋਣਾ ਸ਼ੁਰੂ ਹੋ ਜਾਏਗਾ। ਤੇ ਇਹਦੇ ਜਿਹੜੇ ਤੁਸੀਂ 5-8-9 ਜਿਹੜੇ ਪੁਆਇੰਟਸ ਵੀ ਲਿਖਾਏ ਨੇ ਭਾਈ ਸਾਹਿਬ ਜੀ, ਜਿਹੜੇ ਇੱਕ ਤੇ ਹੈ ਕੰਟੈਂਟਮੈਂਟ, ਕੀ ਕਹਿੰਦੇ ਨੇ ਉਹਨੂੰ, ਰੱਜਿਆ ਹੋਇਆ ਬੰਦਾ ਜਿਹਨੂੰ ਕਹਿੰਦੇ ਨੇ, ਸੰਤੋਖੀ, ਐਗਜ਼ੈਕਟਲੀ। ਉਸ ਦਾ ਦੂਸਰਾ ਹੈਗਾ ਕਿ ਹਮੇਸ਼ਾ ਵਾਹਿਗੁਰੂ ਦਾ ਸ਼ੁਕਰ ਕਰਦੇ ਰਹਿਣਾ, ਸ਼ੁਕਰ ਰਹਿਣਾ। ਉਸ ਤੋਂ ਬਾਅਦ ਹੋਨੈਸਟ ਰਹਿਣਾ ਹੈ, ਬਿਲਕੁਲ ਆਪਣਾ ਸਾਡਾ ਕੈਰੈਕਟਰ ਹਾਈ ਹੋਣਾ ਚਾਹੀਦਾ ਹੈ, ਸਾਡਾ ਪ੍ਰਿੰਸੀਪਲ ਸਹੀ ਹੋਣਾ ਚਾਹੀਦਾ ਹੈ, ਸਾਨੂੰ ਅਟੈਚਮੈਂਟਸ ਨਹੀਂ ਹੋਣੀਆਂ ਚਾਹੀਦੀਆਂ, ਸਾਨੂੰ ਗਰੀਡ ਨਹੀਂ ਹੋਣੀ ਚਾਹੀਦੀ। ਤੇ ਰੱਬ ਜਿਹੜਾ ਹੈ ਰੋਜ਼ ਸਾਨੂੰ ਨਵੀਂ ਚੀਜ਼ਾਂ ਦੇ ਹੀ ਰਿਹਾ ਹੈ, ਔਰ ਉਹ ਦੇ ਕੇ ਵੱਧ ਹੀ ਰਹੀਆਂ ਨੇ।
ਮੈਂ ਇਸ ਤੋਂ ਇਹੀ ਸਮਝਿਆ ਭਾਈ ਸਾਹਿਬ ਜੀ, ਬਿਲਕੁਲ ਅਗਰ ਹਾਂਜੀ ਠੀਕ ਭਾਈ ਸਾਹਿਬ, ਠੀਕ ਸਮਝੇ ਤੁਸੀਂ। ਸਾਨੂੰ ਇਹਨਾਂ ਵਿਕਾਰਾਂ ਤੋਂ ਰਹਿਤ ਹੋਣਾ ਚਾਹੀਦਾ। ਜਿਹੜੇ ਸਾਡੇ ਅੰਦਰ ਵਿਕਾਰ ਨੇ ਉਹ ਵੀ ਭਵ ਸਾਗਰ ਹੈ, ਉਹਨਾਂ ਵਿਕਾਰਾਂ ਤੋਂ ਹੀ ਪਾਰ ਹੋਣਾ। ਹਾਂਜੀ ਠੀਕ ਸਮਝੇ, ਧੰਨਵਾਦ। ਥੈਂਕ ਯੂ ਭਾਈ ਸਾਹਿਬ ਜੀ। ਠੀਕ ਹੈ, ਥੈਂਕ ਯੂ ਜਸਵਿੰਦਰ ਸਿੰਘ ਜੀ। ਆਪਣੇ ਇੱਕ ਜੀ ਆਪਣੇ ਕਮਲਜੀਤ ਚੱਡਾ, ਤੁਸੀਂ ਅਨਮਿਊਟ ਹੋਏ ਆ, ਪਤਾ ਨਹੀਂ ਗਲਤੀ ਨਾ ਹੋ ਗਏ ਆ। ਕਮਲਜੀਤ ਚੱਡਾ ਨਹੀਂ, ਮਿਊਟ ਹੋ ਗਿਆ ਮੁੜ ਕੇ ਜੀ। ਹਾਂਜੀ ਹਾਂਜੀ ਹਾਂਜੀ, ਹੋਰ ਕਿਸੇ ਨੇ ਜੀ ਕੋਈ? ਹਾਂਜੀ ਕਮਲਜੀਤ ਵੀਰ ਜੀ, ਜੇ ਆਪ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਵਿਊਜ਼ ਤਾਂ ਦੇ ਸਕਦੇ ਹੋ। ਪਹਿਲੀ ਵਾਰੀ ਆਏ ਨੇ ਔਰ ਬਹੁਤ ਨੇਕ ਇਨਸਾਨ ਨੇ। ਆਪ ਜੀ ਆਪਣੇ ਵਿਚਾਰ ਦੇ ਸਕਦੇ ਹੋ, ਦੋ ਥੋੜਾ ਸਮਾਂ ਘੱਟ ਲੈ ਕੇ। ਅਨਮਿਊਟ ਹੋ ਜਾਓ ਆਪ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੈਂ ਤਾਂ ਅੱਜ ਪਹਿਲੀ ਵਾਰੀ ਤੁਹਾਡੇ ਵਿਚਾਰ ਸੁਣੇ, ਬੜੇ ਵਿਸਤਾਰ ਦੇ ਵਿੱਚ ਸਮਝਾਇਆ। ਮੈਂ ਪਹਿਲਾਂ ਵੀ ਤੁਹਾਨੂੰ ਸੁਣਿਆ, ਪਰਸਨਲੀ ਵੀ ਸੁਣਿਆ, ਤੇ ਅੱਜ ਬਹੁਤ ਆਨੰਦ ਆਇਆ। ਤੇ ਇਸੇ ਤਰ੍ਹਾਂ ਇਹੋ ਕੰਮ ਤੁਸੀਂ ਜਾਰੀ ਰੱਖੋ, ਮੈਂ ਤਾਂ ਇਹੋ ਕਹਿ ਸਕਦਾ। ਹਾਂਜੀ, ਇਹ ਤਾਂ ਸਰਦਾਰ ਗੁਰਮੁਖ ਸਿੰਘ ਜੀ, ਇਹ ਸਾਰੀਆਂ ਸੰਗਤਾਂ ਪ੍ਰਧਾਨ ਜੀ ਸਾਰੇ ਮਿਲ ਕੇ ਵੀਰ ਕਰ ਰਹੇ ਨੇ, ਤੇ ਮੈਂ ਵੀ ਨਾਲ ਇਹਨਾਂ ਦੇ ਹੈਗਾ ਵਾਂ। ਤੇ ਧੰਨਵਾਦ ਤੁਹਾਡਾ, ਸਲਾਹ ਦਿੱਤੀ ਵਧੀਆ। ਅਸੀਂ ਕੰਟੀਨਿਊ ਰੱਖਣ ਦਾ ਯਤਨ ਕਰਾਂਗੇ। ਥੈਂਕ ਯੂ। ਹਾਂਜੀ, ਥੈਂਕ ਯੂ ਕਮਲਜੀਤ ਚੱਡਾ ਜੀ, ਤੁਸੀਂ ਵੀ ਜੁੜੇ ਰਹੇ ਹੋ ਜੀ। ਤਾਂ ਹੁਣ ਮੇਰੇ ਖਿਆਲ ਆਪਣੇ ਨਰਿੰਦਰ ਸਿੰਘ ਹੋਣੀ। ਨਰਿੰਦਰ ਸਿੰਘ ਜੀ। ਹਾਂਜੀ, ਕੋਈ ਕਮੈਂਟ ਨਹੀਂ ਹੈਗਾ ਜੀ ਅੱਜ ਕੱਲ। ਸਿਰਫ ਅੱਜ ਇੰਟਰਨੈਟ ਦੀ ਥੋੜੀ ਜਿਹੀ ਪ੍ਰੋਬਲਮ ਸੀ, ਜਾਂ ਤਾਂ ਮੇਰੇ ਵੱਲੋਂ ਹੀ ਹੋਣੀ ਹੈ ਜਾਂ ਸਾਰਿਆਂ ਨੇ, ਦੂਜਿਆਂ ਨੇ ਵੀ ਮਹਿਸੂਸ ਕੀਤਾ। ਥੋੜੀ ਜਿਹੀ ਇੰਟਰਪਸ਼ਨ ਲੱਗ ਰਹੀ ਸੀਗੀ, ਆਵਾਜ਼ ਰੋਕ ਕੇ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਇੰਟਰਪਸ਼ਨ ਆ ਕੇ ਫਿਰ ਉਸ ਤੋਂ ਫਾਸਟ ਹੋ ਜਾਂਦੀ ਸੀਗੀ। ਇਹ ਆਪਾਂ ਸਾਰਿਆਂ ਨੂੰ ਆਈ ਹੈ ਜੀ। ਮੇਰੇ ਖਿਆਲ ਇੱਕ ਦੋ ਵਾਰੀ ਆਪਣੇ ਜਿੱਥੇ ਆਪਣੇ ਮੋਹਰ ਸਿੰਘ ਬੈਠੇ ਉੱਥੇ ਥੋੜਾ ਜਿਹਾ ਆਪਣੇ ਇੰਟਰਪਸ਼ਨ ਹੋਈ ਸੀ। ਓਕੇ, ਠੀਕ ਹੈ, ਫਿਰ ਸ਼ੁਰੂ ਹੋ ਗਈ ਸੀ। ਹੋ ਸਕਦਾ ਕਿ ਹੋਵੇ, ਕਿਉਂਕਿ ਉਹਨਾਂ ਜਿੱਧਰ ਮੈਂ ਰੋਜ਼ ਪੈਂਦਾ ਸੀ ਉੱਥੇ ਅੱਜ ਕੰਮ ਚੱਲ ਰਿਹਾ ਸੀ ਗੁਰਦੁਆਰਾ ਸਾਹਿਬ। ਹਾਂਜੀ, ਤੇ ਹੋ ਸਕਦਾ ਮੇਰੇ ਵੱਲੋਂ ਹੋਵੇ, ਹੋ ਸਕਦਾ। ਓਕੇ, ਥੈਂਕ ਯੂ। ਬਾਕੀ ਲੈਕਚਰ ਤੁਹਾਡਾ ਪਹਿਲੇ ਦੀ ਤਰ੍ਹਾਂ ਬਹੁਤ ਹੀ ਸਧਾਰਨ ਸ਼ਬਦਾਂ ਦੇ ਨਾਲ ਤੁਸੀਂ ਔਖੇ ਵਿਸ਼ਿਆਂ ਬਾਰੇ ਦੱਸਿਆ। ਪਲੀਜ਼ ਕੰਟੀਨਿਊ। ਥੈਂਕ ਯੂ। ਹਾਂਜੀ, ਥੈਂਕ ਯੂ ਜੀ ਨਰਿੰਦਰ ਸਿੰਘ ਜੀ। ਧੰਨਵਾਦ। ਹਾਂਜੀ, ਆਪਣੇ ਸਤਨਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗਿਆਨੀ ਜੀ, ਆਪਨੇ ਜਿਸ ਤਰ੍ਹਾਂ ਰੋਜ਼ ਦੀ ਤਰ੍ਹਾਂ ਬਹੁਤ ਹੀ ਸੁਚੱਜੇ ਢੰਗ ਨਾਲ ਦੱਸਿਆ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਬਹੁਤ ਹੀ ਹੋਮੇ ਦੇ ਰੋਗ ਦੁਆਰੇ ਆਪਨੇ ਦੱਸਿਆ। ਆਪਦਾ ਜਿਸ ਤਰ੍ਹਾਂ ਗਿਆਨੀ ਜੀ, ਆਪ ਜਿੱਦਾਂ ਜਿਹੜੇ ਬਾਣੀ ਪੜ੍ਹਦਾ, ਪਾਠ ਕਰਦਾ, ਸੋਹਣਾ ਪਾਠ, ਉਹਨਾਂ 'ਚ ਵੀ ਹੋਮੇ ਆ ਜਾਂਦੀ ਹੈ। ਤੇ ਜੇ ਕਿਸੇ ਅੰਮ੍ਰਿਤ ਛਕਿਆ, ਕਈ ਵਾਰੀ ਉਹਨਾਂ ਵਿੱਚ ਵੀ ਹੋਮੇ ਆ ਜਾਂਦੀ ਹੈ। ਜਿਸ ਤਰ੍ਹਾਂ ਕੋਈ ਕਥਾਵਾਚਕ ਹੈ, ਜ਼ਿਆਦਾ ਕਥਾ ਕਰਦਾ, ਉਹਨਾਂ ਵਿੱਚ ਵੀ ਕਈ ਵਾਰੀ ਹੋਮੇ। ਜਿੱਦਾਂ ਅੰਮ੍ਰਿਤ ਛਕਿਆ ਬੰਦਾ ਕੋਈ, ਉਹ ਕਿਸੇ ਸੰਗਤ ਨੂੰ ਕਹਿੰਦਾ ਮੈਂ ਤੂੰ ਅੰਮ੍ਰਿਤ ਨਹੀਂ ਛਕਿਆ, ਮੈਂ ਤੇਰੇ ਤੋਂ ਪ੍ਰਸ਼ਾਦਾ ਨਹੀਂ ਲੈਣਾ। ਕਈ ਵਾਰੀ ਏਦਾਂ ਦੇ ਹੋ ਜਾਂਦੀਆਂ ਕਈਆਂ। ਉਹ ਇਹ ਜਿਹੜੇ ਬਾਣੀ ਪੜ੍ਹਦੇ ਉਹਨਾਂ 'ਚ ਹੋਮੇ ਏਦਾਂ ਦੀ ਆਉਣੀ ਚਾਹੀਦੀ ਨਹੀਂ। ਏਦਾਂ ਦਾ, ਕਿਉਂਕਿ ਬਾਣੀ ਤਾਂ ਹੋਮੇ ਦਾ ਰੋਗ ਮਿਟਾਉਂਦੀ ਹੈ। ਤੇ ਉਹਨਾਂ 'ਚ ਬਾਕੀ ਚਲੋ ਜਿਹੜੇ ਕੋਈ ਰਾਜਨੀਤਿਕ ਉਹਨੂੰ ਸਤਾ ਦਾ ਹੋਮੇ ਹੋ ਸਕੂਗਾ, ਜੇ ਭਲਵਾਨ ਹੈ ਉਹਨੂੰ ਸਰੀਰ ਦਾ ਹੋਮੇ ਹੋਊਗਾ। ਪਰ ਇਹਨਾਂ ਬਾਣੀ ਪੜ੍ਹਨ ਵਾਲੇ ਜਿਹੜੇ ਅੰਮ੍ਰਿਤ ਛਕੇ ਜਾਂ ਕਥਾ ਜਾਂ ਕੀਰਤਨ ਸੋਹਣਾ ਕਰਦੇ, ਪਾਠ ਸੋਹਣਾ ਕਰਦੇ, ਉਹਨਾਂ 'ਚ ਇੰਨਾ ਇਹ ਹੋਮੇ ਵਾਲਾ ਰੋਗ ਆਉਣਾ ਨਹੀਂ ਚਾਹੀਦਾ। ਨਿਮਰਤਾ ਹੋਣੀ ਚਾਹੀਦੀ ਹੈ, ਸੇਵਾ ਭਾਵਨਾ ਜਿਹੜੀ ਆ, ਜਿੱਦਾਂ ਆਪਨੇ ਦੱਸਿਆ, ਸੰਤੋਖ, ਸਬਰ ਹੋਣਾ ਚਾਹੀਦਾ ਹੈ। ਤੇ ਇਹ ਬਾਣੀ ਦਾ ਇਹ ਥੋੜਾ ਜਿਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਲੇਕਿਨ ਜਿਵੇਂ ਨਾ ਅਸੀਂ ਗੁਰਬਾਣੀ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਵੀ ਹੋਮੇ ਪੈ ਕਿਰਤ ਫਿਰਾਹੇ, ਕਿ ਜਿਵੇਂ ਦੇ ਆਪਣੇ ਅੰਦਰ ਬੰਦਾ ਸੰਸਕਾਰ ਪੈਦਾ ਕਰੀ ਜਾਂਦਾ। ਕਿਉਂਕਿ ਗੁਰਬਾਣੀ ਪੜ੍ਹਨਾ ਇੱਕ ਵੱਖਰੀ ਗੱਲ ਹੈ, ਔਰ ਗੁਰਬਾਣੀ ਨੂੰ ਸਮਝ ਕੇ ਉਹਦੇ ਤੇ ਅਮਲ ਕਰਨਾ ਵੱਖਰੀ ਗੱਲ ਹੈ। ਇਸ ਲਈ ਉਹਨਾਂ ਜਿਨ੍ਹਾਂ ਵੀਰਾਂ ਦੇ ਵਿੱਚ ਇਹ ਚੀਜ਼ਾਂ ਆ ਜਾਂਦੀਆਂ ਨੇ, ਉਹਨਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਗੋਲ ਨਹੀਂ ਬਣਾਇਆ ਹੁੰਦਾ, ਇਸ ਕਰਕੇ ਆ ਜਾਣੀਆਂ ਸੁਭਾਵਿਕ ਨੇ। ਜ਼ਰੂਰਤ ਹੈਗੀ ਕਿ ਅਸੀਂ ਬਾਣੀ ਨੂੰ ਪੜ੍ਹ ਕੇ, ਜਿਵੇਂ ਅੱਜ ਅਸੀਂ ਵਿਚਾਰ ਕੀਤੀ, ਸਮਝ ਕੇ ਉਹਦੇ ਮੁਤਾਬਕ ਇਹਨਾਂ ਰੋਗਾਂ ਤੋਂ ਮੁਕਤ ਹੋ ਸਕਦਾ। ਧੰਨਵਾਦ ਆਪ। ਧੰਨਵਾਦ। ਥੈਂਕ ਯੂ ਜੀ। ਹਾਂਜੀ, ਥੈਂਕ ਯੂ ਸਤਨਾਮ ਸਿੰਘ ਜੀ। ਹਾਂਜੀ, ਹੋਰ ਕੋਈ ਜੀ? ਹੋਰ ਕਿਸੇ ਨੇ ਕੋਈ ਕੁਐਸਚਨ ਕਰਨਾ ਜਾਂ ਕੋਈ ਆਪਣੇ ਵਿਚਾਰ ਦੱਸਣੇ ਜੀ? ਹਾਂਜੀ ਪ੍ਰਧਾਨ ਸਾਹਿਬ, ਆਪ ਜੀ 1-2 ਮਿੰਟ ਵਾਸਤੇ ਆਪਣੇ ਵਿਚਾਰ ਦੱਸ ਸਕਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਵੀਰਾਂ ਭੈਣਾਂ ਨੂੰ ਵਿਚਾਰ ਤਾਂ ਕੋਈ ਬਹੁਤੇ ਹੈ ਨਹੀਂ ਕਿ ਦੱਸਣ ਵਾਲੇ ਜਾਂ ਪੁੱਛਣ ਵਾਲੇ ਵੀ, ਪਰ ਇੱਕ ਚੀਜ਼ ਕਿ ਮੇਰੇ ਕਈ ਵਾਰ ਮਨ 'ਚ ਆਉਂਦੀ ਹੈ ਕਿ ਸੰਸਾਰ 'ਚ ਕੋਈ ਹੈ ਬੰਦਾ ਇਹੋ ਜਿਹਾ ਜਿਹੜੇ ਕਿ ਇਹਨਾਂ ਰੋਗਾਂ ਦੇ ਉੱਤੇ ਮੁਕਤ ਹੋਇਆ ਹੋਵੇ।
ਅੱਜ ਤੱਕ ਵੀ, ਚਾਹੇ ਉਹਦਾ ਗ੍ਰੰਥੀ ਸਾਹਿਬ ਹੈ, ਚਾਹੇ ਕੋਈ ਸਧਾਰਨ ਬੰਦਾ ਆ, ਚਾਹੇ ਕੋਈ ਬਾਕੀ ਹੋਰ ਅਵਸਥਾ ਵਿੱਚ ਸਾਰੇ ਇਨਸਾਨ ਹੈ, ਬੱਚੇ ਤੋਂ ਲੈ ਕੇ ਸਿਆਣੇ ਤੱਕ, ਅੱਜ ਤੱਕ ਮੈਨੂੰ ਕੋਈ ਪੂਰਨ ਜਾਂ ਉਸ ਰਾਹ ਤੇ ਪੈਣ ਦੀ ਕੋਸ਼ਿਸ਼ ਭਾਵੇਂ ਕਿਸੇ ਨੇ ਕੀਤੀ ਹੋਗੀ, ਪਰ ਇਹਨਾਂ ਰੋਗਾਂ ਤੋਂ ਕੋਈ ਬਚਿਆ ਨਹੀਂ ਹੈ ਅੱਜ ਤੱਕ। ਹਾਂਜੀ, ਬਹੁਤ ਗਿਣਤੀ ਐਸੀ ਹੈ, ਲੇਕਿਨ ਇਹ ਦੁਨੀਆ ਵਿੱਚ ਨਾ ਚੰਗੇ ਚੰਗੇ ਬੰਦੇ ਹੈ ਨੇ। ਜਿਵੇਂ ਹੁਣ ਦੇਖੋ ਭਗਤ ਪੂਰਨ ਸਿੰਘ ਸੀ, ਮੇਰੇ 2-4 ਮਿੱਤਰ ਹੈਗੇ ਨੇ ਜਿਹੜੇ ਇਸ ਟਾਈਪ ਦੇ ਹੈ ਨੇ। ਇੱਕ ਤਾਂ ਮੇਰੀ ਨੂੰਹ ਰਾਣੀ ਦਾ ਪਿਤਾ ਜੀ ਹੈਗੇ ਨੇ, ਉਹ ਬਹੁਤ ਵਧੀਆ ਇਨਸਾਨ ਨੇ। ਮੇਰੇ ਇੱਕ ਮਿੱਤਰ ਸੀ, ਉਹਨਾਂ ਦੀ ਡੈਥ ਹੋ ਗਈ। ਹੋਰ 2-4-5 ਬੰਦੇ ਜਾਂ ਹੋਰ ਵੀ ਇਹੋ ਜਿਹੇ ਸੰਪਰਕ ਵਿੱਚ ਹੈਗੇ ਨੇ। ਦੇਖੋ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਬੰਦੇ ਐਸੇ ਹੋਣਗੇ, ਪਰ ਕਿਉਂਕਿ ਮੇਰਾ ਤੁਹਾਡੇ ਨਾਲ ਪਰਸਨਲੀ ਮਿਲਵਰਤਨ ਨਹੀਂ ਰਿਹਾ, ਇਸ ਕਰਕੇ ਮੈਂ ਉਹਨਾਂ ਦੀ ਕਰ ਰਿਹਾ ਕਿ ਜਿਨ੍ਹਾਂ ਦਾ ਮੇਰੇ ਨਾਲ ਪਰਸਨਲੀ ਮਿਲਵਰਤਨ ਹੈ। ਕਾਫੀ ਸਾਰੇ ਲੋਕ ਮਿਲੇ ਜਿਹੜੇ ਚੰਗੇ ਚੰਗੇ ਬੰਦੇ ਹੈ ਨੇ। ਸਿਰਫ ਸਾਨੂੰ ਵੇਖਣ ਦੀ ਜ਼ਰੂਰਤ ਹੈ। ਜਦੋਂ ਅਸੀਂ ਸਿਰਫ ਗੁਣਾਂ ਨੂੰ ਵੇਖਣ ਦੀ ਟਰਾਈ ਕਰਾਂਗੇ ਤਾਂ ਮਿਲਣਗੇ ਜ਼ਰੂਰ ਹੈ ਨੇ ਬੰਦੇ, ਲੇਕਿਨ ਘੱਟ ਨੇ, ਹੈ ਵਿਰਲੇ ਨਾ ਹੀ ਨੇ। ਇਹ ਤੁਹਾਡੀ ਗੱਲ ਠੀਕ ਹੈ। ਦੂਜੀ ਗੱਲ ਹੈ ਕਿ ਇਹਦਾ ਉੱਪਰੋਂ ਹੋਣਾ ਮਿੱਠੇ ਬੋਲਣੇ ਇੱਕ ਗੱਲ ਵੱਖਰੀ ਹੈ, ਪਰ ਇਨਸਾਈਡ ਜਿੰਨੇ ਰੋਗ ਹੈ ਇਨਸਾਈਡ ਦੇ ਜ਼ਿਆਦਾ, ਇਹ ਜਿਹੜੇ ਰੋਗ ਹੈ ਇਨਸਾਈਡ ਦੇ, ਇਨਸਾਨ ਦੇ ਅੰਦਰ ਦੇ ਮਾਨਸਿਕ ਹਾਲਤ ਜਿਹੜੀ ਆਪਾਂ ਕਹਿੰਦੇ ਆ, ਉਹਨੂੰ ਪਹਿਚਾਨਣਾ ਬਹੁਤ ਔਖਾ ਹੈ ਵੀਰ ਜੀ। ਮੈਂ ਤਾਂ ਜੇ ਦੇਖਿਆ, ਮੈਂ ਤਾਂ ਸਾਰੀ ਉਮਰ ਇੰਨੀ ਉਮਰ ਹੋ ਗਈ ਹੈ ਪਛਾਣਦਾ ਰਹਿੰਦਾ, ਪਰ ਉਹਨਾਂ ਨੂੰ ਪਛਾਣਨਾ ਬੜਾ ਔਖਾ ਹੈ। ਉੱਪਰੋਂ ਕਿਸੇ ਨੂੰ ਬੋਲ ਬਾਣੀ ਤੋਂ ਵੀ ਤੇ ਬਨਾਵਟੀ ਬੋਲ ਬਾਣੀਆਂ ਵੀ ਬਹੁਤ ਸਾਰੀਆਂ ਚੱਲਦੀਆਂ ਸਿੱਧਾਂ ਆਪਾਂ। ਤੇ ਮੇਰੇ ਆਪਣੇ ਵਿਚਾਰ ਹੈ, ਜਿੰਨਾ ਕਿ ਮੈਂ ਪੜ੍ਹ ਸਕਿਆ ਲੋਕਾਂ ਨੂੰ। ਤੁਸੀਂ ਬਿਲਕੁਲ ਠੀਕ ਕਰ ਰਹੇ ਹੋ। ਅਸਲ ਦੇ ਵਿੱਚ ਨਾ ਪ੍ਰਧਾਨ ਸਾਹਿਬ ਗਲਤੀ ਪਤਾ ਕਿੱਥੇ ਹੋ ਰਹੀ ਹੈ? ਪ੍ਰੋਬਲਮ ਇੱਥੇ ਆ ਰਹੀ ਹੈ ਕਿ ਅਸੀਂ ਨਾ ਦੂਜੇ ਨੂੰ ਪਛਾਣਨ ਦਾ ਯਤਨ ਕਰ ਰਹੇ ਹਾਂ। ਜੇ ਬੰਦਾ ਆਪਣੀ ਪਛਾਣ ਕਰੇ ਨਾ ਕਿ ਮੈਂ ਕਿੱਥੇ ਖੜਾ ਵਾਂ, ਤਾਂ ਫਿਰ ਪਛਾਣ ਤਾਂ ਹੋ ਸਕਦੀ ਹੈ। ਦੇਖੋ ਜੇ ਤੇ ਮੈਂ ਆਪਣੀ ਪਛਾਣ ਕਰਾਂਗਾ ਤਾਂ ਮੈਨੂੰ ਪਛਾਣ ਕਰਨੀ ਸੌਖੀ ਹੋ ਜਾਏਗੀ, ਕਿਉਂਕਿ ਮੈਨੂੰ ਆਪਣਾ ਪਤਾ ਹੈ ਨਾ। ਤੇ ਜੇ ਮੈਂ ਤੁਹਾਡੀ ਪਹਿਚਾਣ ਕਰਾਂਗਾ ਫਿਰ ਔਖਾ ਹੋਏਗਾ, ਕਿਉਂਕਿ ਤੁਸੀਂ ਬਨਾਵਟੀ ਬੋਲ ਸਕਦੇ ਹੋ, ਮੈਂ ਤੁਹਾਡੇ ਸਾਹਮਣੇ ਬਨਾਵਟੀ ਬੋਲ ਸਕਦਾ। ਇਸ ਲਈ ਇਹ ਹਰ ਬੰਦੇ ਨੂੰ, ਮੈਨੂੰ, ਤੁਹਾਨੂੰ, ਸਾਰਿਆਂ ਨੂੰ ਆਪਣੀ ਆਪਣੀ ਪਛਾਣ ਕਰਨੀ ਚਾਹੀਦੀ ਹੈ ਔਰ ਆਪਣੇ ਆਪਣੇ ਰੋਗ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਜਦੋਂ ਅਸੀਂ ਇਕੱਲੇ ਇਕੱਲੇ ਸੁਧਰਾਂਗੇ ਤਾਂ ਫਿਰ ਇਸ ਸਮਾਜ ਦੇ ਅੰਦਰ ਸੁਧਾਰ ਆਏਗਾ। ਇਸ ਲਈ ਸਾਨੂੰ ਆਪਣੇ ਤੋਂ ਸ਼ੁਰੂਆਤ ਕਰਨੀ ਚਾਹੀਦੀ ਕਿ ਅਸੀਂ ਆਪਣੀ ਪਛਾਣ ਕਰੀਏ ਸਾਰੇ ਵੀਰ ਭਰਾ। ਬਾਕੀ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ। ਧੰਨਵਾਦ। ਬਾਕੀ ਤੁਹਾਡੇ ਵਿਚਾਰ ਇਹ ਹੈਗਾ ਠੀਕ ਹੈ, ਆਪਣੇ ਤੋਂ ਹੀ ਸ਼ੁਰੂ ਹੁੰਦੀ ਹਮੇਸ਼ਾ ਜਿਹੜੀ ਹੈ ਨਾ, ਆਪਣੇ ਬਿਲਕੁਲ ਨਾ ਜਾ ਕਰਨਾ ਬਿਲਕੁਲ, ਤੇ ਦੂਜੀ ਦੇ ਨਾਲ ਨਹੀਂ ਕਰਨਾ। ਤੁਸੀਂ ਆਪਣੀ ਤੁਹਾਡੀ ਹਿੰਮਤ ਦੇ ਨਾਲ ਇਹ ਜਿਹੜੇ ਆਪਣੀ ਕੋਸ਼ਿਸ਼, ਆਪਣੇ ਆਪ ਤੇ ਕੋਸ਼ਿਸ਼ ਨਾਲ ਹੀ ਸਾਰੇ ਰੋਗ ਨਿਕਲਣੇ ਆ। ਇਹ ਤਾਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਆਪਣਾ ਆਪਣੇ ਅੰਦਰ ਕਰਨੀ ਹੈ, ਇਹ ਬਹੁਤ ਜ਼ਰੂਰੀ ਹੈ। ਪਰ ਸਫਾਈ ਕਰਨ ਦੇ ਨਾਲ ਜਿਹੜਾ ਕਿ ਹੁਣ ਆਪਾਂ ਇਹ ਵੀ ਹੁਣ ਜਿਵੇਂ ਆ ਗਿਆ ਤੇ ਆਪਾਂ ਭਾਵੇਂ ਆਪਾਂ ਦੋਨੋਂ ਹੀ ਇੱਕ ਦੂਜੇ ਨਾਲ ਭਾਵੇਂ 2-4 ਦਿਨ ਆਪਾਂ ਸਾਂਝ ਵੀ ਪਾਈਏ, ਤੇ ਪਰ ਫਿਰ ਵੀ ਇਹਦਾ ਬੜੀ ਮੁਸ਼ਕਿਲ ਦੇ ਨਾਲ ਕਿ ਮੈਂ ਤੁਹਾਡੀ ਪਰਸਨੈਲਿਟੀ ਇਨਸਾਈਡ ਜਿਹੜਾ ਉਹਦੀ ਕਿਤਾਬ ਇਨਸਾਈਡ ਤੁਹਾਡੀ ਅੰਦਰ ਲਿਖੀ ਹੋਈ ਕਿਤਾਬ ਨੂੰ ਪੜ੍ਹਨਾ ਆਪਾਂ ਠੀਕ ਹੈ। ਤੁਸੀਂ ਤੁਹਾਡੇ ਵੱਲੋਂ ਤੋਂ ਪਹਿਲਾਂ ਸਾਈਕੋਲੋਜੀ ਪੜ੍ਹੀ ਹੈ, ਠੀਕ ਹੈ, ਤੇ ਸਾਈਕੋਲੋਜੀ ਦੇ ਨਾਲ ਬੜੀ ਹੋਰ ਚੀਜ਼ ਹੈ। ਲੇਕਿਨ ਹਰ ਇੱਕ ਇਨਸਾਨ ਦੀ ਜਿਹੜੀ ਸੈਂਸ ਆਫ ਜਿਹੜੀ ਕਿ ਅਨੁਭਵ ਕਰਨ ਵਾਲੀ ਹੈ, ਤੇ ਉਹਦੀ ਜਿਹੜੀ ਉਹਦੀ ਵਿਸ਼ਾਲਤਾ ਕਿੰਨੀ ਕੁ ਹੈ ਅਨੁਭਵ ਕਰਨ ਦੀ। ਸਬਜੈਕਟ ਹਰੇਕ ਸਾਈਕੋਲੋਜਿਸਟ ਹੈਗਾ, ਬਹੁਤ ਹੋਣਗੇ ਦੁਨੀਆ ਦੇ ਉੱਤੇ, ਪੜ੍ਹਦੇ ਵੀ ਆ, ਲੇਕਿਨ ਉਹ ਕਹਿਣ ਦੇ ਨਾਲ ਤੇ ਲੇਕਿਨ ਉਹਦੀ ਅਨੁਭਵਤਾ ਕਰਨਾ ਕਿ ਇਹ ਗੁਣਾਂ ਨੂੰ ਕਿਵੇਂ ਜਿਹੜੀ ਆਪਾਂ ਅਪਲਾਈ ਕਰਕੇ ਉਹਨਾਂ ਤੇ ਤਹਿ ਤੱਕ ਪਹੁੰਚਣਾ। ਮੇਰੇ ਆਪਣੇ ਹਿਸਾਬ ਨਾਲ ਮੈਂ ਵੀ ਸਾਈਕੋਲੋਜੀ ਵੀਰ ਜੀ ਮੈਂ ਵੀ ਪੜ੍ਹੀ ਕਿ ਮੈਂ ਵੀ ਹੈਗਾ ਕਿ ਹਰ ਕਦੀ ਰੀਡਿੰਗ ਜਿਹੜੀ ਚਿਹਰੇ ਦੇ ਤੋਂ ਪਛਾਣ ਦੇ ਚਿਹਰੇ ਤਹਿ ਤੇ ਥੱਲੇ ਤੱਕ ਪਹੁੰਚਣ ਲਈ ਬੜਾ ਔਖਾ ਆ। ਸਾਈਕੋਲੋਜੀ ਸਬਜੈਕਟ ਭਾਵੇਂ ਉਹ ਸਬਜੈਕਟ ਜਿੰਨਾ ਮਰਜ਼ੀ ਤੁਸੀਂ ਵਾਸ ਕਰ ਲਓ, ਕਿ ਬੁੱਕ ਇੱਕ ਛੋਟੀ ਹੈ ਜਿਹੜੀ ਆਪ ਨੂੰ ਲੱਗੀ ਹੁੰਦੀ ਹੈ ਟੈਕਸਟ ਬੁੱਕ, ਤੇ ਪਰ ਉਹਦੇ ਵਿੱਚੋਂ ਟਰਾਈ ਮੈਂ ਵੀ ਕਰਦਾ ਆਪਣੀ ਲਾਈਫ ਦੇ ਵਿੱਚ ਵੀ ਦੂਜਿਆਂ ਦਾ ਜੇ ਕਿਸੇ ਨਾਲ ਦੋਸਤ ਬਣਾਉਣਾ ਹੋਵੇ ਤਾਂ ਕਿਵੇਂ ਬਣਾਈਏ, ਕਿ ਇਹੋ ਜਿਹੇ ਵੀ ਬੰਦੇ ਦੀ ਭਾਲ ਵਿੱਚ ਕਈ ਵਾਰ ਆਪਾਂ ਦੇਖੀਦਾ ਵੀ ਇਹੋ ਜਿਹੇ ਬੰਦੇ ਸਾਨੂੰ ਮਿਲਣ। ਤੇ ਮੇਰੇ ਆਪਣੇ ਹਿਸਾਬ ਨਾਲ, ਕਿਉਂਕਿ ਹਰ ਕਿਸੇ ਦੀ ਸੋਚ ਵੱਖਰੀ ਵੱਖਰੀ ਆ, ਕੋਈ ਕਹਿ ਨਹੀਂ ਸਕਦਾ ਕਿ ਇੱਕ ਜਿਹਾ ਫਾਰਮੂਲਾ ਸਾਰਿਆਂ ਤੇ ਅਪਲਾਈ ਹੋ ਜਾਊਗਾ। ਹਰ ਇੱਕ ਦੀ ਸੋਚ ਜਿਹੜੀ ਆ ਉਹ ਵੱਖਰੀ ਹੈ। ਤੇ ਪਰ ਮੈਨੂੰ ਨਹੀਂ ਕੋਈ ਮਿਲਿਆ ਹੈਗਾ ਪੂਰਨ ਕੋਈ ਚੰਗਾ ਬੰਦਾ ਹੈਗਾ
ਉਹ ਵੀ ਜਿਹਦੇ ਨਾਲ ਮੇਰਾ ਵਾਹ ਪਿਆ ਤੁਸੀਂ ਤੁਹਾਡੇ ਖਿਆਲ ਚਲੋ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰੇ ਵੀ ਤੁਹਾਨੂੰ ਇਹੋ ਜਿਹਾ ਕੋਈ ਸਿੰਘ ਬਣਾ ਦੇ ਮਿਲ ਜਾਏ ਕੋਈ ਸਹੀ ਗੱਲ ਨਹੀਂ ਔਖਾ ਹੈ ਬਿਲਕੁਲ ਠੀਕ ਹੈ ਲੇਕਿਨ ਇੰਪੋਸੀਬਲ ਨਹੀਂ ਤੁਹਾਡੀ ਗੱਲ ਠੀਕ ਹੈ ਪਰ ਜੇ ਅਸੀਂ ਟਰਾਈ ਕਰਾਂਗੇ ਤਾਂ ਹੋ ਜਾਵਾਂਗੇ ਟਰਾਈ ਧੰਨਵਾਦ ਤੁਹਾਡਾ ਧੰਨਵਾਦ ਹਾਂਜੀ ਥੈਂਕ ਯੂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਨਿਰਮਲ ਸਿੰਘ ਜੀ ਅੱਛਾ ਜੀ ਹੋਰ ਕੋਈ ਕੁਐਸਚਨ ਜੀ ਹੋਰ ਕੋਈ ਇਸਨੇ ਆਪਣੇ ਜੇ ਨਹੀਂ ਤਾਂ ਮੈਂ ਦੋ ਗੱਲਾਂ ਜੀ ਆਪਣੇ ਪਹਿਲੀ ਤਾਂ ਹੈਗੀ ਵੀ ਕੱਲ ਨੂੰ ਜਿਹੜਾ ਆਪਣੇ ਰੈਗੂਲਰ ਪ੍ਰੈਜ਼ੈਂਟਰ ਹੈਗਾ ਆ ਤਲੋਚਨ ਸਿੰਘ ਜੀ ਉਹ ਮੁੜ ਕੇ ਆਉਗੇ ਜੀ ਕੱਲ ਉਹ ਹੋਸਟ ਕਰੂਗੇ ਹਾਂਜੀ ਤਾਂ ਮੋਹਰ ਸਿੰਘ ਜੀ ਮੈਂ ਗੱਲ ਇੱਕ ਹੋਰ ਥੋੜੀ ਜਿਹੀ ਕਰਦਾ ਵੀ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਵੀ ਤੁਹਾਡੇ ਅੱਜ ਜੁੜਨ ਤੋਂ ਪਹਿਲਾਂ ਹਾਂਜੀ ਜਿਹੜੀ ਆਪਣੇ ਸੰਤੋਖ ਦੀ ਸਬਰ ਦੀ ਹਾਂਜੀ ਮੈਂ ਉਹਦੇ ਬਾਰੇ ਥੋੜਾ ਜਿਹਾ ਕਹਿ ਦਵਾਂ ਵੀ ਸਾਡੇ ਹਰਨੇਕ ਸਿੰਘ ਹੁਣੀ ਪਹਿਲਾਂ ਸੰਤੋਖ ਸਬਰ ਦੀ ਗੱਲ ਕੀਤੀ ਸੀ ਹਾਂਜੀ ਉਹਨੇ ਇਹ ਗੱਲ ਕੀਤੀ ਸੀ ਜੀ ਵੀ ਮੈਨੂੰ ਗੋਲ ਪਰ ਪ੍ਰਸ਼ਾਦੇ ਘੱਟੇ ਹੀ ਮਿਲਦੇ ਆ ਜਿਆਦਾ ਮਿਲਦੇ ਹੈਗੇ ਇੰਡੀਆ ਦੇ ਨਕਸ਼ਾਰੰਗਰ ਪਰ ਮੈਂ ਉਹਨਾਂ ਨਾਲ ਹੀ ਸੰਤੋਖ ਸਬਰ ਕੀਤਾ ਆ ਤਾਂ ਮੈਂ ਇੱਥੇ ਹੀ ਹਾਂਜੀ ਠੀਕ ਹੈ ਹਰਨੇਕ ਸਿੰਘ ਜੀ ਥੈਂਕ ਯੂ ਦੇਖੋ ਜੀ ਦੁਆ ਕਿਸੇ ਦੇ ਗੋਲ ਦੇਖ ਕੇ ਜਿਹੜੇ ਮੇਰੇ ਖਿਆਲ ਤੋਂ ਨਾ ਜਾਂਦੇ ਲੱਗੇ ਇਸ ਕਰਕੇ ਜਿੱਦਾਂ ਦੇ ਮਿਲਦੇ ਉਹ ਮੇਰੇ ਖਿਆਲ ਵਿੱਚ ਇਹੋ ਜਿਹੀ ਵਿਚਾਰ ਕਰਕੇ ਤੇ ਮਤਲਬ ਇੰਡੀਆ ਦੇ ਨਕਸ਼ੇ ਵਾਲੇ ਪ੍ਰਸ਼ਾਦਿਆਂ ਤੋਂ ਵੀ ਜਾਣਾ ਹੈ ਇਹਨਾਂ ਨੇ ਇਹ ਹੁਣ ਕੱਲ ਨੂੰ ਦੱਸੋਗੇ ਜੀ ਜਦੋਂ ਤੁਸੀਂ ਮੁੜ ਕੇ ਆਓਗੇ ਹਾਂਜੀ ਨਹੀਂ ਜੀ ਚੰਨੀ ਸਾਹਿਬ ਐਕਚੁਅਲੀ ਇੰਡੀਆ ਦੇ ਨਕਸ਼ੇ ਵਾਲੇ ਪ੍ਰਸ਼ਾਦੇ ਖਾਂਦੇ ਨੂੰ 30 ਸਾਲ ਹੋ ਗਏ ਹੁਣ ਉਹ ਜ਼ਿਆਦਾ ਸਵਾਲ ਰਿਕਾਰਡਿੰਗ ਦੱਸਣ ਲੱਗਾ ਇੱਕ ਰਿਕਾਰਡਿੰਗ ਬੰਦ ਕਰ ਦੋ ਤਲੋਚਨ ਸਿੰਘ ਹੋਣੀ ਮੇਰੇ ਖਾਸ ਦੋਸਤ ਨੇ ਉਹਨਾਂ ਦੀ ਮਿਸਿਸ ਦਵਿੰਦਰ ਕੌਰ ਜੀ ਗੱਲ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਤੇ ਦਵਿੰਦਰ ਬਹੁਤ ਵਧੀਆ ਗੋਲ ਪ੍ਰਸ਼ਾਦੇ ਬਣਾਉਂਦੀ ਹੈ ਤੇ ਉਹ ਮੈਨੂੰ ਪੁੱਛਦੀ ਭਾਜੀ ਤੁਹਾਨੂੰ ਕਿੱਦਾਂ ਲੱਗੀ ਰੋਟੀ ਸਵਾਦ ਲੱਗੀ ਮੈਂ ਕਿਹਾ ਵੀ ਮੈਨੂੰ ਇੰਨੀ ਸਵਾਦ ਨਹੀਂ ਲੱਗੀ ਕਹਿੰਦੀ ਹੈ ਮੇਰਾ ਜ਼ੋਰ ਲੱਗ ਗਿਆ ਮੈਂ ਕਿਹਾ ਮੈਂ ਹੁਣ ਬਿੰਗੀਆਂ ਰੋਟੀਆਂ ਖਾਣ ਕੀਤਾ ਇਸ ਕਰਕੇ ਉਹੀ ਸਵਾਦ ਲੱਗਦੀ ਹਾਂ ਠੀਕ ਹੈ ਜੀ ਸਾਰੇ ਜਿੱਦਾਂ ਨਹੀਂ ਬਹੁਤ ਵਧੀਆ ਜੀ ਥੈਂਕ ਯੂ ਠੀਕ ਹੈ ਥੈਂਕ ਯੂ ਜੀ ਹਰਨੇਕ ਸਿੰਘ ਜੀ ਅੱਛਾ ਜੀ ਮੇਰੇ ਖਿਆਲ ਜੇ ਹੋਰ ਨਹੀਂ ਕੋਈ ਕੁਐਸਚਨ ਫਲਾ ਦੇਣ ਲੱਗੇ ਪਰ ਬਚ ਗਿਆ ਮੈਂ ਅੱਛਾ ਜੀ ਠੀਕ ਹੈ ਜੀ ਮੋਹਰ ਸਿੰਘ ਜੀ ਮੇਰੇ ਖਿਆਲ ਇੱਥੇ ਆਪਣਾ ਛੁੱਟੀ ਸਮਾਪਤੀ ਕਰ ਦਈਏ ਜੀ ਹਾਂਜੀ ਠੀਕ ਹੈ ਸਾਰਿਆਂ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਰਿਆਂ ਦਾ